ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ੍ਰੀ ਸਤਿਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕਉ ਬੰਦਨਾ, ਸਿਰ ਚਰਨਨ ਪਗ ਧਾਰ। ਦੋਹਰਾ ਬਾਣੀ ਬਰਦਾਨੀ ਸੁਮਤ, ਗੁਣ ਖਾਨੀ ਸੁਖ ਮੂਰ। ਕਲਿਆਣੀ ਰਾਣੀ ਜਗਤ, ਮਾਨੀ ਕਵ ਪਗ ਧੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਬਾਣੀ ਬਰਦਾਨੀ ਸੁਮਤ, ਗੁਣ ਖਾਨੀ ਸੁਖ ਸੂਰ। ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਅਧਿਆਏ 11ਵਾਂ ਉਤਰਾਦਿ। ਕਵੀ ਸੰਤੋਖ ਸਿੰਘ ਜੀ ਮੰਗਲ ਕਰਦੇ ਹਨ। ਉਹ ਸ਼ਕਤੀ ਰੂਪ ਜੋ ਪਰਮਾਤਮਾ ਦੀ ਬਣਾਈ ਹੋਈ ਹੈ ਇਸ ਸੰਸਾਰ ਦੇ ਵਿੱਚ, ਜਿਹਦੇ ਕਰਕੇ ਵਿਦਿਆ ਜਿਹਨੂੰ ਪ੍ਰਦਾਨ ਕੀਤੀ ਹੋਈ ਹੈ, ਸੋ ਉਹ ਜਿਹੜਾ ਹੈ ਮੰਗਲ ਕਰਦੇ ਹਨ। ਬਾਣੀ ਬਰਦਾਨੀ ਸੁਮਤ, ਗੁਣ ਖਾਨੀ ਸੁਖ ਮੂਰ। ਬਾਣੀ ਜੋ ਕਵਿਤਾ ਦੇ ਰੂਪ ਹੈ, ਪਿੰਗਲ ਰੂਪ ਹੈ, ਜੋ ਬਾਣੀ ਬੋਲ ਕੇ ਕਿਸੇ ਚੀਜ਼ ਦਾ ਵਰਣਨ ਕੀਤਾ ਜਾਂਦਾ ਹੈ, ਜਿਸ ਦੇ ਕਰਕੇ ਕੋਈ ਜਿਹੜੀ ਹਨ ਵਸਤੂ ਨੂੰ ਡਿਸਕ੍ਰਾਈਬ ਕੀਤਾ ਜਾਂਦਾ ਹੈ। ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ ਕਿ ਬਾਣੀ ਬਰਦਾਨੀ ਸੁਮਤ, ਸੋ ਜੋ ਬਾਣੀ ਦਾ ਬਰਦਾਨ ਦੇਣ ਵਾਲੀ ਸ਼ਕਤੀ ਹੈ ਪਰਮਾਤਮਾ ਦੀ, ਜਿਹਦੇ ਕਰਕੇ ਇਹ ਜਿਹੜੀ ਹੈ ਕੈਪੇਬਿਲਿਟੀ ਜਾਂ ਕਿਸੇ ਦੇ ਵਿੱਚ ਪਰਮਾਤਮਾ ਇਹ ਸ਼ਕਤੀ ਨੂੰ ਪ੍ਰਗਟ ਕਰਦਾ ਹੈ, ਜਿਹਦੇ ਕਰਕੇ ਉਹ ਬਾਣੀ ਉਚਾਰਨ ਕੀਤੀ ਜਾਂਦੀ ਹੈ, ਜਿਹਨੂੰ ਸੁਣ ਕਰਕੇ ਸੁਮਤ ਸ੍ਰਿਸ਼ਟ ਮਤ ਦੀ ਪ੍ਰਾਪਤੀ ਹੁੰਦੀ ਹੈ। ਗੁਣ ਖਾਨੀ ਸੁਖ ਮੂਰ। ਤੇ ਜਿਸ ਦੇ ਕਰਕੇ ਗੁਣਾਂ ਦੀ ਖਾਨ ਉਹ ਪਰਮਾਤਮਾ ਸਰੂਪ ਦੀ ਜਿਹੜੀ ਹੈ ਸਮਝ ਪੈਂਦੀ ਹੈ, ਤੇ ਮੁੱਖ ਜਿਹੜਾ ਸੁਖ ਮੂਰ, ਜਿਹੜਾ ਸੁੱਖਾਂ ਦਾ ਮੂਲ ਹੈ। ਪਰਮਾਤਮਾ ਦੇ ਗੁਣਾਂ ਨੂੰ ਜਾਣਨਾ ਹੀ ਸਾਰੇ ਸੁੱਖਾਂ ਦਾ ਮੂਲ ਜਾਂ ਰੂਟਸ ਹੈ, ਜਿੱਥੋਂ ਸਾਰੀਆਂ ਹੀ ਖੁਸ਼ੀਆਂ ਖੇੜੇ ਆਨੰਦ ਪ੍ਰਾਪਤ ਹੁੰਦਾ ਹੈ। ਕਲਿਆਣੀ ਰਾਣੀ ਜਗਤ। ਕਲਿਆਣੀ ਇਹ ਬਾਣੀ ਕਲਿਆਣ ਰੂਪ ਹੈ, ਜੋ ਜਿਸ ਦਾ ਰਾਜ ਇਸ ਸੰਸਾਰ ਉੱਤੇ ਸਦੀਵੀ ਕਾਲ ਵਾਸਤੇ ਚੱਲਦਾ ਹੈ। ਤੇ ਇਹ ਜਿਹੜੀ ਬਾਣੀ ਹੈ ਮਾਨੀ ਕਵ ਪਗ ਧੂਰ। ਮਾਨੀ ਐਸੀ ਬਾਣੀ ਨੂੰ ਮਨ ਕਰਕੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ, ਮੈਂ ਇਸ ਬਾਣੀ ਰੂਪ ਜੋ ਸਰੂਪ ਦੇ ਚਰਨਾਂ ਦੀ ਧੂੜੀ ਬਣ ਕੇ ਅੱਗੇ ਗੁਰੂ ਮਹਾਰਾਜ ਦਾ ਇਤਿਹਾਸ ਨੂੰ ਵਰਣਨ ਕਰਦਾ ਹਾਂ। ਸ੍ਰੀ ਬਾਲਾ ਸੰਦਰ ਵਾਚ, ਰਸਾਵਲ ਛੰਦ ਚਲੇ ਫੇਰ ਆਗੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸਮੇਤ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਨੇ ਅੱਗੇ ਪਿਆਨ ਕੂਚ ਕੀਤਾ। ਭਿਖੇ ਪਾਪ ਭਾਗੈ। ਜਿਨ੍ਹਾਂ ਦੇ ਦਰਸ਼ਨ ਕਰਦਿਆਂ ਉਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਇੱਕ ਵਾਰ ਨਜ਼ਰ ਪੈਂਦਿਆਂ ਹੀ ਸਾਰੇ ਹੀ ਪਾਪ ਦੂਰ ਹੋ ਜਾਂਦੇ ਹਨ। ਮਹਾਦਾਨ ਦਾਤਾ। ਮਹਾਦਾਨ ਜੋ ਪਰਮੇਸ਼ਰ ਦਾ ਨਾਮ ਹੈ, ਜੋ ਕਲਿਆਣਕਾਰੀ ਹੈ, ਉਸ ਦਾਤ ਨੂੰ ਪ੍ਰਦਾਨ ਦੇਣ ਕਰਨ ਵਾਲੇ ਹਨ। ਦਾਤੇ ਹਨ ਐਸੇ ਜਿਹਦੀ ਦਾਤ ਨੂੰ ਪ੍ਰਾਪਤ ਕਰਕੇ ਫਿਰ ਮੁਕਤੀ ਹੋ ਜਾਂਦੀ ਹੈ। ਸਭੈ ਲੋਕ ਖਿਆਤਾ। ਸਾਰੇ ਹੀ ਜਿਹੜੇ ਹਨ ਇਸ ਸੰਸਾਰ ਦੇ ਜਿੰਨੇ ਵੀ ਦੁੱਖ ਤਕਲੀਫਾਂ ਹਨ, ਉਹ ਸਾਰੀਆਂ ਹੀ ਦੂਰ ਹੋ ਜਾਂਦੀਆਂ ਹਨ। ਸੁਬੈ ਸੰਗ ਦੋ। ਕਹਿੰਗੇ ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਦੋਵੇਂ ਭਾਈ ਬਾਲਾ ਜੀ ਕਹਿੰਦੇ ਅਸੀਂ ਦੋਵੇਂ ਹੀ ਸਨ, ਮੈਂ ਤੇ ਮਰਦਾਨਾ ਅਸੀਂ ਦੋਵੇਂ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਸਾਂ। ਵੱਡੇ ਭਾਗ ਜੋ। ਕਹਿਣ ਲੱਗੇ ਹੁਣ ਵੱਡੇ ਭਾਗ ਜੋ, ਕਿਉਂਕਿ ਸਾਡੇ ਵੱਡੇ ਭਾਗਾਂ ਦੀ ਨਿਸ਼ਾਨੀ ਸੀ, ਜਿਹਦੇ ਕਰਕੇ ਸਾਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਜਾਣ ਕੇ ਆਪਣੇ ਨਾਲ ਲੈਣਾ ਕੀਤਾ। ਆਇਓ ਇੱਕ ਗ੍ਰਾਮੰ। ਸੋ ਆਇਓ ਇੱਕ ਗ੍ਰਾਮੰ, ਉਸ ਵੇਲੇ ਇੱਕ ਪਿੰਡ ਰਸਤੇ ਵਿੱਚ ਆਇਆ। ਭਿਖਿਓ ਗਿਆਨ ਧਾਮੰ। ਸੋ ਭਿਖਿਓ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜੋ ਇਹ ਨਿਗਾਹ ਮਹਾਰਾਜ ਦੀ ਪਈ, ਉਹ ਜਿਹੜਾ ਗਿਆਨ ਦਾ ਘਰ ਹੈ ਗੁਰੂ ਨਾਨਕ ਸਾਹਿਬ ਜੀ। ਤਹਾਂ ਬ੍ਰਿਛ ਹੇਰਾ। ਦੇਖੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮਨ ਵਿੱਚ ਜਦੋਂ ਦਇਆ ਆਉਂਦੀ ਹੈ ਇਸ ਜੀਵਾਂ ਦੇ ਦੁੱਖ ਤਕਲੀਫਾਂ ਨੂੰ ਦੇਖ ਕਰਕੇ, ਭਾਵੇਂ ਆਪਾਂ ਇਸ ਦੁੱਖ ਤਕਲੀਫਾਂ ਨੂੰ ਜਾਣਦੇ ਵੀ ਨਹੀਂ ਹਾਂ, ਆਪਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਮੈਨੂੰ ਇਹ ਦੁੱਖ ਕਿਉਂ ਹੁੰਦੇ ਹਨ, ਮੈਂ ਕਿਉਂ ਦੁਖੀ ਹਾਂ, ਕਿਹੜੀ ਗੱਲੋਂ ਮੈਂ ਦੁਖੀ ਹਾਂ, ਕਿਹੜਾ ਕਾਰਨ ਹੈ ਜਿਹਦੇ ਕਰਕੇ ਮੈਂ ਕਿਤੇ ਵੀ ਸੈਟਿਸਫਾਈਡ ਨਹੀਂ ਹੁੰਦਾ, ਜਿਹਦੇ ਕਰਕੇ ਮੇਰੇ ਅੰਦਰ ਸੰਤੁਸ਼ਟੀ ਨਹੀਂ ਆਉਂਦੀ। ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਇਹ ਗਿਆਨ ਹੈ,
ਮਹਾਰਾਜ ਜਾਣਦੇ ਹਨ ਜੀਵਾਂ ਦੇ ਦੁੱਖਾਂ ਨੂੰ ਦੇਖ ਕਰਕੇ ਸਤਿਗੁਰੂ ਜੀ ਉਹ ਪਿੰਡ ਨੂੰ ਤਾਰਨ ਵਾਸਤੇ ਸਤਿਗੁਰੂ ਜੀ ਇੱਕ ਦਰਖਤ ਦੇ ਥੱਲੇ ਬੈਠਣਾ ਕੀਤਾ। ਤਹਾ ਕੀਨ ਡੇਰਾ ਉੱਥੇ ਮਹਾਰਾਜ ਨੇ ਡੇਰਾ ਕਰ ਲਿਆ ਆਪਣਾ। ਏਕੰ ਡੂਮ ਆਇਓ ਇੱਕ ਡੂਮ ਕਹਿਣ ਲੱਗੇ ਇੱਕ ਡੂਮ ਮਰਾਸੀ ਉਸ ਵੇਲੇ ਸਤਿਗੁਰਾਂ ਨੂੰ ਦੇਖ ਕਰਕੇ ਦੂਰੋਂ ਜਦੋਂ ਮਹਾਰਾਜ ਨੂੰ ਦੇਖਿਆ ਉਹ ਚੱਲ ਕਰਕੇ ਸਤਿਗੁਰਾਂ ਦੇ ਕੋਲ ਪਹੁੰਚਿਆ। ਛੁਦਾ ਤੇ ਦਿਖਾਇਓ ਸ਼ੁਦਾ ਤੈ ਦਿਖਾਇਓ ਕਹਿਣ ਲੱਗੇ ਉਹ ਸ਼ੁਦਾ ਉਹਨੂੰ ਬੜੀ ਭੁੱਖ ਲੱਗੀ ਹੋਈ ਸੀ। ਉਹ ਮਰਾਸੀ ਜਿਹੜਾ ਆਇਆ ਸੀ ਵਿਚਾਰਾ ਬੜਾ ਭੁੱਖਾ ਸੀ। ਉਸਦੇ ਮੂੰਹ ਤੋਂ ਉਸਦੇ ਚਿਹਰੇ ਤੋਂ ਇਹ ਗੱਲ ਦਾ ਪਤਾ ਲੱਗਦਾ ਸੀ। ਕਹੇ ਬੈਨ ਐਸੇ ਉਹਨੇ ਆ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ, ਵੇਖੋ ਭੂਪ ਜੈਸੇ ਮਹਾਰਾਜ ਤੁਸੀਂ ਦੇਖਣ ਨੂੰ ਰਾਜਾ ਲੱਗਦੇ ਹੋ। ਤੁਹਾਡੇ ਸਰੂਪ ਦਾ ਜੋ ਜਲਾਲ ਹੈ, ਤੁਹਾਡੇ ਸਰੂਪ ਤੋਂ ਜੋ ਜਿਹੜਾ ਹੈ ਪ੍ਰਕਾਸ਼ ਜਿਹੜਾ ਆ ਰਿਹਾ ਹੈ ਉਹਨੂੰ ਦੇਖ ਕਰਕੇ ਲੱਗਦਾ ਹੈ ਕਿ ਤੁਸੀਂ ਕੋਈ ਰਾਜੇ ਮਹਾਰਾਜੇ ਹੋ। ਕਛੂ ਦੇਹੋ ਪਿੱਛਾ ਤੇ ਮਰਾਸੀ ਕਹਿੰਦਾ ਮਹਾਰਾਜ ਤੁਸੀਂ ਇੱਕ ਰਾਜਾ ਰੂਪ ਹੋ, ਮੈਨੂੰ ਥੋੜੀ ਜਿਹੀ ਭਿੱਖਿਆ ਦੇ ਦਿਓ, ਮੈਨੂੰ ਕੋਈ ਡੋਨੇਸ਼ਨ ਦੇ ਦਿਓ, ਮੈਂ ਤੁਹਾਡੇ ਅੱਗੇ ਬੈਗ ਕਰਦਾ ਹਾਂ, ਮੈਂ ਤੁਹਾਡੇ ਅੱਗੇ ਮੰਗਦਾ ਹਾਂ ਝੋਲੀ ਫਲਾ ਕੇ। ਕਰੋ ਪੂਰ ਇੱਛਾ ਮੇਰੀ ਇੱਛਾ ਪੂਰੀ ਕਰ ਦਿਓ, ਮੈਂ ਚੱਲ ਕਰਕੇ ਆਇਆ ਬੜੀ ਆਸਾਂ ਦੇ ਨਾਲ। ਉਧਾਰੀ ਦਿਧਾਰੀ ਉਧਾਰੀ ਦੀ ਧਾਰੀ ਕਹਿਣ ਲੱਗੇ ਉਧਾਰੀ ਤੁਹਾਡੇ ਤਾਂ ਦਰਸ਼ਨ ਐਸੇ ਮੈਨੂੰ ਲੱਗਦੇ ਹਨ ਜਿਨ੍ਹਾਂ ਨੂੰ ਦੇਖ ਕਰਕੇ ਉਧਾਰ ਹੋ ਜਾਂਦਾ ਹੈ। ਮਤਲਬ ਉਧਾਰ ਦਾ ਵੀ ਤੁਸੀਂ ਤਾਂ ਸੰਸਾਰ ਤੋਂ ਮੁਕਤੀ ਦੇ ਦਾਤ ਦੇਣ ਵਾਲੇ ਹੋ, ਮੁਕਤ ਕਰਨ ਵਾਲੇ ਹੋ ਪਾਤਸ਼ਾਹ ਜੀਓ। ਕੀ ਨਹੀਂ ਤੁਹਾਡੇ ਕੋਲ ਹੈਗਾ? ਅਸੋਕੀ ਲਿਲਾਰੀ ਅਸੋਕੀ ਲਿਲਾਰੀ ਕਹਿਣ ਲੱਗੇ ਸਾਰੇ ਹੀ ਤੁਹਾਡੇ ਜਿਹੜੇ ਹਨ ਜਿੰਨੇ ਵੀ ਤੁਹਾਡੇ ਸਰੀਰ ਦੇ ਅੰਗ ਹਨ ਉਹਨਾਂ ਨੂੰ ਦੇਖ ਕਰਕੇ, ਖਾਸ ਕਰਕੇ ਤੁਹਾਡੇ ਮੱਥੇ ਨੂੰ ਦੇਖ ਕਰਕੇ ਤਾਂ ਇਉਂ ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਬਹੁਤ ਧਨੀ ਹੋ, ਤੁਹਾਡੇ ਕੋਲ ਬਹੁਤ ਕੁਝ ਹੈ ਦੇਣ ਵਾਸਤੇ। ਸੁਨਿਓ ਸਰੋਨ ਬੈਨੰ ਜਦੋਂ ਐਸੇ ਉਹਦੇ ਬਚਨ ਬੇਨਤੀ ਵਾਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੁਣੇ, ਦਇਆਵਾਨ ਨੈਨੰ ਮਹਾਰਾਜ ਦਇਆ ਦੇ ਘਰ ਵਿੱਚ ਆ ਗਏ ਤੇ ਮਹਾਰਾਜ ਆਪਣੇ ਅੱਖਾਂ ਦੇ ਨਾਲ, ਨੇਤਰਾਂ ਦੇ ਨਾਲ ਉਸ ਨੂੰ ਦੇਖਦਿਆਂ ਹੋਇਆਂ ਮਰਾਸੀ ਨੂੰ ਦਿਪੈ ਰੂਪ ਸੋਭਾ ਦਿਪੈ ਜਿਹਦਾ ਹੈ ਸਰੂਪ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ਮਾਨ ਹੈ, ਜੋ ਬੜਾ ਸੋਭਾ ਪਾ ਰਿਹਾ ਹੈ। ਕਵੀ ਚਿਤ ਲੋਭਾ ਕਹਿੰਦੇ ਹੁਣ ਇਹ ਜਿਹੜੀ ਕਥਾ ਲਿਖਣ ਵਾਲੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ ਐਸੇ ਸਰੂਪ ਦੇ ਦਰਸ਼ਨ ਕਰਕੇ ਜਦੋਂ ਮੈਂ ਆਪਣੇ ਮਨ ਵਿੱਚ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਐਸਾ ਸਰੂਪ ਦਾ ਧਿਆਨ ਧਾਰਦਾ ਹਾਂ, ਮੇਰਾ ਵੀ ਮਨ ਲੋਭ ਹੋ ਜਾਂਦਾ ਹੈ। ਲੋਭ ਮੈਨੂੰ ਇਸ ਗੱਲ ਦਾ ਹੋ ਜਾਂਦਾ ਹੈ ਕਿ ਐਸੇ ਦਰਸ਼ਨ ਮੈਂ ਵੀ ਕਰਦਾ ਰਹਾਂ। ਭਨੇ ਬੈਨ ਐਸੇ ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਐਸੇ ਬਚਨ ਕੀਤੇ, ਸੁਦਾਸਾਨ ਜੈਸੇ ਸੁਦਾਸਾਨ ਜੋ ਅੰਮ੍ਰਿਤ ਵਰਗੇ ਬਚਨ ਸਨ। ਮਹਾਰਾਜ ਦੇ ਬਚਨ ਕੈਸੇ ਸਨ ਜੋ ਮੈਂ ਅੰਮ੍ਰਿਤ ਜਿਹੜਾ ਹੈ ਜਿਹਨੂੰ ਪ੍ਰਾਪਤ ਹੁੰਦਾ ਉਹਦੀ ਮੌਤ ਮੁੱਕ ਜਾਂਦੀ ਹੈ, ਉਹ ਅਮਰ ਹੋ ਜਾਂਦੇ ਹਨ। ਐਸੇ ਬਚਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਹਨ ਅੰਮ੍ਰਿਤ ਜਿਨ੍ਹਾਂ ਨੂੰ ਕੰਨ ਦੇ ਡੋਲਿਆਂ ਵਿੱਚ ਪਾ ਕੇ ਪੀਦਾ ਹੈ, ਜੋ ਹੈ ਮੂਲ ਸਾਖੀ ਜੋ ਹੈ ਕਹਿਣ ਲਗੇ ਉਹ ਜਿਹੜਾ ਹੈ। ਦੇਖੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬੈਠੇ ਹਨ ਇੱਕ ਦਰਖਤ ਦੇ ਥੱਲੇ ਜਿੱਥੇ ਦਰਖਤ ਦੀਆਂ ਜੜਾਂ ਵੀ ਹੁੰਦੀਆਂ ਹਨ। ਤਹਾ ਦੇਖ ਆਖੀ ਮਹਾਰਾਜ ਨੇ ਇੱਕ ਦੂਸਰੇ ਦਰਖਤ ਵੱਲ ਦੇਖਿਆ ਆਪਣੀ ਨਿਗਾਹ ਕਰਕੇ ਤੇ ਦੇਖਦਿਆਂ ਹੋਇਆਂ ਦੂਜੇ ਦਰਖਤ ਵੱਲ ਇਹ ਬਚਨ ਕਰਦੇ ਹਨ। ਮਹਾਰਾਜ ਨੇ ਇਹ ਬਚਨ ਕੀਤਾ, ਕਹਿਣ ਲੱਗੇ ਹੇ ਪੁਰਸ਼ਾ ਦੇਖ ਉਹ ਦਰਖਤ ਜੋ ਤੈਨੂੰ ਅਸੀਂ ਦਿਖਾ ਰਹੇ ਹਾਂ। ਆਪਣੇ ਉਂਗਲ ਦੇ ਇਸ਼ਾਰੇ ਨਾਲ ਦਿਖਾਇਆ ਵੀ ਉਸ ਦਰਖਤ ਨੂੰ, ਜੋ ਚਾਹੋ ਸੋ ਪਾਵੈ। ਕਹਿਣ ਲੱਗੇ ਜੋ ਤੈਨੂੰ ਚਾਹੀਦਾ ਹੈ ਤੂੰ ਉਹ ਦਰਖਤ ਕੋਲ ਚਲਿਆ ਜਾ ਤੇ ਉਹ ਦਰਖਤ ਦੇ ਥੱਲੇ ਤੈਨੂੰ ਉਹ ਚੀਜ਼ ਪ੍ਰਾਪਤ ਹੋ ਜਾਏਗੀ ਜੋ ਤੇਰੀ ਮਨ ਦੀ ਕਾਮਨਾ ਹੈ, ਜੋ ਤੂੰ ਚਾਹੁੰਦਾ ਹੈ ਤੈਨੂੰ ਉਹੀ ਮਿਲੇਗਾ। ਬਸ ਉਹ ਦਰਖਤ ਦੇ ਥੱਲੇ ਸਭ ਕੁਝ ਤੇਰੇ ਵਾਸਤੇ ਪਿਆ ਹੈ। ਨਿਰਸੰਸੈ ਦਿਵਾਵੈ ਕਹਿੰਦੀ ਨਿਰਸੰਸੈ ਦਿਵਾਵੈ, ਮੈਂ ਤੁਹਾਨੂੰ ਇਹ ਚੀਜ਼ ਜਿਹੜੀ ਹੈ ਜੋ ਪਦਾਰਥ ਦੀ ਤੈਨੂੰ ਇੱਛਾ ਹੈ ਉਹੀ ਤੈਨੂੰ ਦਵਾਵਾਂਗੇ। ਤੂੰ ਉਹ ਦਰਖਤ ਦੇ ਥੱਲੇ ਚਲਿਆ ਜਾ ਦੂਜੇ ਦਰਖਤ ਦੇ। ਗਇਓ ਡੂਮ ਧਾਈ ਉਹ ਡੂਮ ਜਿਹੜਾ ਮਰਾਸੀ ਸੀਗਾ ਨਾ ਉਹਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਗੱਲ ਸੁਣ ਕੇ ਨਾ ਉਹਨੇ ਭਜਨਾ ਕੀਤਾ। ਅਸਰਫੀ ਸੋ ਪਾਈ ਉਹਦੇ ਮਨ 'ਚ ਇੱਛਾ ਕੀ ਸੀ ਕਿ ਮੈਨੂੰ ਗੋਲਡ ਕੋਇਨਸ ਮਿਲ ਜਾਣ, ਮੈਨੂੰ ਮਾਇਆ ਮਿਲ ਜਾਵੇ, ਨਗਦ ਮੈਨੂੰ ਕੈਸ਼ ਮਿਲ ਜਾਵੇ। ਤਾਂ ਉਸਨੇ ਜਾ ਕੇ ਉਸ ਦਰਖਤ ਦੇ ਥੱਲੇ ਕੀ ਦੇਖਦਾ ਹੈ ਕਿ ਅਸ਼ਰਫੀਆਂ ਪਈਆਂ ਹਨ, ਗੋਲਡ ਕੋਇਨਸ ਪਈਆਂ ਹਨ, ਉੱਥੇ ਢੇਰ ਲੱਗਿਆ ਪਿਆ ਹੈ। ਲਈ ਸੁਖ ਪਾਇਓ
ਉਹ ਮਰਾਸੀ ਨੇ ਜਿਹੜਾ ਹੈ ਸਾਰੀਆਂ ਚੁੱਕ ਕਰਕੇ ਆਪਣੀ ਖਾਲੀ ਝੋਲੀ ਦੇ ਵਿੱਚ ਪਾ ਲੀਆਂ, ਭਰ ਲਈ ਝੋਲੀ ਆਪਣੀ, ਨਿਜੰ ਗ੍ਰਾਮ ਆਇਓ ਤੇ ਆਪਣੇ ਗ੍ਰਾਮ ਪਿੰਡ ਨੂੰ ਵਾਪਸ ਮੁੜ ਗਿਆ। ਸਭੈ ਕੋ ਸੁਨਾਇਓ ਉਹਨੇ ਮਰਾਸੀ ਨੇ ਜਾ ਕੇ ਸਾਰਿਆਂ ਨੂੰ ਦੱਸਿਆ। ਉਹ ਮਰਾਸੀ ਵਿਚਾਰਾ ਚੰਗਾ ਸੀਗਾ, ਉਹ ਕਹਿੰਦਾ ਜਾ ਕੇ ਸਾਰਿਆਂ ਨੂੰ, ਏਕੰ ਸੰਤ ਆਇਓ ਕਹਿੰਦੀ ਇੱਕ ਸੰਤ ਆਇਆ ਹੋਇਆ ਹੈ ਜੋ ਪਿੰਡ ਦੇ ਬਾਹਰ ਵਾਰ ਬੈਠਾ ਹੈ, ਜੋ ਚਾਹੇ ਸੋ ਦੇਈ। ਕਹਿਣਗੇ ਜੋ ਤੁਸੀਂ ਚਾਹੁੰਦੇ ਹੋ ਉਹੀ ਸੰਤ ਤੁਹਾਨੂੰ ਦੇਣ ਦੇ ਸਮਰੱਥ ਹੈ। ਜੋ ਜੋ ਤੁਸੀਂ ਆਪਣੀ ਇੱਛਾ ਕਰੋਗੇ ਉਹੀ ਸੰਤ ਪੂਰੀ ਕਰਨ ਵਿੱਚ ਸਮਰੱਥ ਕੈਪੇਬਲ ਹੈ। ਉਦਾਰੰਗ ਬਡੇਈ ਉਹ ਉਦਾਹਰਣ ਵਡੇਰੰਗ ਕਹਿਣ ਲੱਗੇ ਉਹ ਉਧਾਰ ਕਰਨ ਵਾਲਾ ਹੈ, ਉਹ ਵੱਡਾ ਹੈ, ਕਹਿਣ ਲੱਗੇ ਬਹੁਤ ਵੱਡਾ ਹੈ ਜਿਹੜਾ ਸਾਰਿਆਂ ਦਾ ਉਧਾਰ ਕਰਨ ਵਾਲਾ ਹੈ। ਸੁਨਿਓ ਸਰੌਨ ਬੈਨੰ ਜਦੋਂ ਐਸੇ ਜਿਹੜੇ ਬਚਨ ਇਹ ਜਿਹੜੇ ਸੁਣੇ ਉਹਨਾਂ ਨੇ ਆਪਣੇ ਕੰਨਾਂ ਦੇ ਨਾਲ ਮਰਾਸੀ ਦੇ, ਸੁਨਿਓ ਸਰੌਨ ਬੈਨੰ ਸੋ ਇਹ ਬੈਨ ਸੁਣਨ ਵਾਲੇ ਸਨ ਉਹਨਾਂ ਦੇ। ਕਹਿਣ ਲੱਗੇ ਉਹਨਾਂ ਨੂੰ ਖੁਸ਼ੀ ਹੋਈ ਇਹ ਸੁਣ ਕਰਕੇ ਕਿ ਉਹ ਵੀ ਕੋਈ ਐਸਾ ਜਿਹੜਾ ਹੈ ਕੋਈ ਸੰਤ ਆਇਆ ਹੈ ਜਿਹੜਾ ਸਾਡੀਆਂ ਇੱਛਾ ਨੂੰ ਪੂਰੀਆਂ ਕਰਨ ਵਾਲਾ ਹੈ, ਤੇ ਜੋ ਇੱਛਾ ਹੈ ਉਹੀ ਦੇਣ ਵਾਲਾ ਹੈ। ਜਿਹੜਾ ਹੁਤੇ ਦੀਨ ਜੋਨੰ ਕਹਿਣਗੇ ਜੋ ਸਭ ਕੁਝ ਦੇਣ ਵਾਲਾ ਹੈ। ਗਏ ਤਾਹੇ ਧਾਈ ਉਹ ਲੋਕ ਸਾਰੇ ਇਕੱਠੇ ਹੋ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕੋਲ ਚਲੇ ਗਏ। ਪਿੰਡ ਦੇ ਲੋਕ ਬਿਰਾਜੈ ਜੇ ਜਾਹੀ ਜਿੱਥੇ ਗੁਰੂ ਨਾਨਕ ਸਾਹਿਬ ਜੀ ਬੈਠੇ ਸਨ। ਦੋਹਰਾ ਜੋ ਜੋ ਜਚ ਹੈ ਆਏ ਨਰ ਸੋ ਸੋ ਦੇਹ ਬਤਾਏ। ਜੋ ਵੀ ਉਹਨਾਂ ਨੂੰ ਜਿਹੜੇ ਹਨ ਇੱਛਾ ਸੀ ਲੋਕਾਂ ਨੂੰ, ਜਿਹੜੀ ਵੀ ਇੱਛਾ ਨੂੰ ਲੈ ਕੇ ਉਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕੋਲ ਆਏ, ਮਹਾਰਾਜ ਨੇ ਉਹੀ ਉਹਨਾਂ ਦੀ ਇੱਛਾ ਜਿਹੜੀ ਤੁਰੰਤ ਪੂਰੀ ਕਰ ਦਿੱਤੀ ਬਿਨਾਂ ਸ਼ਰਤ ਤੋਂ। ਦੇਖੋ ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇੱਕ ਨਿਸ਼ਾਨੀ ਹੈ। ਸੋ ਦੇਹ ਬਤਾਏ, ਮਹਾਰਾਜ ਨੇ ਉਹੀ ਜਿਹੜੀਆਂ ਦਾਤਾਂ ਉਹਨਾਂ ਨੂੰ ਦੱਸ ਦਿੱਤੀਆਂ ਵੀ ਤੁਹਾਨੂੰ ਕਿੱਥੋਂ ਮਿਲਣੀਆਂ ਹਨ, ਤੇ ਜਿੱਥੋਂ ਦਸੀਆਂ ਉੱਥੋਂ ਹੀ ਉਹਨਾਂ ਨੂੰ ਮਿਲੀਆਂ। ਦੇਖੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਵਿੱਚ ਇਹ ਸ਼ਕਤੀ ਹੈ, ਮਹਾਰਾਜ ਜੋ ਕੁਝ ਦਿੰਦੇ ਹਨ ਕੋਈ ਸ਼ਰਤ ਕੋਈ ਕੰਡੀਸ਼ਨ ਨਹੀਂ ਰੱਖਦੇ। ਦੇਖੋ ਬਾਕੀ ਦੇ ਜਿੰਨੇ ਵੀ ਜਿਹੜੇ ਹਨ ਸੰਸਾਰ ਵਿੱਚ ਹੋਏ ਹਨ, ਜੇ ਕੁਝ ਦਿੱਤਾ ਵੀ ਹਾਂ ਤਾਂ ਕੋਈ ਸ਼ਰਤ ਨਾਲ ਦਿੱਤਾ ਹੈ। ਉਹਨਾਂ ਦੇ ਕੰਡੀਸ਼ਨ ਪ੍ਰੀ ਰਿਕੁਇਜ਼ਿਟ ਹੁੰਦੀਆਂ ਹਨ, ਜਿਹਨਾਂ ਕੰਡੀਸ਼ਨਸ ਹੁੰਦੀਆਂ ਹਨ ਵੀ ਤੁਸੀਂ ਇਹ ਕਰੋਗੇ ਤਾਂ ਤੁਹਾਨੂੰ ਇਹ ਮਿਲੇਗਾ, ਜੇ ਇਹ ਮਿਲਿਆ ਤੁਹਾਨੂੰ ਇਹ ਕਰਨਾ ਪਵੇਗਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਦਾਤਾਂ ਜਿਹੜੀਆਂ ਹਨ ਉਹ ਅਨਕੰਡੀਸ਼ਨਲ ਹਨ। ਕਿਹ ਸਥਾਨ ਕਿਹ ਤਰ ਤਰੇ ਜਾਏ ਤਹਾਂ ਤੇ ਪਾਏ। ਪਰ ਮਹਾਰਾਜ ਨੇ ਖੇਡ ਐਸੀ ਵਰਤਾਈ ਕਿ ਸਾਰਿਆਂ ਦੇ ਵਾਸਤੇ ਇੱਕ ਇੱਕ ਦਰਖਤ ਦੇ ਥੱਲੇ ਮਹਾਰਾਜ ਨੇ ਕਿਹਾ ਕਿ ਭਾਈ ਤੂੰ ਉਹ ਦਰਖਤ ਦੇ ਥੱਲੇ ਚਲਿਆ ਜਾ, ਤੂੰ ਉਹ ਦਰਖਤ ਦੇ ਥੱਲੇ ਚਲਿਆ ਜਾ। ਅੱਡ ਜਿਹੜਾ ਹਨ ਜਿਹੜੇ ਪੁਰਸ਼ ਆਏ ਸਨ, ਨਾਰੀਆਂ ਆਈਆਂ ਸਨ, ਉਹਨਾਂ ਨੂੰ ਅੱਡ ਬਿਰਛ ਦੇ ਥੱਲੇ ਭੇਜਿਆ ਕਿ ਤੁਹਾਡੀਆਂ ਜਿਹੜੀਆਂ ਦਾਤਾਂ ਤੁਹਾਨੂੰ ਚਾਹੀਦੀਆਂ ਹਨ ਉਹ ਦਰਖਤ ਦੇ ਥੱਲੇ ਹਨ। ਸੋ ਇਸੇ ਕਰਕੇ ਉੱਥੇ ਸਾਰਿਆਂ ਨੂੰ ਅੱਡ ਦਰਖਤਾਂ ਦੇ ਥੱਲੇ ਭੇਜ ਦਿੱਤਾ। ਰਸਾਵਲ ਛੰਦ ਜਸੰਗ ਦੇਸ ਫੈਲਾ। ਸੋ ਇਉਂ ਕਰਕੇ ਜਸੰਗ ਮਹਾਰਾਜ ਦਾ ਜਸ ਜਿਹੜਾ ਹੈ ਸਾਰੇ ਹੀ ਦੇਸ਼ ਦੇ ਵਿੱਚ ਫੈਲ ਗਿਆ ਵੀ ਐਸਾ ਸੰਤ ਆਇਆ ਹੈ ਜੋ ਇੱਛਾ ਪੂਰੀ ਕਰਨ ਵਾਸਤੇ ਕੋਈ ਦੇਰੀ ਕੋਈ ਸਮਾਂ ਨਹੀਂ ਲਾਉਂਦਾ। ਅਮੰਕੰ ਕਟੈਲਾ। ਅਮੰਕੰ ਕਟੇਲਾ ਕਹਿਣ ਲੱਗੇ ਜੋ ਪਾਪਾਂ ਨੂੰ ਕੱਟਣ ਵਾਲਾ ਹੈ, ਜੋ ਸਾਰੇ ਉਗਰ ਪਾਪ ਜਿਹੜੇ ਕੋਈ ਵੀ ਨਹੀਂ ਕੱਟ ਸਕਦਾ, ਕੋਈ ਵੀ ਨਹੀਂ ਬਖਸ਼ਿਸ਼ ਕਰ ਸਕਦਾ। ਦੇਖੋ ਨਾ, ਜੇ ਆਪਾਂ ਪਾਪ ਕਰਦੇ ਹਾਂ ਉਹ ਪਾਪ ਉਦੋਂ ਤੱਕ ਪਾਪ ਨੇ ਜਦੋਂ ਤੱਕ ਉਹਨਾਂ ਨੂੰ ਕੋਈ ਫੋਰਗਿਵ ਕਰਨ ਵਾਲਾ ਨਾ ਹੋਵੇ, ਉਹਨਾਂ ਨੂੰ ਕੋਈ ਮੁਆਫ ਕਰਨ ਵਾਲਾ ਨਾ ਹੋਵੇ। ਤੇ ਮੁਆਫ ਤਾਂ ਉਹੀ ਕਰੇਗਾ ਨਾ ਜੋ ਉਹ ਪਾਪ ਨਾਲੋਂ ਕਿਤੇ ਵੱਡਾ ਹੈ, ਜੋ ਉਹ ਪਾਪ ਨੂੰ ਛੋਟਾ ਕਰਕੇ ਜਾਂ ਉਹ ਪਾਪ ਨੂੰ ਆਪਣੇ ਤੇ ਤਰਸ ਕਰਕੇ ਉਹ ਕੱਟਣ ਦੀ ਸਮਰੱਥਾ ਰੱਖਦਾ ਹੋਵੇ। ਸੋ ਜਿਹੜੇ ਪਾਪ ਕੱਟਣੇ ਹੁੰਦੇ ਹਨ ਇਹ ਕੋਈ ਛੋਟੀ ਗੱਲ ਨਹੀਂ ਗੀ। ਜੇ ਕਿਸੇ ਨੂੰ ਫੋਰਗਿਵ ਕਰਨਾ ਹੈ, ਫੋਰਗਿਵ ਕਰਨ ਵਾਲਾ ਵੱਡਾ ਬਣ ਜਾਂਦਾ ਹੈ, ਉਹ ਵੱਡਾ ਹੁੰਦਾ ਹੈ, ਪਾਪ ਛੋਟਾ ਹੋ ਜਾਂਦਾ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਹਨ ਜਦੋਂ ਆਪਾਂ ਕਿਸੇ ਨੂੰ ਫੋਰਗਿਵ ਕਰਦੇ ਹਾਂ, ਜੋ ਕਿਸੇ ਨੂੰ ਆਪਾਂ ਮੁਆਫੀ ਦਿੰਦੇ ਹਾਂ, ਤਾਂ ਉਸ ਵੇਲੇ ਉਹ ਜਿਹੜਾ ਪਾਪ ਉਹ ਕਰਮ ਛੋਟਾ ਹੁੰਦਾ ਹੈ, ਫੋਰਗਿਵ ਕਰਨ ਵਾਲਾ ਵੱਡਾ ਹੋ ਜਾਂਦਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵਿੱਚ ਇਹ ਸਮਰੱਥਾ ਹੈ। ਭਾਵੇਂ ਉਹ ਪਾਪ ਹੁਣ ਦਾ ਹੈ, ਭਾਵੇਂ ਕਈ ਜਨਮਾਂ ਦਾ ਪਾਪ ਹੈ, ਪਰ ਗੁਰੂ ਨਾਨਕ ਵਿੱਚ ਐਸੀ ਸਮਰੱਥਾ ਪਾਵਰ ਹੈ ਕਿ ਇੱਕੇ ਨਿਗਾਹ ਦੇ ਵਿੱਚ ਇੱਕ ਬਚਨ ਦੇ ਨਾਲ ਹੀ ਉਹ ਤਾਰ ਦਿੰਦੇ ਹਨ, ਤੇ ਬਚਨ ਬੋਲਣ ਦੀ ਵੀ ਕੋਈ ਲੋੜ ਨਹੀਂ ਪੈਂਦੀ, ਦੇਖਣ ਕਰਕੇ ਹੀ ਤਾਰ ਦਿੰਦੇ ਹਨ। ਮਹਾ ਸੰਤ ਰੂਰਾ। ਕਹਿਣਗੇ ਮਹਾ ਸੰਤ ਰੂਰਾ। ਜਾ ਕੇ ਇਹ ਲੋਕ ਇੱਕ ਦੂਜੇ ਨੂੰ ਦੱਸਦੇ ਹਨ ਪਿੰਡ ਵਿੱਚ, ਕਹਿੰਦੇ ਐਸਾ ਮਹਾਨ ਸੰਤ ਆਇਆ ਹੈ ਜੋ ਬੜਾ ਸੁੰਦਰ ਹੈ,
ਬੜਾ ਚੰਗਾ ਹੈ, ਬੜਾ ਸ੍ਰਿਸ਼ਟ ਸਿਆਣਾ ਹੈ। ਹੋਵੇ ਬੈਨ ਪੂਰਾ, ਉਹਨਾਂ ਦਾ ਕਿਹਾ ਹੋਇਆ ਬਚਨ ਪੂਰਾ ਹੁੰਦਾ ਹੈ, ਜੋ ਵੀ ਕਹਿ ਦੇਣ ਉਹ ਪੂਰਾ ਹੀ ਹੁੰਦਾ ਹੈ। whatever he says comes to pass, ਉਹੀ ਕੁਝ ਹੁੰਦਾ, ਉਹ ਰਿਐਲਿਟੀ ਬਣਦੀ ਹੈ ਉਹਨਾਂ ਦੇ ਬਚਨਾਂ ਦੀ। ਵੱਡੋ ਦੀਨ ਦਾਨੀ, ਉਹ ਵੱਡੋ ਦੀਨ ਦਾਨੀ, ਵੱਡੋ ਉਹ ਵੱਡਾ ਇਸ ਕਰਕੇ ਹੈ ਕਿਉਂਕਿ ਗਰੀਬਾਂ ਨੂੰ ਦਾਨ ਦੇਣ ਵਾਲਾ ਹੈ, ਕਿਉਂਕਿ ਗਰੀਬਾਂ ਕੋਲ ਕੁਝ ਵਾਪਸ ਦੇਣ ਵਾਸਤੇ ਨਹੀਂ ਹੁੰਦਾ। ਇਸ ਕਰਕੇ ਜਿਹੜਾ ਗਰੀਬਾਂ ਨੂੰ ਦਾਨ ਦਿੰਦੇ ਨੇ ਉਹ ਸਭ ਤੋਂ ਵੱਡੇ ਦਾਨੀ ਨੇ, ਕਿਉਂਕਿ ਗਰੀਬਾਂ ਤੋਂ ਤੁਹਾਨੂੰ ਕੀ ਮਿਲ ਜਾਣਾ ਹੈ। ਪਰ ਅੱਜ ਕੱਲ੍ਹ ਦਾ ਸਮਾਂ ਐਸਾ ਹੈ, ਗਰੀਬਾਂ ਨੂੰ ਦੇ ਕੇ ਲੋਕ ਵਡਿਆਈ ਹਾਸਲ ਕਰਦੇ ਨੇ। ਸੋ ਇਹ ਵੀ ਹੁਣ ਗਲਤ ਹੋ ਗਿਆ। ਹੁਣ ਦੰਦੇ ਤਾਂ ਗਰੀਬਾਂ ਨੂੰ ਹੈ, ਪਰ ਦੰਦੇ ਕਿਉਂ ਨੇ? ਆਪਣੀ ਵਡਿਆਈ ਕਰਾਉਣ ਵਾਸਤੇ। ਦੇਖੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤਾਂ ਐਸੇ ਹਨ, ਦੰਦੇ ਵੀ ਹਨ ਤੇ ਲੈਂਦੇ ਵੀ ਕੁਝ ਨਹੀਂ ਹਨ। ਨਾ ਕੋ ਸਮਾਨੀ, ਉਹਨਾਂ ਵਰਗਾ ਕੋਈ ਸਮਾਨ ਨਹੀਂ, ਉਹਨਾਂ ਦੇ ਇੱਕੋ ਵਲਨ ਜਿਹੜਾ ਹੈ ਕੋਈ ਵੀ ਨਹੀਂ ਹੈਗਾ। ਸੁਣੈ ਲੋਕ ਜੋ, ਜਦੋਂ ਲੋਕਾਂ ਨੇ ਇਹ ਗੱਲਾਂ ਸੁਣੀਆਂ ਤਾਂ ਇਹ ਗੱਲ ਜਦੋਂ ਪਿੰਡ ਦੇ ਵਿੱਚ ਸਾਰੇ ਕਿਤੇ ਫੈਲ ਗਈ। ਵਿਖੈ ਧਾਏ ਸੋ, ਉਹ ਸਾਰੇ ਚੱਲ ਕਰਕੇ ਆਏ, ਜਿਹੜੇ ਪਹਿਲਾਂ ਨਹੀਂ ਆਏ ਸਨ ਉਹ ਵੀ ਆ ਗਏ ਜੀ, ਆ ਕੇ ਦਰਸ਼ਨ ਕਰਨ ਵਾਸਤੇ ਆਏ। ਜਬੈ ਜਾਏ ਹੇਰੈ, ਜਦੋਂ ਉਹਨਾਂ ਨੇ ਜਾ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ, ਕਰੈ ਚਿਤ ਚੇਰੈ, ਕਿਉਂ ਉਹ ਕਰੈ ਚਿਤ ਚੇਰੇ, ਉਹਨਾਂ ਦੇ ਮਨ ਵਿੱਚ ਇੱਛਾ ਆਈ ਕਿ ਇਹਨਾਂ ਨੂੰ ਅਸੀਂ ਆਪਣਾ ਗੁਰੂ ਬਣਾ ਲਈਏ ਤੇ ਇਹਦੇ ਅਸੀਂ ਚੇਲੇ ਬਣ ਜਾਈਏ। ਭਈ ਭੀੜ ਭਾਰੀ, ਬਹੁਤ ਭੀੜ ਹੋ ਗਈ ਉਸ ਵੇਲੇ ਲੋਕਾਂ ਦੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਆਲੇ ਦੁਆਲੇ। ਨਮੋ ਕਹਿ ਨਿਹਾਰੀ, ਨਮੋ ਕਹਿ ਨਿਹਾਰੀ, ਮਹਾਰਾਜ ਦੇ ਕਈ ਦਰਸ਼ਨ ਕਰਦੇ ਹਨ, ਕਈ ਮੁੜ ਕੇ ਆ ਕੇ ਮਹਾਰਾਜ ਦੇ ਅੱਗੇ ਮੱਥਾ ਟੇਕਦੇ ਹਨ। ਕਰੰ ਜੋਰ ਦੋ, ਕਰੰ ਜੋਰ ਕਹਿੰਦੇ ਹੱਥ ਦੋਵੇਂ ਜੋੜ ਕਰਕੇ ਸਤਿਗੁਰਾਂ ਨੂੰ ਬੇਨਤੀਆਂ ਕਰਦੇ ਹਨ। ਭਨੇ ਬੈਨ ਸੋ, ਤੇ ਭਨੇ ਬੈਨ ਆਪਣੇ ਜਿਹੜੇ ਹਨ ਮੂੰਹ ਤੋਂ ਐਸੇ ਬਚਨ ਕਰਦੇ ਹਨ ਬੇਨਤੀ ਵਾਲੇ। ਨਿਜੰ ਜੋ ਪਦੇਸਾ, ਕਹਿਣਗੇ ਮਹਾਰਾਜ ਆਪਣਾ ਉਪਦੇਸ਼ ਸਾਨੂੰ ਦਿਓ, ਸਰਮਨ ਸਾਨੂੰ ਬਖਸ਼ਿਸ਼ ਕਰੋ, ਤੁਸੀਂ ਸਾਨੂੰ ਕੋਈ ਉਪਦੇਸ਼ ਦਿਓ ਜਿਹਦੇ ਕਰਕੇ ਅਸੀਂ ਉਹਨੂੰ ਕਮਾਉਣਾ ਕਰੀਏ ਤੇ ਆਪਣੇ ਜੀਵਨ ਨੂੰ ਸਫਲ ਕਰੀਏ, ਜਿਹਦੇ ਕਰਕੇ ਸਾਰੇ ਜਿਹੜੇ ਦੁੱਖ ਹਨ ਸਾਡੇ ਉਹ ਮੁੱਕ ਜਾਣ, ਉਹ ਜਿਹੜੇ ਹਨ ਖਤਮ ਹੋ ਜਾਣ। ਕਰੋ ਸ਼ਾਂਤ ਬੇਸਾ, ਸੋ ਕਰੋ ਸ਼ਾਂਤ ਬੈਸਾ, ਕਹਿਣਗੇ ਹੇ ਸ਼ਾਂਤੀ ਸਰੂਪ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਐਸੀ ਕਿਰਪਾ ਸਾਡੇ ਤੇ ਕਰ ਦੋ, ਸਾਨੂੰ ਉਪਦੇਸ਼ ਬਖਸ਼ਿਸ਼ ਕਰ ਦੋ। ਦੋਹਰਾ ਹੇਰਤ ਹੀ ਔਰ ਬਿਮਲ ਹੋਏ ਗੁਰ ਦਰਸ਼ਨ ਪ੍ਰਤਾਪ। ਸੋ ਉਸ ਦੇਖਦਿਆਂ ਸਾਰ ਹੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਉਹਨਾਂ ਦਾ ਜਿਹੜਾ ਹਿਰਦਾ ਸੁੱਧ ਹੋ ਗਿਆ। ਇਹੀ ਨਿਸ਼ਾਨੀ ਹੈ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਦੀ, ਜਿਹਨੂੰ ਇੱਕ ਵਾਰ ਦੇਖਦਿਆਂ ਹੋਇਆਂ ਹੀ ਹਿਰਦਾ ਸੁੱਧ ਹੋ ਜਾਵੇ। ਹਿਰਦਾ ਸੁੱਧ ਕੀ ਹੁੰਦਾ ਹੈ? ਜਿਹਦੇ ਵਿੱਚ ਕੋਈ ਭੈੜੀ ਜਿਹੜੀ ਹੈ ਕਾਮਨਾ ਨਹੀਂ ਰਹਿ ਜਾਂਦੀ, ਜਿਹਦੇ ਵਿੱਚ ਵਿਸ਼ੇ ਵਿਕਾਰਾਂ ਦਾ ਪ੍ਰੇਮ ਨਹੀਂ ਰਹਿ ਜਾਂਦਾ, ਜਿਹਦੇ ਅੰਦਰ ਜਿਹੜਾ ਹਿਰਦਾ ਸ਼ੁੱਧ ਉਹ ਹੁੰਦਾ ਹੈ ਜਿਸ ਹਿਰਦੇ ਨੂੰ ਇੱਕ ਸ਼ੀਸ਼ਾ ਬਣਾ ਕੇ ਆਪਣੇ ਆਤਮਾ ਸਰੂਪ ਨੂੰ ਦੇਖਿਆ ਜਾਂਦਾ ਹੈ, ਜਿਹਦੇ ਕਰਕੇ ਪਰਮੇਸ਼ਰ ਹਰ ਇੱਕ ਜੀਵ ਦੇ ਵਿੱਚ ਦੇਖਿਆ ਜਾਂਦਾ ਹੈ। ਉਹਨੂੰ ਕਹਿੰਦੇ ਸ਼ੁੱਧ ਮਨ। ਉਹਨਾਂ ਦਾ ਹਿਰਦਾ ਸ਼ੁੱਧ ਹੋ ਗਿਆ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਕੇ, ਤੇ ਉਹਨਾਂ ਦੀ ਗਲੋਰੀ ਨੂੰ ਦੇਖ ਕਰਕੇ, ਉਹਨਾਂ ਦੇ ਪ੍ਰਤਾਪ ਨੂੰ ਦੇਖ ਕਰਕੇ ਮਨ ਦਰਵ ਗਿਆ ਤੇ ਉਹ ਆਪਣੇ ਆਪ ਤੋਂ ਨਿਸ਼ਾਵਰ ਹੋ ਗਏ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੋਂ। ਨਿਮਰ ਭਏ ਉਪਦੇਸ਼ ਲੈ ਚਹਿਤ ਨਿਕੰਦਨ ਪਾਪ। ਨਿਮਰਤਾ ਵਿੱਚ ਆ ਗਏ ਸਤਿਗੁਰਾਂ ਦਾ ਉਪਦੇਸ਼ ਲੈ ਕਰਕੇ ਤੇ ਚਾਹੁੰਦੇ ਹਨ ਕਿ ਸਤਿਗੁਰੂ ਜੀ ਸਾਡੇ ਸਾਰੀ ਪਾਪ ਕੱਟ ਦੇਣ। ਹੁਣ ਪਾਪ ਕੱਟਣੇ ਇਸ ਕਰਕੇ ਹਨ ਕਿ ਜਿਹਦੇ ਕਰਕੇ ਉਹ ਪਾਪ ਦੁੱਖ ਰੂਪ ਕਰਕੇ ਮੁੜ ਕੇ ਸਾਹਮਣੇ ਨਾ ਆਉਣ, ਜਿਹਦੇ ਕਰਕੇ ਅਗਲਾ ਜਨਮ ਵੀ ਨਾ ਹੋਵੇ ਟੇਡੀਆਂ ਜੁਨਾ ਵਾਲਾ, ਉਹ ਪਾਪਾਂ ਦੇ ਕਰਕੇ। ਸੋ ਇਸ ਕਰਕੇ ਪਾਪ ਕੱਟਣੇ ਬਹੁਤ ਜ਼ਰੂਰੀ ਹਨ, ਕਿਉਂਕਿ ਪਾਪ ਹੀ ਦੁੱਖ ਦਾ ਕਾਰਨ ਹੈ। ਰਸਾਵਲ ਛੰਦ ਸੁਣੀ ਦੀਨਤਾਈ, ਜਦੋਂ ਮਹਾਰਾਜ ਨੇ ਉਹਨਾਂ ਦੀ ਦੀਨਤਾਈ ਸੁਣੀ, ਉਹਨਾਂ ਦੀ ਗਰੀਬਪਣਾ ਸੁਣਿਆ, ਜਦੋਂ ਉਹਨਾਂ ਦੀ ਜਿਹੜੀ ਹੈ ਇਹ ਬੇਬਸ ਵਾਲੀ ਬੇਨਤੀ ਸੁਣੀ ਕਿ ਪਾਤਸ਼ਾਹ ਜੀ ਸਾਨੂੰ ਬਖਸ਼ ਲਓ ਹੁਣ, ਦਇਆ ਹੇਰ ਆਈ। ਮਹਾਰਾਜ ਦੇ ਹਿਰਦੇ ਵਿੱਚ ਦਇਆ ਆ ਗਈ ਉਹਨਾਂ ਦੀ ਹਾਲਾਤ ਨੂੰ ਦੇਖ ਕੇ, ਉਹਨਾਂ ਦੇ ਹੰਬਲਨੈਸ, ਉਹਨਾਂ ਦੀ ਨਿਮਰਤਾ ਨੂੰ ਦੇਖ ਕਰਕੇ। ਦਲੰਗ ਕੰਜ ਨੈਣਾ ਕਵਲ ਵਰਗੀਆਂ ਮਹਾਰਾਜ ਦੀਆਂ ਨੇਤਰ ਹਨ। ਕਵਲ ਵਰਗੇ, ਕਵਲ ਦੇ ਪੱਤੀਆਂ ਵਰਗੀਆਂ ਮਹਾਰਾਜ ਦੇ ਕਵਲ ਵਰਗੇ ਨੇਤਰ ਹਨ, ਜੋ ਬੜੇ ਸੁੰਦਰ ਹਨ। ਭਨੇ ਸਾਰ ਬੈਣਾ ਮਹਾਰਾਜ ਨੇ ਆਪਣੇ ਮੁਖਾਰ ਬਿੰਦ ਤੋਂ ਐਸੇ ਬਚਨ ਕੀਤੇ। ਕਰੋ ਸੰਤ ਸੇਵਾ, ਕਹਿੰਦੇ ਮਹਾਰਾਜ ਨੇ ਦੇਖੋ ਉਪਦੇਸ਼ ਕੀ ਦਿੱਤਾ। ਕਹਿੰਦੇ ਜੇ ਐਸਾ ਤੁਹਾਨੂੰ ਚਾਹੀਦਾ ਹੈ,
ਜੇ ਤੁਸੀਂ ਚਾਹੁੰਦੇ ਹੋ ਤੁਹਾਡੇ ਪਾਪ ਮਿਟ ਜਾਣ, ਤੁਹਾਡੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਵਸੇ ਜਿਹਦੇ ਕਰਕੇ ਮੁਕਤੀ ਹੁੰਦੀ ਹੈ, ਤਾਂ ਤੁਸੀਂ ਐਸਾ ਕਰੋ ਕਿ ਕਰੋ ਸੰਤ ਸੇਵਾ, ਸੰਤਾਂ ਮਹਾਪੁਰਸ਼ਾਂ ਦੀ ਸੇਵਾ ਕਰੋ। ਜਪੋ ਨਾਮ ਦੇਵਾ, ਜਪੋ ਨਾਮ ਦੇਵਾ, ਉਸ ਪੂਜਨੀਕ ਪਰਮਾਤਮਾ ਦਾ ਤੁਸੀਂ ਨਾਮ ਜਪਣਾ ਕਰੋ ਵਾਹਿਗੁਰੂ। ਹਿਰਦੇ ਭਾਉ ਧਾਰੋ, ਤੇ ਆਪਣੇ ਹਿਰਦੇ ਵਿੱਚ ਤੁਸੀਂ ਪ੍ਰੇਮ ਧਾਰਨਾ ਕਰੋ ਪਰਮਾਤਮਾ ਦਾ। ਵਿਕਾਰੰ ਨਿਵਾਰੋ, ਤੇ ਵਿਕਾਰਾਂ ਨੂੰ ਨਿਵਾਰ ਕਰੋ ਜੋ ਕਿ ਵਿਸ਼ੇ ਵਿਕਾਰ ਹਨ, ਜੋ ਵਾਇਸਸ ਕਰਨ ਦੀ ਜੋ ਇੱਛਾ ਜਾਗਦੀ ਹੈ, ਇਸ ਨੂੰ ਦੂਰ ਕਰ ਦਿਓ ਆਪਣੇ ਮਨ ਦੇ ਵਿੱਚੋਂ। ਸੋ ਵਿਸ਼ੇ ਵਿਕਾਰਾਂ ਨੂੰ ਕੱਟ ਕਰਕੇ ਪਰਮੇਸ਼ਰ ਨਾਲ ਪ੍ਰੇਮ ਵਧਾਓ। ਚਿਤੰ ਕਾਲ ਕੀਜੈ, ਚਿਤੰ ਕਾਲ ਕੀਜੈ, ਕਹਿੰਦੇ ਚੇਤੇ ਕਰੋ ਆਪਣੀ ਮੌਤ ਨੂੰ। ਹਰ ਵੇਲੇ ਵੀ ਇੱਕ ਦਿਨ ਅਸੀਂ ਮਰ ਜਾਣਾ ਹੈ, ਅਸੀਂ ਹਮੇਸ਼ਾ ਰਹਿਣਾ ਨਹੀਂ ਸੰਸਾਰ ਵਿੱਚ। ਤਿਨ ਦੇਹ ਛੀਜੈ, ਤੇ ਇਹ ਦੇਹ ਜਿਹੜੀ ਹੈ ਦਿਨੋਂ ਦਿਨ ਇਹ ਜਿਹੜੀ ਹੈ ਘਟਦੀ ਜਾ ਰਹੀ ਹੈ, ਖੀਨ ਹੋ ਰਹੀ ਹੈ, ਮੁੱਕਦੀ ਜਾ ਰਹੀ ਹੈ। ਇਹ ਜਿਹੜੀ ਦੇਹ ਹੈ ਮੌਤ ਵੱਲ ਵੱਧਦੀ ਜਾ ਰਹੀ ਹੈ, ਜੀਵਨ ਤੋਂ ਟੁੱਟਦੀ ਜਾ ਰਹੀ ਹੈ। ਪਦੰ ਕੰਗ ਪਖਾਰੇ, ਇਸ ਕਰਕੇ ਚਰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਸਿੱਖੀ ਉਹਨਾਂ ਨੂੰ ਪ੍ਰਦਾਨ ਕਰਨ ਵਾਸਤੇ ਪਦੰ ਕੰਗ ਪਖਾਰੇ, ਸਤਿਗੁਰਾਂ ਨੇ ਆਪਣੇ ਚਰਨ ਜਿਹੜੇ ਹਨ ਜਲ ਵਿੱਚ ਪਾਉਣਾ ਕੀਤੇ, ਧੋਣੇ ਕੀਤੇ। ਸੁਖੰ ਦੇਨ ਵਾਰੇ, ਉਹਨਾਂ ਨੂੰ ਚਰਨਾ ਮਿਰਤ ਦੇਣ ਵਾਸਤੇ, ਸਿੱਖ ਬਣਨ ਦਾ ਜਿਹੜਾ ਹਨ ਇਹ ਮਾਣ ਉਹਨਾਂ ਨੂੰ ਦੇਣ ਵਾਸਤੇ, ਉਹਨਾਂ ਨੂੰ ਸਿੱਖ ਬਣਾਉਣ ਵਾਸਤੇ ਸਤਿਗੁਰਾਂ ਨੇ ਆਪਣੇ ਚਰਨ ਪਾਣੀ ਵਿੱਚ ਧੋ ਕੇ ਲਏ ਹੱਥ ਬਾਲਾ। ਮਹਾਰਾਜ ਨੇ ਉਹ ਜਿਹੜਾ ਬਾਟਾ ਸੀਗਾ ਭਾਈ ਬਾਲੇ ਨੂੰ ਇਸ਼ਾਰਾ ਕੀਤਾ, ਭਾਈ ਬਾਲੇ ਨੇ ਉਹ ਬਾਟੇ ਦੇ ਵਿੱਚੋਂ ਪਾਣੀ ਜਿਹੜਾ ਜਲ ਹੈ, ਜਿਹੜਾ ਚਰਨਾ ਮਿਰਤ ਹੈ, ਜੋ ਅੰਮ੍ਰਿਤ ਹੈ, ਉਹ ਆਪਣੀ ਬੁੱਕ ਵਿੱਚ ਭਰ ਭਰ ਕੇ ਉਹ ਜਿਹੜੇ ਹਨ ਜਗਿਆਸੂ ਰੂਪ ਹੋ ਕੇ ਆਏ ਸਨ ਪਿੰਡ ਦੇ ਲੋਕ, ਉਹਨਾਂ ਨੂੰ ਜਾ ਕੇ ਅੰਮ੍ਰਿਤ ਛਕਾਇਆ ਸਿੱਖ ਬਣਾਉਣ ਵਾਸਤੇ। ਦਏ ਕਹਿ ਨਿਹਾਲਾ, ਉਹਨਾਂ ਨੂੰ ਨਿਹਾਲ ਕੀਤਾ। ਜਿਨ੍ਹਾਂ ਨੇ ਵੀ ਸਤਿਗੁਰਾਂ ਦਾ ਚਰਨਾ ਮਿਰਤ ਛਕਣਾ ਕੀਤਾ ਉਹ ਨਿਹਾਲ ਹੋ ਗਏ। ਉਸੇ ਵੇਲੇ ਉਹਨਾਂ ਦੇ ਪਾਪ ਮਿਟ ਗਏ, ਉਹਨਾਂ ਨੂੰ ਆਪਣਾ ਸਰੀਰ ਬੜਾ ਹਲਕਾ ਹਲਕਾ ਜਿਹਾ ਲੱਗਣ ਲੱਗਿਆ ਤੇ ਉਹਨਾਂ ਨੂੰ ਜਿਹੜਾ ਹੈ ਪਰਮੇਸ਼ਰ ਦਾ ਨਾਮ ਆਪ ਮੁਹਾਰੇ ਉਹਨਾਂ ਦੇ ਅੰਦਰ ਵਸ ਗਿਆ ਆ ਕੇ ਹਿਰਦੇ ਵਿੱਚ। ਇਸ ਪ੍ਰਕਾਰ ਕਰਕੇ ਉਹ ਨਿਹਾਲ ਹੋ ਗਏ। ਭਏ ਸਿੱਖ ਸੋ, ਉਹ ਸਾਰੇ ਸਿੱਖ ਬਣ ਗਏ ਸਤਿਗੁਰਾਂ ਦਾ ਚਰਨਾ ਮਿਰਤ ਲੈ ਕਰਕੇ। ਵੱਡੇ ਭਾਗ ਜੋ, ਜਿਨ੍ਹਾਂ ਦੇ ਵੱਡੇ ਭਾਗ ਜਾਗੇ, ਜਿਨ੍ਹਾਂ ਨੂੰ ਪੂਰਾ ਸਤਿਗੁਰੂ ਮਿਲ ਗਿਆ। ਕਿਉਂਕਿ ਜੀਵਨ ਦਾ ਲਕਸ਼ ਇਹੀ ਹੈ। ਜੀਵਨ ਆਪਾਂ ਨੂੰ ਕਿਉਂ ਮਿਲਿਆ? ਆਪਾਂ ਗੁਰੂ ਦੀ ਪ੍ਰਾਪਤੀ ਵਾਸਤੇ। ਜਿਨ੍ਹਾਂ ਨੂੰ ਗੁਰੂ ਨਾਨਕ ਵਰਗਾ ਗੁਰੂ ਪ੍ਰਾਪਤ ਹੋ ਜਾਵੇ, ਉਹਨਾਂ ਨੂੰ ਆਪਣੇ ਜੀਵਨ ਦਾ ਲਕਸ਼, ਆਪਣੇ ਜੀਵਨ ਦਾ ਡੈਸਟੀਨੇਸ਼ਨ, ਆਪਣੇ ਜੀਵਨ ਦਾ ਗੋਲ ਪ੍ਰਾਪਤ ਹੋ ਜਾਂਦਾ ਹੈ। ਉਹਨਾਂ ਨੂੰ ਹੁਣ ਹੋਰ ਕੋਈ ਚੀਜ਼ ਦੀ ਲੋੜ ਨਹੀਂ ਰਹਿੰਦੀ, ਜਿਨ੍ਹਾਂ ਨੂੰ ਗੁਰੂ ਨਾਨਕ ਵਰਗਾ ਗੁਰੂ ਮਿਲ ਜਾਂਦਾ ਹੈ। ਕਿਉਂਕਿ ਗੁਰੂ ਹੀ ਹੈ ਜੋ ਆਪਾਂ ਨੂੰ ਆਪਣੇ ਸਰੂਪ ਵਿੱਚ ਮਿਲਾ ਦਿੰਦਾ ਹੈ, ਜੋ ਆਪਣੇ ਪਾਪ ਕੱਟਣ ਨੂੰ ਸਮਰੱਥ ਹੈ, ਜਿਹਦੇ ਕੋਲ ਇਹ ਪਾਵਰ ਹੈ ਜਿਹੜਾ ਆਪਣੇ ਪਾਪਾਂ ਨੂੰ ਕੱਟ ਸਕਦਾ ਹੈ, ਜੋ ਆਪਣੇ ਦੁੱਖਾਂ ਨੂੰ ਮੇਟ ਕਰਕੇ ਆਪਾਂ ਨੂੰ ਪਰਮਾਤਮਾ ਦਾ ਸੁੱਖ ਦੇ ਸਕਦਾ ਹੈ, ਪਰਮਾਤਮਾ ਦੇ ਨਾਮ ਦੀ ਬਖਸ਼ਿਸ਼ ਕਰ ਸਕਦਾ ਹੈ। ਤੋਟਕ ਛੰਦ ਤਿਸ ਦੇਸ ਨਰੇਸ ਸੁਨਿਓ ਸ਼ਰਵਣੰ। ਜਦੋਂ ਐਸਾ ਜਿਹੜਾ ਸਤਿਗੁਰਾਂ ਦੀ ਬਖਸ਼ਿਸ਼ ਉਹਨਾਂ ਨੇ ਜਿਹੜਾ ਹੈ ਲੋਕਾਂ ਦੇ ਵਿੱਚ ਇਹ ਸਾਰੀ ਜਿਹੜੀ ਗੱਲਬਾਤ ਹੋ ਰਹੀ ਹੈ, ਜਿਹੜਾ ਹੈ ਸਾਰੇ ਹੀ ਜਿਹੜੇ ਨਗਰ ਦੇ ਲੋਕ, ਪਿੰਡ ਦੇ ਲੋਕ ਚਰਨਾ ਮਿਰਤ ਛਕ ਕੇ ਸਿੱਖ ਬਣ ਗਏ, ਤਾਂ ਉਸ ਵੇਲੇ ਉਸ ਰਾਜੇ ਨੂੰ ਵੀ ਪਤਾ ਲੱਗ ਗਿਆ। ਜੋ ਉਹ ਨਗਰ ਦਾ ਰਾਜਾ ਸੀ, ਜਦੋਂ ਉਹਨੂੰ ਪਤਾ ਲੱਗਿਆ ਵੀ ਮੇਰੇ ਜਿਹੜੇ ਹਨ ਨਗਰ ਤੋਂ ਬਾਹਰ ਇੱਕ ਪੂਰਨ ਸੰਤ ਆਇਆ ਹੋਇਆ ਹੈ, ਤਾਂ ਉਹ ਉਸ ਵੇਲੇ ਸਤ ਸੰਤ ਸਰੂਪ ਅਯੋ ਰਵਨੰ, ਉਹਨੂੰ ਇਹ ਗੱਲ ਦਾ ਜਿਹੜਾ ਹਨ ਪਤਾ ਲੱਗਿਆ ਕਿ ਇੱਕ ਸਤ ਸਰੂਪ ਪਰਮਾਤਮਾ ਦਾ ਆਪਣੇ ਹੀ ਸਰੂਪ ਵਾਲਾ ਸੰਤ ਜਿਹੜਾ ਹੈ ਉਹ ਆਇਆ ਹੈ ਸੁੰਦਰ। ਗਤ ਦਾ ਬਲਵਾਨ ਵਿਸਾਲ ਕਲਾ, ਗਤ ਦਾ ਕਹਿਣ ਲੱਗੇ ਗਤ ਦੇਣ ਨੂੰ ਸਮਰੱਥ, ਜੋ ਵੱਡਾ ਹੈ, ਜੋ ਮੁਕਤੀ ਨੂੰ ਦੇਣ ਵਾਲਾ ਹੈ, ਜੋ ਤਕੜਾ ਹੈ, ਪਾਪਾਂ ਨੂੰ ਕੱਟਣ ਵਾਲਾ ਹੈ, ਜੋ ਕਿ ਉਹ ਜਿਹੜਾ ਹੈ ਬਲਵਾਨ ਇਸ ਕਰਕੇ ਹੈ ਜਿਹਦੇ ਦੇਖਿਆ ਮੌਤ ਵੀ ਭੱਜ ਜਾਂਦੀ ਹੈ, ਜਿਹਦੇ ਕਰਕੇ ਮੌਤ ਨਹੀਂ ਹੁੰਦੀ। ਇਸ ਕਰਕੇ ਤਾਂ ਅੰਮ੍ਰਿਤ ਛਕੀਦਾ, ਜਿਹਦੇ ਕਰਕੇ ਮੌਤ ਹੀ ਨਾ ਆਵੇ, ਮੌਤ ਹੀ ਖਤਮ ਹੋ ਜਾਂਦੀ ਹੈ, ਜੋ ਸਭ ਤੋਂ ਵੱਡੀ ਬਲਾ ਹੈ ਇਹ ਜੀਵਨ ਦੀ, ਕਿਉਂਕਿ ਜੀਵਨ ਨੂੰ ਖਤਮ ਕਰਦੀ ਹੈ ਮੌਤ। ਸੋ ਮੌਤ ਐਂਡ ਹੈ ਜੀਵਨ ਦਾ। ਸੋ ਇਹ ਮੌਤ ਹੀ ਹੈ ਜਿਹੜੀ ਵੱਡੀ ਬਲਾ ਹੈ। ਜਿਹੜਾ ਜੀਵਨ ਆਪਾਂ ਨੂੰ ਬੜਾ ਪਿਆਰਾ ਹੈ, ਜਿਹੜਾ ਜੀਵਨ ਕਰਕੇ ਆਪਾਂ
ਕਿੰਨੇ ਹੀ ਕਰਮ ਕਰਦੇ ਹਾਂ, ਆਪਣੇ ਸਰੀਰ ਦੀ ਸੰਭਾਲਤਾ ਕਰਦੇ ਹਾਂ, ਕਿੰਨੇ ਕਾਰਜ ਕਰਦੇ ਹਾਂ ਆਪਣੇ ਜੀਵਨ ਵਾਸਤੇ, ਪਰ ਜੇ ਜੀਵਨ ਦਾ ਐਂਡ ਆ ਜਾਵੇ ਤਾਂ ਜੀਵਨ ਦਾ ਖਾਤਮਾ ਦੇ ਵਿੱਚ ਹੀ ਸਭ ਕੁਝ ਖਤਮ ਹੋ ਜਾਂਦਾ ਹੈ ਜੋ ਵੀ ਜੀਵਨ ਵਿੱਚ ਬਣਿਆ ਹੁੰਦਾ ਹੈ। ਇਸ ਕਰਕੇ ਮੌਤ ਇੱਕ ਬਲਾ ਹੈ। ਸੋ ਇਹ ਬਲਾ ਨੂੰ ਦੂਰ ਕਰਨ ਵਾਸਤੇ ਗੁਰੂ ਨਾਨਕ ਹੀ ਇੱਕ ਗੁਰੂ ਹੈ ਜਿਹੜਾ ਇਹ ਮੌਤ ਨੂੰ ਦੂਰ ਕਰ ਦਿੰਦਾ ਹੈ। ਅਵਲੋਕਤ ਲੋਚਨ ਹੋਤ ਭਲਾ। ਕਹਿਣਗੇ ਅਵਲੋਕਤ ਐਸਾ ਗੁਰੂ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ। ਇਹ ਰਾਜੇ ਨੂੰ ਲੋਕ ਦੱਸ ਰਹੇ ਹਨ ਜਿਨ੍ਹਾਂ ਨੂੰ ਦੇਖਦਿਆਂ ਸਾਰ ਹੀ ਹੋਤ ਭਲਾ, ਭਲਾ ਹੋ ਜਾਂਦਾ ਹੈ, ਆਪਣੇ ਆਪ ਭਲਾ ਹੋ ਜਾਂਦਾ ਹੈ। ਜਿਹੜਾ ਹੈ ਉਹਨਾਂ ਨੂੰ ਦੇਖਦਿਆਂ ਸਾਰ ਹੀ ਜਿਹੜਾ ਹੈ ਜੀਵਨ ਜਿਹੜਾ ਹੈ ਸਫਲ ਹੋ ਜਾਂਦਾ ਹੈ। ਐਸਾ ਜਿਹੜਾ ਉਹਨਾਂ ਤੋਂ ਦਾਤ ਪ੍ਰਾਪਤ ਹੁੰਦੀ ਹੈ। ਤਟ ਭੇਟਨ ਕੋ ਪਟ ਭੇਟ ਲਈ। ਸੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵੱਲ ਚੱਲਣ ਲੱਗਿਆ ਇਹ ਰਾਜਾ। ਜਾਣ ਤੋਂ ਪਹਿਲਾਂ ਨਹੀਂ ਸੋਚਿਆ ਕਿ ਮੈਂ ਕੋਈ ਜਿਹੜੀ ਹਨ ਗਿਫਟ ਲੈ ਕੇ ਜਾਵਾਂ, ਮੈਂ ਖਾਲੀ ਹੱਥ ਤਾਂ ਨਹੀਂ ਜਾਣਾ ਚਾਹੀਦਾ ਗੁਰੂ ਮਹਾਰਾਜ ਕੋਲ, ਕਿਉਂਕਿ ਉਹ ਵੱਡੇ ਨੇ, ਮਹਾਪੁਰਸ਼ ਨੇ, ਉਹਨਾਂ ਕੋਲ ਜਾਣ ਵਾਸਤੇ ਕੁਝ ਗਿਫਟ ਲੈਣੀ ਹੈ। ਤੇ ਉਹ ਗਿਫਟ ਉਹਨੇ ਕੀ ਲਈ? ਕੱਪੜਾ ਲੈ ਲਿਆ, ਕਿਉਂਕਿ ਉਹਦੇ ਨਗਰ ਦੇ ਵਿੱਚ ਕੱਪੜੇ ਦਾ ਬਹੁਤ ਮਸ਼ਹੂਰੀ ਸੀ। ਸੋ ਉਹਨੇ ਇੱਕ ਜਿਹੜਾ ਹੈ ਬਹੁਤ ਕੀਮਤੀ ਕੱਪੜਾ ਆਪਣੇ ਹੱਥ ਵਿੱਚ ਲੈ ਲਿਆ ਸਤਿਗੁਰਾਂ ਦੀ ਭੇਟਾ ਦੇਣ ਵਾਸਤੇ ਇਸ ਰਾਜੇ ਨੇ। ਘਟ ਕੋ ਪਟ ਪਟ ਹੈ ਤ੍ਰਿਟ ਭਈ। ਹਾਂ, ਘਟ ਕੋ ਪਟ ਪਟ ਹੈ, ਹਿਰਦੇ ਦੇ ਪਰਦੇ ਨੂੰ ਪਾੜਨ ਵਾਸਤੇ। ਹਿਰਦੇ ਵਿੱਚ ਜੋ ਪਰਦਾ ਅਗਿਆਨਤਾ ਦਾ ਹੈ ਉਹਨੂੰ ਪਾੜਨ ਵਾਸਤੇ ਸਤਿਗੁਰਾਂ ਵਾਸਤੇ ਉਹ ਕੱਪੜਾ ਲੈ ਕੇ ਚੱਲਿਆ ਹੈ ਵੀ ਮੈਂ ਸਤਿਗੁਰਾਂ ਨੂੰ ਕੱਪੜੇ ਦੀ ਭੇਟਾ ਦੇਵਾਂ ਜਿਹਦੇ ਕਰਕੇ ਮੇਰੇ ਹਿਰਦੇ ਦੇ ਵਿੱਚ ਅਗਿਆਨ ਦਾ ਜੋ ਪਰਦਾ ਹੈ ਉਹ ਜਿਹੜਾ ਖਤਮ ਹੋ ਜਾਵੇ। ਦੇਖੋ ਇਹੀ ਕਾਰਨ ਹੈ, ਇਹ ਇੱਕ ਕਾਰਨ ਹੈ ਜੋ ਕਿ ਆਪਾਂ ਰਮਾਲਾ ਚੜਾਉਂਦੇ ਹਾਂ। ਜਦੋਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਿਹਨੂੰ ਆਪਾਂ ਰਮਾਲਾ ਚੜਾਉਂਦੇ ਹਾਂ ਨਾ, ਉਹਦਾ ਮਤਲਬ ਕੀ ਹੁੰਦਾ ਹੈ? ਘਟ ਕੋ ਪਟ ਪਟ ਹੈ, ਕਹਿਣਗੇ ਤ੍ਰਿਟ ਭਈ, ਕਹਿਣਗੇ ਇੱਛਾ ਇਹੀ ਹੁੰਦੀ ਹੈ ਸਿੱਖ ਦੀ ਕਿ ਸਤਿਗੁਰੂ ਜੀ ਮੈਂ ਆਪ ਜੀ ਨੂੰ ਇਹ ਜਿਹੜਾ ਹੈ ਰਮਾਲਾ ਭੇਟ ਕਰਦਾ ਹਾਂ, ਸਤਿਗੁਰੂ ਜੀ ਕਿਰਪਾ ਕਰ ਦਿਓ, ਮੇਰੇ ਹਿਰਦੇ ਦੇ ਵਿੱਚ ਜੋ ਅਗਿਆਨਤਾ ਦਾ ਪਰਦਾ ਹੈ ਨਾ ਇਹਨੂੰ ਪਾੜ ਦਿਓ ਤੁਸੀਂ। ਭਟ ਭੀਰ ਲਏ ਚਲ ਆਏ ਤਹਾਂ। ਸੋ ਇਹ ਜਿਹੜਾ ਹਨ ਕੱਪੜਾ ਲੈ ਕਰਕੇ ਨਾਲ ਤੇ ਨਾਲ ਭੱਟ ਆਪਣੇ ਸੋਲਜਰਸ ਨੂੰ ਨਾਲ ਲੈ ਕੇ ਇਹ ਰਾਜਾ ਤੁਰ ਪਿਆ ਆਪਣੇ ਮਹਿਲਾਂ ਤੋਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ। ਅਰਬਿੰਦ ਬਿਲੋਚਨ ਬੈਸ ਜਹਾਂ। ਜਿੱਥੇ ਸਤਿਗੁਰੂ ਜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਅਰਬਿੰਦ ਬਿਲੋਚਨ, ਜਿਨ੍ਹਾਂ ਦੇ ਲੋਚਨ ਬੜੇ ਸੁੰਦਰ ਹਨ ਕਵਲ ਫੁੱਲ ਵਰਗੇ, ਜਿਹੜੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿੱਥੇ ਦਰਖਤ ਦੇ ਥੱਲੇ ਬੈਠੇ ਸਨ। ਕਰ ਬੰਦ ਕਰੀ ਪਦ ਬੰਦਨਾ। ਆ ਕਰਕੇ ਦੋਨੇ ਹੱਥ ਜੋੜ ਕਰਕੇ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਆ ਟੇਕਿਆ ਇਸ ਰਾਜੇ ਨੇ। ਚੱਖ ਸੌ ਮੁਖ ਦੇਖ ਆਨੰਦਵਤਾ। ਮਹਾਰਾਜ ਦਾ ਜਿਹੜੇ ਹਨ ਚਿਹਰੇ ਦੇ ਦਰਸ਼ਨ ਕਰਕੇ ਆਨੰਦ ਵਿੱਚ ਲੀਨ ਹੋ ਗਿਆ ਰਾਜਾ। ਇੱਕ ਵਾਰ ਦਰਸ਼ਨ ਕੀਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਐਸੇ ਕਲਿਆਣ ਦੇਣ ਵਾਲੇ ਮੁਖ ਤੇ, ਕਹਿਣ ਲੱਗੇ ਉਹ ਤਾਂ ਆਨੰਦ ਵਿੱਚ ਹੀ ਲੀਨ ਹੋ ਗਿਆ, ਉਹਦੀ ਤਾਂ ਸਮਾਧੀ ਹੋ ਲੱਗ ਗਈ ਸਤਿਗੁਰਾਂ ਨੂੰ ਦੇਖ ਕਰਕੇ। ਭਨ ਆਨਨ ਬੇਨਤ ਦੀਨ ਮਨੰ। ਫੇ ਅੱਖਾਂ ਖੋਲ ਕਰਕੇ ਜੋ ਸੱਜਲ ਹਨ ਅੱਖਾਂ ਤੇ ਮਨ ਵਿੱਚ ਬੜੀ ਦੀਨਤਾ ਹੈ, ਨਿਮਰਤਾ ਵਿੱਚ ਆ ਕੇ ਰਾਜੇ ਨੇ ਬੇਨਤੀ ਕੀਤੀ, ਉਪਕਾਰ ਕੇ ਹੇਤ ਧਰਿਓ ਸੋ ਤਨੰ। ਮਹਾਰਾਜ ਤੁਸੀਂ ਉਪਕਾਰ, ਸਾਡੇ ਵਰਗੇ ਜੀਵਾਂ ਦੇ ਉਪਕਾਰ, ਸਾਡੇ ਜੀਵਾਂ ਦੇ ਉੱਤੇ ਉਪਕਾਰ ਕਰਨ ਵਾਸਤੇ, ਸਾਡੇ ਜੀਵਾਂ ਦਾ ਭਲਾ ਕਰਨ ਵਾਸਤੇ ਸਤਿਗੁਰੂ ਜੀ ਤੁਸੀਂ ਇਹ ਸਰੀਰ ਧਾਰਨ ਕੀਤਾ ਹੈ। ਪਰਮੇਸ਼ਰ ਤੁਸੀਂ ਆਪ ਇਹ ਪੰਜ ਭੂਤਕ ਸਰੀਰ ਵਿੱਚ ਆਏ ਹੋ। ਉਪਦੇਸ਼ ਦੇ ਜੈ ਨਿਜ ਸਿੱਖ ਕਰੋ। ਮਹਾਰਾਜ ਸਾਨੂੰ ਉਪਦੇਸ਼ ਦੇ ਕੇ ਆਪਣੇ ਸਿੱਖ ਬਣਾ ਲਓ ਹੁਣ। ਭਵ ਬੰਧ ਅਮੰਕਨ ਮੈਲ ਹਰੋ। ਭਵ ਬੰਧਨ ਕਹਿ ਲਗੇ ਸੰਸਾਰ ਦੇ ਜਿਹੜੇ ਬੰਧਨ ਹਨ, ਸਾਰੇ ਦੁੱਖ ਹਨ, ਤਕਲੀਫਾਂ ਹਨ, ਸਾਰੇ ਜਿਹੜੇ ਮੋਹ ਹਨ ਜਿਹਦੇ ਕਰਕੇ ਅਸੀਂ ਇਹ ਸੰਸਾਰ ਦੇ ਜਿਹੜੇ ਹਨ ਵਿਸ਼ੇ ਵਿਕਾਰਾਂ ਵਿੱਚ ਫਸੇ ਹੋਏ ਹਾਂ। ਮਹਾਰਾਜ ਕਿਰਪਾ ਕਰਕੇ ਇਹਨਾਂ ਨੂੰ ਦੂਰ ਕਰ ਦਿਓ ਜਿਹਦੇ ਕਰਕੇ ਸਾਡਾ ਮਨ ਮੈਲਾ ਹੋਇਆ ਪਿਆ ਹੈ। ਸੁਨ ਕੀਰਤ ਕੋ ਸਰਦਾ ਧਰ ਕੇ। ਮਹਾਰਾਜ ਆਪ ਦੀ ਕੀਰਤੀ ਸੁਣ ਕਰਕੇ, ਆਪ ਜੀ ਦੀ ਪ੍ਰੇਸ ਨੂੰ ਸੁਣ ਕਰਕੇ ਮੈਂ ਆਪਣੇ ਮਨ ਵਿੱਚ ਸ਼ਰਧਾ ਧਾਰ ਕੇ ਆਪ ਜੀ ਕੋਲ ਆਇਆ ਹਾਂ। ਪਗ ਆਨ ਗਹੇ ਜਮ ਤੇ ਡਰ ਕੇ। ਮਹਾਰਾਜ ਥੋੜੇ ਮੈਂ ਚਰਨ ਅੱਜ ਪਕੜ ਲਏ ਹਨ। ਰਾਜਾ ਕਹਿੰਦਾ ਮੈਂ ਡਰਦਾ ਹਾਂ ਜਮਦੂਤਾਂ ਤੋਂ, ਜਮਦੂਤਾਂ ਦੇ ਡਰ ਤੋਂ ਮਹਾਰਾਜ ਮੈਂ ਆਪ ਜੀ ਚਰਨ ਪਕੜ ਲਏ, ਕਿਉਂਕਿ ਜਿੰਨੀ ਮੇਰੀ ਫੌਜ ਹੈ ਇਹ ਜਮਦੂਤਾਂ ਨਾਲ ਤਾਂ ਨਹੀਂ ਨਾ ਲੜ ਸਕਦੀ। ਮੇਰਾ ਪੈਸਾ ਜਿਹੜਾ ਮੇਰੀ ਮਾਇਆ ਹੈ ਮੈਂ ਜਮਦੂਤਾਂ ਨੂੰ ਖਰੀਦ ਤਾਂ ਨਹੀਂ ਨਾ ਸਕਦਾ।
ਮਹਾਰਾਜ ਮੇਰੇ ਪਾਵਰ ਦੇ ਨਾਲ ਮੇਰਾ ਹੁਕਮ ਜਮਦੂਤਾਂ ਤੇ ਨਾ ਨਹੀਂ ਚੱਲਣਾ ਮਹਾਰਾਜ, ਇਸ ਕਰਕੇ ਮੈਂ ਤੁਹਾਡੇ ਚਰਨ ਪਕੜ ਲਏ ਹਨ ਆ ਕੇ। ਸੁਨ ਕੇ ਸੁਖਦਾਨ ਭਨੇ ਬਚਨਾ। ਉਸ ਵੇਲੇ ਸੁਖ ਦਾਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੋ ਸੁੱਖਾਂ ਦਾ ਦਾਤਾ ਹੈ, ਇਹ ਬਚਨ ਸੁਣ ਕੇ ਮਹਾਰਾਜ ਨੇ ਉਸ ਵੇਲੇ ਰਾਜੇ ਨੂੰ ਇਹ ਕਿਹਾ, ਜਿਨ ਮੈਂ ਗਤ ਦੇਵਨ ਕੀ ਰਚਨਾ। ਦੇਖੋ ਮਹਾਰਾਜ ਦੇ ਬਚਨ ਐਸੇ ਨੇ ਜਿਨ੍ਹਾਂ ਦੇ ਵਿੱਚ ਇਹ ਸ਼ਕਤੀ ਹੈ ਗਤੀ ਦੇਣ ਵਾਲੀ। ਉਹਨਾਂ ਦੇ ਬਚਨਾਂ ਵਿੱਚ ਐਸੀ ਬਰਕਤ ਹੈ ਜਿਨ੍ਹਾਂ ਨੂੰ ਸੁਣ ਕਰਕੇ ਮੁਕਤੀ ਪ੍ਰਾਪਤ ਹੋ ਜਾਂਦੀ ਹੈ, ਬੰਦਾ ਛੁੱਟ ਜਾਂਦਾ ਹੈ ਸਾਰੇ ਦੁੱਖਾਂ ਤੋਂ। ਸੁਖ ਮੈਂ ਦੁਖ ਮੈਂ ਨਿਤ ਨਾਮ ਭਜੋ। ਦੇਖੋ ਹੁਣ ਉਪਦੇਸ਼ ਗੁਰੂ ਨਾਨਕ ਸਾਹਿਬ ਨੇ ਕੀ ਦਿੱਤਾ ਉਸ ਰਾਜੇ ਨੂੰ। ਮਹਾਰਾਜ ਕਹਿੰਦੇ ਸੁਖ ਮੈਂ ਦੁੱਖ ਮੈਂ, ਸੁੱਖ ਵਿੱਚ ਦੁੱਖ ਵਿੱਚ ਹਮੇਸ਼ਾ ਹੀ ਪਰਮੇਸ਼ਰ ਦਾ ਨਾਮ ਸਿਮਰਨ ਕਰੋ, ਹਮੇਸ਼ਾ ਹੀ ਵਾਹਿਗੁਰੂ 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 ਕਰੋ, ਭਾਵੇਂ ਸੁੱਖ ਹੋਵੇ ਭਾਵੇਂ ਦੁੱਖ ਹੋਵੇ। ਸਤ ਸੰਗਤ ਪ੍ਰੀਤ ਹਿਰਦੈ ਨ ਤਜੋ। ਤੇ ਫਿਰ ਹਮੇਸ਼ਾ ਹੀ ਆਪਣੀ ਪ੍ਰੀਤ ਪ੍ਰੇਮ ਸਤ ਸੰਗਤ ਵਿੱਚ ਰੱਖਣਾ ਕਰੋ, ਸੰਗਤ ਨਾਲ ਪ੍ਰੇਮ ਕਰੋ, ਕਿਉਂਕਿ ਸੰਗਤ ਹੀ ਤਾਰਨ ਵਾਲੀ ਹੈ। ਸੰਗਤ ਦੇ ਵਿੱਚ ਹੀ ਇਹ ਬਰਕਤ ਹੈ ਜਿਹਦੇ ਕਰਕੇ ਇਨਸਾਨ ਜਿਹੜਾ ਹੈ ਪਰਮਾਤਮਾ ਨਾਲ ਜੁੜਿਆ ਰਹਿੰਦਾ ਹੈ, ਵਿਸ਼ਵਾਸ ਬਣਿਆ ਰਹਿੰਦਾ ਹੈ, ਭਰੋਸਾ ਬਣਿਆ ਰਹਿੰਦਾ ਹੈ। ਤਨ ਮਾਨੁਖ ਲਾਲ ਅਮੋਲ ਭਲਾ। ਤਨ ਮਨੁੱਖ ਲਾਲ ਕਹਿਣ ਲੱਗੇ ਇਹ ਮਨੁੱਖਾ ਜਨਮ ਇੱਕ ਡਾਇਮੰਡ ਹੈ, ਇੱਕ ਰੂਬੀ ਹੈ, ਇੱਕ ਲਾਲ ਹੈ। ਇਹ ਜਨਮ ਜਿਹੜਾ ਹੈ ਮਨੁੱਖਾ ਜਨਮ, ਕਿਉਂਕਿ ਮਨੁੱਖਾ ਜਨਮ ਬੜਾ ਔਖਾ ਮਿਲਦਾ ਹੈ ਤੇ ਇਹ ਮਨੁੱਖਾ ਜਨਮ ਹੀ ਇੱਕ ਵਸੀਲਾ ਹੈ ਮੁਕਤੀ ਨੂੰ ਪ੍ਰਾਪਤ ਕਰਨ ਦਾ। ਇਸ ਕਰਕੇ ਅਮੋਲ ਭਲਾ, ਇਹ ਅਮੋਲਕ ਜੀਵਨ ਜਿਹੜਾ ਹੈ ਇਹਨੂੰ ਅਜਾਈ ਨਾ ਗਵਾ, ਮਾਇਆ ਵਿੱਚ ਪਾ ਕੇ ਇਸ ਨੂੰ ਵੇਸਟ ਨਾ ਕਰ। ਤੇ ਕੌਡਨ ਕੌ ਨਾ ਕਰੋ ਬਦਲਾ। ਦੇਖੋ ਕੌਡੀਆਂ ਦੇ ਬਦਲੇ ਇਹ ਹੀਰਾ ਜਿਹੜਾ ਜਨਮ ਹੈ ਇਹਨੂੰ ਨਾ ਤੂੰ ਗਵਾ, ਕਿਉਂਕਿ ਇਹ ਜਿਹੜਾ ਜਨਮ ਹੈ ਇਹ ਹੀਰਾ ਹੈ। ਕਹਿੰਦੇ ਕੌਡੀਆਂ ਦੇ ਬਦਲੇ, ਹਾਂਜੀ ਸੋ ਕਿਉਂ ਤੂੰ ਇਹ ਹੀਰੇ ਜੈਸਾ ਜਨਮ ਨੂੰ ਗਵਾਉਣਾ ਹੈ। ਸੋ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ, ਕਿਉਂ ਕੌਡੀਆਂ ਦੇ ਬਦਲੇ ਇਸ ਨੂੰ ਵੇਚਣਾ ਹੈ। ਇਹ ਸੰਸਾਰ ਦੇ ਵਿੱਚ ਜਿਹੜੇ ਪਦਾਰਥ ਹਨ ਉਹ ਕੌਡੀਆਂ ਹੀ ਹਨ, ਉਹ ਸ਼ੈਲਸ ਹਨ, ਕਿਉਂਕਿ ਸ਼ੈਲਸ ਜਿਹੜੀ ਹੈ ਸਭ ਤੋਂ ਲੀਸਟ ਕਰੰਸੀ ਮੰਨੀ ਹੈ। ਸੋ ਇਹ ਕੌਡੀਆਂ ਜਿਹੜੀਆਂ ਨੇ ਬਹੁਤ ਜਿਹੜਾ ਹਨ ਜਿਹਦੀ ਕੋਈ ਕੀਮਤ ਨਹੀਂ, ਅੱਜ ਕੱਲ੍ਹ ਤੱਕ ਕੋਈ ਕੀਮਤ ਰਹੀ ਨਹੀਂ ਗਈ। ਸੋ ਮਹਾਰਾਜ ਕਹਿੰਦੇ ਹਨ ਕਿ ਹੀਰੇ ਨੂੰ ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ, ਇਹਨੂੰ ਕੌਡੀਆਂ ਦੇ ਬਦਲੇ ਇਹ ਮਾਇਆ ਨੂੰ ਇਕੱਠੀ ਕਰਨ ਵਿੱਚ ਹੀ ਸਾਰਾ ਜੀਵਨ ਗਾਲ ਦਿੱਤਾ, ਤਾਂ ਕੀ ਫਿਰ ਮੁੱਲ ਪਾਇਆ ਇਹ ਹੀਰੇ ਦਾ। ਸਤ ਸੰਗਤ ਸੇਵ ਪਦਾਰਥ ਜੋ। ਇਸ ਕਰਕੇ ਸਤ ਸੰਗਤ ਦੀ ਸੇਵਾ ਕਰੋ ਜਿੱਥੇ ਚਾਰ ਪਦਾਰਥ ਮਿਲਦੇ ਹਨ, ਧਰਮ ਅਰਥ ਕਾਮ ਤੇ ਮੋਕਸ਼। ਤਨ ਦੇਹ ਕਰੋ ਨਿਜ ਸਵਾਰਥ ਜੋ। ਇਸ ਕਰਕੇ ਤਨ ਦੇਹ ਕਹਿਣਗੇ ਤਨ ਸਰੀਰ ਨੂੰ ਸੇਵਾ ਵਿੱਚ ਲਾ ਕਰਕੇ, ਇਸ ਹੱਥਾਂ ਪੈਰਾਂ ਨੂੰ ਸਫਲ ਕਰਨਾ ਹੈ ਸੇਵਾ ਕਰਕੇ ਸੰਗਤ ਦੀ, ਸਤ ਸੰਗਤ ਦੀ ਸੇਵਾ ਕਰਕੇ ਕਹਿੰਦੇ ਨਿਜ ਸਵਾਰਥ ਜੋ, ਆਪਣਾ ਸਵਾਰਥ ਨੂੰ ਫਿਰ ਪੂਰਾ ਕਰੋ, ਇਸ ਸਰੀਰ ਨੂੰ ਵੀ ਸੇਵਾ ਵਿੱਚ ਲਾਓ। ਭੁਜੰਗ ਪ੍ਰਿਆਤ ਛੰਦ ਕਰੋ ਸੰਤ ਸੰਗੰ ਚਿਰੰਕਾਲ ਹੇਤਾ। ਇਸ ਕਰਕੇ ਕਰੋ ਸੰਤ ਸੰਗ, ਕਹਿੰਦੇ ਸੰਤਾਂ ਦਾ ਸੰਗ ਕਰੋ ਜਿਹੜਾ ਹਨ ਚਿਰੰਕਾਲ ਜਿਹੜਾ ਹੈ ਉਹਦੇ ਵਿੱਚ ਵੀ ਸਮਾਂ ਨਾ ਦੇਖੋ, ਲੰਮੇ ਸਮੇਂ ਤੱਕ ਸਤ ਸੰਗਤ ਸੰਤ ਸੰਗ ਦਾ ਦੇ ਵਿੱਚ ਤੁਸੀਂ ਰਹਿਣਾ ਕਰੋ। ਚਿਰੰਕਾਲ ਹੇਤਾ ਕਹਿਣ ਲੱਗੇ ਇਹਦੇ ਵਿੱਚ ਪ੍ਰੇਮ ਨਾਲ ਰਹੋ, ਕਿਉਂਕਿ ਇਹਦੇ ਨਾਲ ਪ੍ਰੇਮ ਕਰਨ ਨਾਲ ਹੀ ਮੁਕਤੀ ਪ੍ਰਾਪਤ ਹੋਣੀ, ਪਰਮਾਤਮਾ ਦੀ ਪ੍ਰਾਪਤੀ ਹੋਣੀ ਹੈ। ਦਾ ਸੁਧ ਹੋਵੇ ਭਜੋ ਨਾਮ ਸਵੇਤਾ। ਦੇਖੋ ਪਰਮਾਤਮਾ ਦਾ ਨਾਮ ਜੋ ਸਵੇਤਾ ਉਜਲ ਹੈ, ਉਹ ਉਜਲ ਨਾਮ ਨੂੰ ਜਪਣ ਕਰਕੇ ਹੀ ਹਿਰਦਾ ਸੁੱਧ ਹੁੰਦਾ ਹੈ, ਹਿਰਦਾ ਕਲੀਨ ਹੁੰਦਾ ਹੈ, ਹਿਰਦਾ ਪਿਓ ਹੁੰਦਾ ਹੈ, ਜਿਹਦੇ ਵਿੱਚ ਫਿਰ ਕੋਈ ਮੈਲ ਨਹੀਂ ਰਹਿ ਜਾਂਦੀ, ਕਿਹਦੇ ਵਿੱਚ ਜਿਹੜਾ ਹਨ ਦੁਐਸ਼ ਨਹੀਂ ਰਹਿ ਜਾਂਦੀ, ਈਰਖਾ ਨਹੀਂ ਰਹਿ ਜਾਂਦੀ, ਉਹ ਮਨ ਬਿਲਕੁਲ ਹੀ ਸਵੱਛ ਹੋ ਜਾਂਦਾ ਹੈ। ਜਿਵੇਂ ਇੱਕ ਸ਼ੀਸ਼ਾ ਜਿਹੜਾ ਗੰਦਲਾ ਹੋਵੇ ਨਾ, ਉਹ ਗਲਾਸ ਜਿਹੜਾ ਇੱਕ ਗੰਦਲਾ ਹੋਵੇ ਉਹਦਾ ਪਰਲਾ ਪਾਸਾ ਨਹੀਂ ਦਿਸਦਾ। ਸੋ ਜੇ ਇਹ ਗਲਾਸ ਕਲੀਨ ਹੋਵੇ ਤਾਂ ਹੀ ਤਾਂ ਪਰਲਾ ਪਾਸਾ ਦਿਸਦਾ ਹੈ। ਕਹਿੰਦੇ ਹਿਰਦਾ ਇੱਕ ਸ਼ੀਸ਼ਾ ਹੈ, ਜੇ ਇਹ ਮੈਲਾ ਹੋ ਜਾਵੇ ਤਾਂ ਇਹਦਾ ਪਰਲਾ ਪਾਸਾ ਨਹੀਂ ਦਿਸਣਾ, ਪਰਮਾਤਮਾ ਨਹੀਂ ਦਿਸੇਗਾ ਜੋ ਆਤਮਾ ਸਰੂਪ ਕਰਕੇ ਹਰ ਇੱਕ ਦੇ ਵਿੱਚ ਵਸਦਾ ਹੈ। ਕਹੇ ਬੈਨ ਐਸੇ ਪਦੰਗ ਧੋਏ ਦੀਨੀ। ਦੇਖੋ ਕਹੇ ਬੈਨ ਐਸੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਐਸੇ ਬਚਨ ਕੀਤੇ, ਪਤੰਗ ਧੋਏ ਦੀਨੀ, ਸਤਿਗੁਰਾਂ ਨੇ ਆਪਣਾ ਚਰਨਾ ਮਿਰਤ ਜਿਹੜਾ ਹੈ ਇਸ ਰਾਜੇ ਨੂੰ ਵੀ ਬਖਸ਼ਿਸ਼ ਕੀਤਾ। ਕਰੇ ਧਰਮਸਾਲੰ ਭਲੀ ਰੀਤ ਚੀਨੀ। ਫਿਰ ਰਾਜੇ ਨੂੰ ਕਹਿ ਕਰਕੇ ਸਤਿਗੁਰਾਂ ਨੇ ਇੱਕ ਧਰਮਸਾਲ ਤਿਆਰ ਕੀਤੀ। ਕਿਤੇ ਦਿਵਸ ਬਾਸੇ ਚਲੇ ਔਰ ਦੇਸਾ। ਫਿਰ ਮਹਾਰਾਜ ਦੇਖੋ ਹੁਣ ਸਾਰੇ ਦੇਸ਼ ਨੂੰ ਤਾਰਿਆ, ਰਾਜੇ ਨੂੰ ਵੀ ਸਿੱਖ ਬਣਾਇਆ
ਤੇ ਉਹਨਾਂ ਨੂੰ ਸਤ ਸੰਗਤ ਕਰਨ ਵਾਸਤੇ ਧਰਮਸ਼ਾਲਾ ਵੀ ਬਣਾਈ ਤੇ ਮਹਾਰਾਜ ਇਹ ਦੇਸ਼ ਨੂੰ, ਇਹ ਨਗਰ ਨੂੰ ਤਾਰ ਕਰਕੇ ਹੁਣ ਸਤਿਗੁਰੂ ਜੀ ਅੱਗੇ ਤੁਰ ਪਏ ਹਨ। ਕਲੀ ਕਾਲ ਕੇ ਤਾਰਵੇ ਜਾਹੇ ਬੇਸਾ। ਦੇਖੋ ਮਹਾਰਾਜ ਪਰਮੇਸ਼ਰ ਨੇ ਗੁਰੂ ਨਾਨਕ ਸਰੂਪ ਹੋ ਕੇ ਇਸ ਧਰਤੀ ਤੇ ਆ ਕੇ ਆਪਣਾ ਸਰੂਪ ਧਾਰਨ ਕਿਉਂ ਕੀਤਾ? ਕਿਉਂਕਿ ਆਪਣੇ ਵਰਗੇ ਪਾਪੀ ਜੀਵਾਂ ਨੂੰ ਤਾਰਨ ਵਾਸਤੇ। ਲਏ ਸੰਗ ਮੋਕੋ ਚਲੇ ਜਾਹੇ ਤੀਨੋ। ਦੇਖੋ ਲਏ ਸੰਗ ਮੋਕੋ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਭਾਈ ਬਾਲਾ ਜੀ ਮੈਨੂੰ ਨਾਲ ਲੈ ਕਰਕੇ ਚੱਲੇ ਹਨ ਤੇ ਅਸੀਂ ਤਿੰਨੇ ਹੀ ਹਾਂ, ਸਾਡੇ ਨਾਲ ਭਾਈ ਮਰਦਾਨਾ ਜੀ ਵੀ ਹਨ। ਅਗੰਗ ਦੰਭ ਭਾਰੋ ਛੇਤੰਗਹੀਣ ਕੀਨੋ। ਦੇਖੋ ਅਗੰਗ ਪਹਿਲੀ ਗੱਲ ਹੈ ਪਾਪ, ਦੰਭ, ਪਖੰਡ, ਹਿਪੋਕ੍ਰਸੀ ਜੋ ਭਾਰਾ ਚੱਲ ਰਿਹਾ ਹੈ ਇਹ ਕਲਯੁਗ ਦੇ ਸਮੇਂ ਵਿੱਚ ਇਸ ਧਰਤੀ ਦੇ ਉੱਤੇ। ਕਹਿੰਦੇ ਇਹਨਾਂ ਨੂੰ ਜਿਹੜਾ ਦੂਰ ਕਰਨ ਵਾਸਤੇ, ਆਪਣੇ ਸਿੱਖਾਂ ਨੂੰ ਬਚਾਉਣ ਵਾਸਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਸਤਿਗੁਰੂ ਜੀ ਆਪ ਦੁਨੀਆ ਦਾ ਰਟਨ ਕਰਦੇ ਹਨ। ਦੁਨੀਆ ਤੇ ਚੱਲ ਕਰਕੇ ਆਪ ਜਾ ਕੇ ਉਹਨਾਂ ਦੇ ਘਰ ਵਿੱਚ ਤਾਰਦੇ ਹਨ। ਟੋਟਕ ਛੰਦ ਜਿਹੇ ਨਾਮ ਮੁਨਾਫਿਕ ਦੇਸ ਹੈ। ਹੁਣ ਇੱਕ ਦੇਸ਼ ਆਇਆ ਜਿਹਦਾ ਨਾਂ ਸੀ ਮੁਨਾਫਿਕ। ਮੁਨਾਫਿਕ ਉਹ ਹੁੰਦਾ ਹੈ ਜਿਹੜਾ ਪਰਮੇਸ਼ਰ ਨੂੰ ਨਹੀਂ ਮੰਨਦੇ, ਜਾਂ ਆਪਾਂ ਨਾਸਤਿਕ ਕਹਿ ਲਈਏ, ਜਿਹੜਾ ਕਿ ਉਹਨਾਂ ਜਾਂ ਮੁਨਾਫਿਕ ਇਹ ਹੈ ਜਿਨ੍ਹਾਂ ਨੂੰ ਪਰਮਾਤਮਾ ਦਾ ਗਿਆਨ ਹੀ ਨਹੀਂ ਹੈ, ਜਿਨ੍ਹਾਂ ਨੂੰ ਕੋਈ ਪਤਾ ਹੀ ਨਹੀਂ ਵੀ ਹੋਰ ਪਰਮਾਤਮਾ ਹੈ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ। ਉਹਨਾਂ ਨੂੰ ਮੁਨਾਫਿਕ ਕਿਹਾ ਜਾਂਦਾ ਹੈ। ਹਰ ਨਾਮ ਵਿਹੀਨ ਅਧੀਨ ਰਹਿ। ਹਰ ਨਾਮ ਵਿਹੀਨ, ਉਹ ਪਰਮਾਤਮਾ ਦੇ ਨਾਮ ਤੋਂ ਬਗੈਰ ਹੀ ਆਪਣਾ ਜੀਵਨ ਬਤੀਤ ਕਰ ਰਹੇ ਸਨ। ਉਹਨਾਂ ਨੂੰ ਤਾਂ ਪਤਾ ਵੀ ਨਹੀਂ ਸੀਗਾ ਵੀ ਕੋਈ ਪਰਮਾਤਮਾ ਵਾਹਿਗੁਰੂ ਵੀ ਹੈ, ਉਹਨਾਂ ਨੂੰ ਇਹ ਗੱਲ ਦਾ ਵੀ ਗਿਆਨ ਨਹੀਂ ਸੀ। ਸਤ ਸੰਗਤ ਰੀਤ ਨਾ ਕਾਨ ਸੁਣੀ। ਦੇਖੋ ਉਹਨਾਂ ਨੇ ਸਤ ਸੰਗਤ ਦੀ ਰੀਤੀ ਕਿਤੇ ਕੰਨਾਂ ਨਾਲ ਸੁਣੀ ਵੀ ਨਹੀਂ ਸੀ ਵੀ ਐਸੀ ਕੋਈ ਰੀਤ ਵੀ ਹੈਗੀ ਆ ਜਿਹੜੀ ਅਸੀਂ ਸਾਰੇ ਇਕੱਠੇ ਹੋ ਕੇ ਪਰਮਾਤਮਾ ਦਾ ਨਾਮ ਜਪੀਏ ਜਾਂ ਪਰਮਾਤਮਾ ਦੇ ਗੁਣਾਂ ਨੂੰ ਗਾਈਏ ਤੇ ਸੁਣੀਏ। ਸਭ ਮੂਰਖ ਮਾਨਵ ਕੋ ਨਾ ਗੁਣੀ। ਦੇਖੋ ਇਹਨਾਂ ਜਿਹੜੇ ਹਨ, ਇਹ ਜਿਹੜੇ ਹਨ ਮਨੁੱਖ ਸਨ, ਸਭ ਮੂਰਖ, ਇਹ ਮੂਰਖ ਸਨ ਸਾਰੇ ਵਿਚਾਰੇ। ਕਹਿਣ ਲੱਗੇ ਮਾਨਵ ਕੋ ਨਾ ਗੁਣੀ, ਕਹਿਣ ਲੱਗੇ ਮਨੁੱਖਾਂ ਵਾਲਾ ਕੋਈ ਵੀ ਗੁਣ ਇਹਨਾਂ ਦੇ ਵਿੱਚ ਨਹੀਂ ਸੀਗਾ। ਕਿਉਂਕਿ ਮਨੁੱਖ ਜਿਹੜਾ ਹਨ ਜਾਨਵਰਾਂ ਨਾਲੋਂ ਉੱਤਮ ਕਿਸ ਕਰਕੇ ਹੈ? ਕਿਉਂਕਿ ਮਨੁੱਖ ਦੇ ਵਿੱਚ ਇੱਕ ਬੁੱਧੀ ਹੈ, ਮਨੁੱਖ ਦੇ ਵਿੱਚ ਇਹ ਜਿਹੜੀਆਂ ਹਨ ਸਹੂਲਤਾਂ ਹਨ ਜਿਹਦੇ ਕਰਕੇ ਉਹ ਗਿਆਨ ਦੀ ਪ੍ਰਾਪਤੀ ਕਰਕੇ ਪਰਮਾਤਮਾ ਦਾ ਨਾਮ ਜਪ ਸਕਦਾ ਹੈ। ਇਸ ਕਰਕੇ ਕਹਿੰਦੇ ਸਭ ਮੂਰਖ, ਉਹਨਾਂ ਨੂੰ ਤਾਂ ਆਪਣਾ ਮਨੁੱਖ ਹੋਣ ਦਾ ਵੀ ਪਤਾ ਨਹੀਂ ਸੀ ਵੀ ਅਸੀਂ ਮਨੁੱਖ ਹਾਂ। ਸਾਡੇ ਵਿੱਚ ਪਰਮਾਤਮਾ ਨੇ ਇਹ ਸ਼ਕਤੀ ਸਾਨੂੰ ਦਿੱਤੀ ਹੈ, ਸਾਡੇ ਤੇ ਇਹ ਬਖਸ਼ਿਸ਼ ਹੈ ਜਿਹਦੇ ਕਰਕੇ ਅਸੀਂ ਪਰਮਾਤਮਾ ਦੀ ਪ੍ਰਾਪਤੀ ਕਰ ਸਕਦੇ ਹਾਂ ਤੇ ਆਪਣਾ ਜਨਮ ਸਫਲ ਕਰ ਸਕਦੇ ਹਾਂ, ਜਿਹਦੇ ਕਰਕੇ ਮੁੜ ਕੇ ਆਵਾਗਾਉਣ 'ਚ ਨਹੀਂ ਪੈਣਾ ਪੈਂਦਾ। ਇਸ ਕਰਕੇ ਮੂਰਖ ਸਨ ਵਿਚਾਰੇ ਸਾਰੇ। ਕਰਤਾਰ ਨਾ ਜਾਣ ਹੈ ਕੌਣ ਕਹਾਂ। ਦੇਖੋ ਉਹਨਾਂ ਨੂੰ ਇਹ ਵੀ ਨਹੀਂ ਪਤਾ ਸੀ ਵੀ ਕਰਤਾਰ ਕੌਣ ਹੈ, ਪਰਮਾਤਮਾ ਕੌਣ ਹੈ, ਕ੍ਰੀਏਟਰ ਕੌਣ ਹੈ ਤੇ ਕਿੱਥੇ ਹੈ ਪਰਮਾਤਮਾ। ਘਰ ਕਾਜ ਰਚੇ ਤਮ ਮੋਹ ਮਹਾ। ਇਸ ਕਰਕੇ ਉਹ ਹਮੇਸ਼ਾ ਕੀ ਕਰਦੇ ਸਨ? ਘਰ ਦੇ ਕਾਰਜ ਕਰਦੇ ਸਨ। ਸੋ ਘਰ ਦੇ ਕਾਰਜ ਕਰਨੇ, ਘਰ ਬਣਾਉਣੇ, ਖਾ ਲਿਆ, ਪੀ ਲਿਆ, ਸੌਂ ਲਿਆ, ਤੇ ਇਹਨਾਂ ਵਿੱਚ ਉਹਨਾਂ ਦਾ ਮੋਹ ਵਿੱਚ ਉਹ ਫਸੇ ਹੋਏ ਸਨ। ਉਹਨਾਂ ਦਾ ਅਟੈਚਮੈਂਟ ਉਹਨਾਂ ਦੇ ਆਪਣੇ ਜਿਹੜੇ ਹਨ ਪਦਾਰਥਾਂ ਵਿੱਚ ਸੀ, ਪ੍ਰਾਪਰਟੀ ਵਿੱਚ ਸੀ, ਫੈਮਿਲੀ ਵਿੱਚ ਸੀ। ਭਗਤੀ ਬਿਨ ਭੂਲ ਪੁਵਾਰ ਪਰੇ। ਦੇਖੋ ਭੁੱਲਦਿਆਂ ਹੋਇਆਂ ਪਰਮਾਤਮਾ ਤੋਂ ਜਿਹੜਾ ਹਨ ਭਗਤੀ ਤੋਂ ਬਿਨਾ ਉਹ ਭੁੱਲੇ ਫਿਰਦੇ ਸਨ ਤੇ ਇਹ ਜਨਮ ਮਰਨ ਦੇ ਗੇੜ ਵਿੱਚ ਉਹਨਾਂ ਨੂੰ ਕਿੱਥੇ ਛੁਟਕਾਰਾ ਮਿਲਣਾ ਸੀ। ਨਰ ਮੂਰਖ ਚੀਨਨਾ ਨਾਮ ਹਰੇ। ਦੇਖੋ ਪਰਮਾਤਮਾ ਦਾ ਨਾਮ ਉਹਨਾਂ ਨੂੰ ਬਿਲਕੁਲ ਵੀ ਗਿਆਨ ਨਹੀਂ ਸੀ ਵੀ ਕਿਤੇ ਹੈ ਪਰਮਾਤਮਾ ਤੇ ਉਹ ਪਰਮਾਤਮਾ ਦਾ ਨਾਮ ਸਾਨੂੰ ਜਪਣਾ ਚਾਹੀਦਾ ਹੈ। ਇਸ ਕਰਕੇ ਇਹ ਨਰ ਮੂਰਖ ਸਨ ਸਾਰੇ ਵਿਚਾਰੇ। ਕਰੁਣਾ ਕਰ ਹੇਰ ਭਈ ਕਰੁਣਾ। ਦੇਖੋ ਹੁਣ ਉਹ ਕਰਤਾਰ, ਉਹ ਪਰਮਾਤਮਾ ਨੂੰ ਅੱਜ ਤਰਸ ਆ ਗਿਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਉੱਥੇ ਪਹੁੰਚੇ ਹਨ, ਉੱਥੇ ਜਾ ਰਹੇ ਹਨ ਉਹਨਾਂ ਨੂੰ ਤਾਰਨ ਵਾਸਤੇ। ਮਹਾਰਾਜ ਨੂੰ ਅੱਜ ਤਰਸ ਆ ਗਿਆ ਵੀ ਇਹ ਤਾਂ ਵਿਚਾਰੇ ਹੁਣ ਸਾਰੇ ਹੀ ਜਿਹੜੇ ਹਨ ਗਤੀ ਨੂੰ ਪ੍ਰਾਪਤ ਹੋਣਗੇ, ਇਹਨਾਂ ਦੀ ਗਤੀ ਨਹੀਂ ਹੋਣੀ, ਇਹਨਾਂ ਦੀ ਮੁਕਤੀ ਨਹੀਂ ਹੋਣੀ ਤੇ ਇਹ ਤਾਂ ਵਿਚਾਰੇ ਜਿਸ ਤਰ੍ਹਾਂ ਜਿਉਂਦੇ ਜਿਸ ਤਰ੍ਹਾਂ ਮਰੇ, ਇਹਨਾਂ ਦਾ ਤਾਂ ਅੱਗੇ ਦੁੱਖੇ ਦੁੱਖ ਹੈ। ਇਸ ਦੇਸ਼ ਨਾ ਕੀਰਤ ਆਚਰਨਾ। ਇਸ ਕਰਕੇ ਜਿਹੜਾ ਹੈ ਇਹ ਦੇਸ਼ ਦੇ ਵਿੱਚ ਕਿਤੇ ਵੀ ਚੰਗੀ ਕੀਰਤੀ ਨਹੀਂ, ਚੰਗੇ ਗੁਣ ਨਹੀਂ, ਕਿਉਂਕਿ ਜਿੱਥੇ ਪ੍ਰਮਾਤਮਾ ਨਹੀਂ ਉੱਥੇ ਵਰਚੂਸ ਨਹੀਂ ਰਹਿ ਸਕਦੇ, ਉੱਥੇ ਵਰਚੂਸ ਠਹਿਰ ਨਹੀਂ ਸਕਦੇ। ਉਹ ਵਰਚੂਸ ਵੀ ਇੱਕ ਬਿਜ਼ਨਸ ਬਣ ਜਾਂਦੇ ਹਨ, ਉਹ ਵਰਚੂਸ ਵੀ ਇੱਕ ਸਾਧਨ ਬਣ ਜਾਂਦੇ ਹਨ ਲੋਕਾਂ ਨੂੰ ਜਿਹੜਾ ਹੈ
ਉਹਨਾਂ ਦੇ ਵਿੱਚੋਂ ਫਾਇਦਾ ਕੱਢਣ ਵਾਸਤੇ। ਸੋ ਇਸ ਕਰਕੇ ਕਹਿੰਦੇ ਇਹ ਜਿਹੜੇ ਵਰਚੂਸ ਵੀ ਹੁੰਦੇ ਹਨ ਇਹ ਉਦੋਂ ਹੀ ਠਹਿਰਦੇ ਹਨ ਜੇ ਪਰਮਾਤਮਾ ਹੋਵੇ। ਪਰਮਾਤਮਾ ਵਿੱਚ ਸਮਰਪਣ ਕਰਨੇ ਹੀ ਜਿਹੜਾ ਹਨ ਗੁਨਾਹ ਨੂੰ ਸਫਲ ਕਰਨਾ ਹੈ। ਇਸ ਕਰਕੇ ਸਤਿਗੁਰੂ ਜੀ ਇਸ ਦੇਸ਼ ਦਾ ਕੀਰਤ ਆਚਰਣਾ, ਕੋਈ ਵੀ ਚੰਗੀ ਕੀਰਤੀ, ਕੋਈ ਕੰਮ ਚੰਗਾ ਨਹੀਂ ਕੋਈ ਕਰਦਾ ਸੀ। ਪਰ ਲੋਕ ਕਹਿ ਕੀ ਸੁਧ ਏਕ ਨਹੀਂ। ਦੇਖੋ ਉਹਨਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਅਸੀਂ ਇੱਕ ਦਿਨ ਮਰਨਾ ਹੈ, ਮਰ ਕੇ ਫਿਰ ਅੱਗੇ ਕੀ ਹੋਣਾ ਉਹਨਾਂ ਨੂੰ ਉਹ ਵੀ ਗਿਆਨ ਕੋਈ ਨਹੀਂ ਸੀਗਾ, ਤੇ ਉਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਸੀ ਸਭ ਨਰਕ ਜਾਵਹਿ ਦੁਖ ਸਹੀ ਵੀ ਅਸੀਂ ਤਾਂ ਜਿਹੜਾ ਹਾਂ ਫਿਰ ਮਰ ਕੇ ਕਿੱਥੇ ਜਾਣਾ ਹੈ, ਨਰਕਾਂ ਨੂੰ ਹੀ ਜਾਣਾ ਸੀ ਨਾ, ਕਿਉਂਕਿ ਪਰਮਾਤਮਾ ਦਾ ਨਾਮ ਨਹੀਂ ਜਪਿਆ। ਜੋ ਕੀਤਾ ਆਪਣੇ ਵਾਸਤੇ ਕੀਤਾ, ਜੋ ਕੀਤਾ ਉਹਦੀ ਅਕਾਊਂਟੇਬਿਲਿਟੀ ਨਹੀਂ ਕਰਨੀ। ਉਹ ਪਤਾ ਹੈ ਵੀ ਹੁਣ ਪਰਮਾਤਮਾ ਤਾਂ ਹੈ ਨਹੀਂ, ਕਿਹਨੇ ਪੁੱਛਣਾ ਹੈ। ਫਿਰ ਬੰਦਾ ਨਿਡਰ ਹੋ ਕੇ ਪਾਪ ਵੀ ਕਰਦਾ ਹੈ, ਧੋਖੇ ਕਰਦਾ ਹੈ, ਜੋ ਪਾਪ ਕਰਦਾ ਉਹ ਕਰਦਾ ਹੈ ਕਿਉਂਕਿ ਅਕਾਊਂਟੇਬਿਲਿਟੀ ਹੈ ਨਹੀਂ। ਉਹਨੂੰ ਪਤਾ ਮੈਂ ਕਿਹਨੂੰ ਜਵਾਬ ਦੇਣਾ, ਹੈ ਨਹੀਂ ਪਰਮਾਤਮਾ। ਇਸ ਕਰਕੇ ਉਹ ਨਰਕਾਂ ਨੂੰ ਜਾਂਦੇ ਤੇ ਦੁੱਖ ਪਾਉਂਦੇ ਹਨ। ਪਿਖ ਏਕ ਕਿਦਾਰ ਉਦਾਰ ਤਹਾ। ਇੱਕ ਜਿਹੜਾ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਾ ਕੇ ਇੱਕ ਖੇਤ ਵਿੱਚ ਬੈਠ ਗਏ। ਇੱਕ ਖੇਤ ਵਿੱਚ ਮਹਾਰਾਜ ਜੀ ਬੈਠੇ, ਭਾਈ ਮਰਦਾਨਾ ਤੇ ਭਾਈ ਬਾਲਾ ਜੀ ਨਾਲ ਹਨ। ਤੇ ਇੱਕ ਉੱਥੇ ਦਾ ਜਿਹੜਾ ਹੈ ਜੱਟ, ਜਿਹੜਾ ਖੇਤ ਦਾ ਜੱਟ ਸੀਗਾ, ਜੋ ਖੇਤੀਬਾੜੀ ਕਰਨ ਵਾਲਾ ਸੀਗਾ, ਤੇ ਉਹਨੇ ਜਿਹੜਾ ਹੈ ਜਾ ਕੇ ਦੇਖ ਲਿਆ ਗੁਰੂ ਨਾਨਕ ਸਾਹਿਬ ਜੀ ਨੂੰ। ਗੁਰ ਬੈਠ ਗਏ ਤਟ ਜਾਹੇ ਜਹਾਂ। ਜਿੱਥੇ ਮਹਾਰਾਜ ਜੀ ਬੈਠੇ ਸਨ ਉਹ ਖੇਤ ਵਿੱਚ ਇਕੱਠਾ ਕਰ ਈਂਧਨ ਧੂਮ ਕਿਓ। ਤੇ ਮਹਾਰਾਜ ਨੇ ਉੱਥੇ ਉਸ ਵੇਲੇ ਲੋਕਾਂ ਦਾ ਅਟੈਂਸ਼ਨ ਲੈਣ ਵਾਸਤੇ, ਲੋਕਾਂ ਨੂੰ ਆਪਣੇ ਕੋਲ ਸੱਦਣ ਵਾਸਤੇ ਸਤਿਗੁਰਾਂ ਨੇ ਕੀ ਕੀਤਾ, ਉੱਥੇ ਦੀਆਂ ਜਿਹੜੀਆਂ ਸੁੱਕੀਆਂ ਲੱਕੜਾਂ ਇਕੱਠੀਆਂ ਕਰਕੇ ਤੇ ਉਹ ਜਿਹੜਾ ਬਾਲਣ ਬਣਾ ਕੇ ਉਹਨੂੰ ਅੱਗ ਲਾ ਦਿੱਤੀ, ਜਿਹਦੇ ਕਰਕੇ ਬਹੁਤ ਸਾਰਾ ਧੂਆਂ ਉੱਠਿਆ ਆਕਾਸ਼ ਵੱਲ। ਦਰਵੇਸ਼ ਸੁਬੇਸ਼ ਸਰੀਰ ਲਿਓ। ਤੇ ਮਹਾਰਾਜ ਨੇ ਆਪਣਾ ਸਰੀਰ ਦਾ ਜਿਹੜਾ ਹੈ ਕਾਸਟਿਊਮ ਐਸਾ ਬਣਾਇਆ ਜਿਵੇਂ ਕੋਈ ਦਰਵੇਸ਼ ਹੁੰਦਾ ਹੈ, ਕੋਈ ਫਕੀਰ ਹੁੰਦਾ ਹੈ। ਸੋ ਇਉਂ ਕਰਕੇ ਮਹਾਰਾਜ ਨੇ ਐਸਾ ਜਿਹੜਾ ਆਪਣਾ ਖਾਸ ਦਰਵੇਸ਼ ਵਾਲਾ, ਦਰਵੇਸ਼ ਦਾ ਮਤਲਬ ਹੁੰਦਾ ਹੈ ਦਰਵੇਸ਼, ਦੋ ਦਰਵਾਜ਼ੇ ਤੇ ਖੜ ਕੇ ਉਡੀਕਦਾ ਹੈ, ਜੋ ਪਰਮਾਤਮਾ ਨੂੰ ਆਪਣੇ ਜੀਵਨ ਵਿੱਚ ਸਾਰਾ ਜੀਵਨ ਦਰਵੇਸ਼ ਕਰਕੇ ਕਰਦਾ ਹੈ, ਵੀ ਉਹ ਦਰ ਤੇ ਖੜ ਕੇ ਆਵਾਜ਼ਾਂ ਮਾਰਦਾ ਪਰਮਾਤਮਾ ਨੂੰ, ਉਹਨੂੰ ਦਰਵੇਸ਼ ਕਿਹਾ ਜਾਂਦਾ ਹੈ। ਸੋ ਮਹਾਰਾਜ ਨੇ ਉਹ ਦਰਵੇਸ਼ ਵਾਲਾ ਜਿਹੜਾ ਹੈ ਆਪਣਾ ਜਿਹੜਾ ਹੈ ਲਿਬਾਸ ਲਿਆ। ਤਿਸ ਦੇਸ ਕੁਰੀਤ ਹੋਤੀ ਜੋ ਸੁਨੋ। ਸੋ ਜੋ ਉਹ ਦੇਸ਼ ਵਿੱਚ ਕੁਰੀਤੀਆਂ ਹੁੰਦੀਆਂ ਸਨ, ਜੋ ਭੈੜੀ ਪ੍ਰੈਕਟਿਸ ਸੀ ਉੱਥੇ, ਜਿਹੜਾ ਅਨਵਾਈਸ ਪ੍ਰੈਕਟਿਸ ਜਿਹੜੀ ਉਹ ਲੋਕ ਉਸ ਵੇਲੇ ਉਸ ਪਿੰਡ ਦੇ ਕਰਦੇ ਸਨ, ਉਹ ਸੁਣੋ ਹੁਣ। ਛਿਤ ਪਾਲਕ ਪੂਜਾ ਹੈ ਰਾਮ ਮਨੋ। ਦੇਖੋ ਉਹਨਾਂ ਦਾ ਪਰਮੇਸ਼ਰ ਕਰਕੇ ਉਹ ਆਪਣੇ ਰਾਜੇ ਨੂੰ ਪੂਜਦੇ ਸਨ। ਉਹਨਾਂ ਵਾਸਤੇ ਉਹਨਾਂ ਦਾ ਰਾਜਾ ਹੀ ਰੱਬ ਸੀਗਾ, ਤੇ ਜੇ ਰੱਬ ਵਾਂਗੋਂ ਉਹਨੂੰ ਪੂਜਿਆ ਕਰਦੇ ਸਨ, ਉਹਦਾ ਸਤਿਕਾਰ ਕਰਿਆ ਕਰਦੇ ਸਨ। ਘਰ ਵਿੱਚ ਰਾਜੇ ਦੀਆਂ ਹੀ ਫੋਟੋ ਰੱਖ ਕੇ ਉਹਦੀ ਪੂਜਾ ਕਰਿਆ ਕਰਦੇ ਸਨ। ਬਰਖਾ ਜਬ ਚਾਹ ਹੈ ਖੇਤ ਹਿਤੰ। ਦੇਖੋ ਜਦੋਂ ਕਿਤੇ ਬਰਖਾ ਨਾ ਪਵੇ, ਮੀਂਹ ਨਾ ਪਵੇ, ਤਾਂ ਉਹ ਲੋਕ ਕੀ ਕਰਦੇ ਸਨ ਵੀ ਮੀਂਹ ਪੈ ਜਾਵੇ, ਜਿਹੜਾ ਹੈ ਰੇਨਫਾਲ ਹੋਵੇ। ਸਭ ਜਾਚ ਹੈ ਜਾਏ ਜਹਾਂ ਨਿਰਪਤੰ। ਉਹ ਜਾ ਕੇ ਰਾਜੇ ਨੂੰ ਇਹ ਗੱਲ ਕਿਹਾ ਕਰਦੇ ਸਨ ਕਿ ਰਾਜਨ ਤੂੰ ਹੀ ਸਾਡਾ ਪਰਮੇਸ਼ਰ ਹੈ, ਤੇ ਕਿਰਪਾ ਕਰਕੇ ਮੀਂਹ ਪਾ ਦੇ, ਮੀਂਹ ਪੈ ਜਾਵੇ, ਜਿਹਦੇ ਕਰਕੇ ਖੇਤਾਂ ਵਿੱਚ ਪਾਣੀ ਆ ਜਾਵੇ। ਮੁਖ ਜਾਪ ਸੁਰੇਸ਼ ਨਰੇਸ਼ ਕਰੈ। ਉਸ ਵੇਲੇ ਰਾਜਾ ਆਪਣੇ ਅੰਦਰ ਕਮਰੇ ਵਿੱਚ ਜਾ ਕਰਕੇ ਉਹ ਇੰਦਰ ਦੀ ਪੂਜਾ ਕਰਿਆ ਕਰਦਾ ਸੀ, ਕਿਉਂਕਿ ਇੰਦਰ ਦੇਵਤਾ ਹੀ ਮੰਨਿਆ ਹੈ ਕਿ ਇਹ ਮੀਂਹ ਜਾਂ ਜਿਹੜਾ ਬਾਰਿਸ਼ ਦਾ ਦੇਵਤਾ ਹੈ। ਉਹ ਆਪਣੇ ਕਮਰੇ ਵਿੱਚ ਜਾ ਕੇ ਇੰਦਰ ਦੀ ਪੂਜਾ ਕਰਿਆ ਕਰਦਾ ਸੀ, ਹਵਨ ਕਰਿਆ ਕਰਦਾ ਸੀਗਾ ਇਹ ਇੰਦਰ ਦਾ। ਸਭ ਮੰਤਰ ਪੜੈ ਬਰਖਾ ਸੋ ਪਰੈ। ਤੇ ਉਹ ਮੰਤਰ ਇੰਦਰ ਦੇ ਪ੍ਰੇਸ ਦੇ ਵਿੱਚ ਉਹ ਮੰਤਰ ਪੜਿਆ ਕਰਦਾ ਸੀਗਾ, ਜਿਹਦੇ ਕਰਕੇ ਇੰਦਰ ਖੁਸ਼ ਹੋ ਜਾਂਦਾ ਸੀਗਾ ਤੇ ਬੱਦਲ ਆ ਕੇ ਮੀਂਹ ਪਾ ਜਾਂਦੇ ਸਨ। ਇਸ ਕਾਰਜ ਹੋਏ ਨੇ ਬਾਹੇ ਅਸੰਗ। ਸੋ ਇਸੇ ਤਰ੍ਹਾਂ ਹੀ ਖੇਤੀ ਦਾ ਕਾਰਜ ਚੱਲਦਾ ਸੀਗਾ, ਕਿਉਂਕਿ ਜਿਹੜੇ ਕਿਸਾਨ ਬੰਦੇ ਹੁੰਦੇ ਨੇ ਇਹਨਾਂ ਵਾਸਤੇ ਖੇਤੀ ਹੀ ਸਭ ਕੁਝ ਹੁੰਦਾ ਹੈ। ਖੇਤੀ ਤੋਂ ਬਗੈਰ ਇਹਨਾਂ ਦਾ ਕੁਝ ਵੀ ਨਹੀਂ ਹੈ। ਸੋ ਇਸ ਕਰਕੇ ਸਾਰੇ ਲੋਕ ਰਾਜੇ ਨੂੰ ਰੱਬ ਇਸ ਕਰਕੇ ਮੰਨਦੇ ਸਨ ਕਿਉਂਕਿ ਰਾਜਾ ਨੂੰ ਬੇਨਤੀ ਕਰਨ ਨਾਲ ਕਹਿੰਦੇ ਮੀਂਹ ਪੈ ਜਾਂਦਾ ਹੈ, ਤੇ ਰਾਜਾ ਇਹ ਨਹੀਂ ਦੱਸਦਾ ਸੀ ਵੀ ਮੈਂ ਵੀ ਅੰਦਰ ਜਾ ਕੇ ਇੰਦਰ ਦੀ ਪੂਜਾ ਕਰਦਾ ਹਾਂ। ਬਿਨ ਭੂਪ ਲਖੈ ਨਹਿ ਔਰ ਕਿਸੰਗ। ਇਸ ਕਰਕੇ ਉਹ ਜਿਹੜੇ ਕਿਸਾਨ ਹਨ ਰਾਜੇ ਤੋਂ ਬਗੈਰ ਹੋਰ ਕਿਸੇ ਨੂੰ ਵੱਡਾ ਨਹੀਂ ਜਾਣਦੇ ਸਨ। ਜਿਸ ਬਾਸਰ ਤੇ ਗੁਰ ਬੈਠ ਗਏ। ਜਿਸ ਦਿਨ ਮਹਾਰਾਜ ਜੀ ਉਸ ਖੇਤ ਵਿੱਚ ਜਾ ਬੈਠੇ, ਤਬ ਤੇ ਜਲ ਮੇਘ ਨਾ ਫੇਰ ਪਏ। ਕੀ ਹੋਇਆ ਉਸ ਦਿਨ ਤੋਂ ਲੈ ਕਰਕੇ ਕੁਝ ਦਿਨ ਪਹਿਲਾਂ ਵੀ ਸੀਗਾ ਤੇ ਉਸ ਦਿਨ ਤੋਂ ਕਹਿੰਦੇ ਮੀਂਹ ਨਹੀਂ ਪੈ ਰਿਹਾ ਸੀ।
ਬਿਲਕੁਲ ਨਹੀਂ ਮੀਂਹ ਪਿਆ, ਆਕਾਸ਼ ਬਿਲਕੁਲ ਕਲੀਅਰ ਹੋ ਗਿਆ, ਕੋਈ ਬੱਦਲ ਵੀ ਨਹੀਂ ਰਿਹਾ। ਕ੍ਰਿਸ ਸੂਕ ਚਲੀ ਬਿਨ ਨੀਰ ਜਬੈ। ਦੇਖੋ ਇਹ ਖੇਤੀ ਸੁੱਕਣ ਲੱਗ ਪਈ ਲੋਕਾਂ ਦੀ, ਇਹ ਕਿਸਾਨਾਂ ਦੀ ਜਿਹੜੀ ਖੇਤੀ ਸੀ ਨਾ ਸਾਰੀ ਸੁੱਕਣ ਲੱਗ ਗਈ ਕਿਉਂਕਿ ਮੀਂਹ ਨਾ ਪਿਆ। ਸਭ ਲੋਕ ਗਏ ਨਿਰਪ ਪਾਸ ਤਬੈ। ਸਾਰੇ ਲੋਕ ਇਕੱਠੇ ਹੋ ਕੇ ਜਿਵੇਂ ਅੱਗੇ ਵੀ ਜਾਂਦੇ ਹਨ, ਰਾਜੇ ਕੋਲ ਜਾ ਕੇ ਇਹਨਾਂ ਨੇ ਜਾ ਕੇ ਬੇਨਤੀ ਕੀਤੀ। ਬਰਖਾ ਬਿਨ ਸੁੱਕਤ ਖੇਤ ਹਰੇ। ਕਹਿਣਗੇ ਦੇਖ ਰਾਜਨ, ਸਾਡੀਆਂ ਖੇਤ ਜਿਹੜੇ ਹਨ ਸੁੱਕ ਰਹੇ ਹਨ ਮੀਂਹ ਤੋਂ ਬਗੈਰ। ਕਹੋ ਵਾਕ ਧਰਾ ਪਰ ਮੇਹੋ ਪਰੇ। ਕਹਿਣ ਲੱਗੇ ਇਸ ਕਰਕੇ ਤੁਸੀਂ ਕੋਈ ਬਚਨ ਕਰ ਦਿਓ ਜਿਹਦੇ ਕਰਕੇ ਮੀਂਹ ਆ ਜਾਵੇ। ਤੁਸੀਂ ਕਹਿ ਦਿਓ ਬਦਲਾਂ ਨੂੰ ਹੁਣ ਆ ਕੇ ਇੱਥੇ ਮੀਂਹ ਪਾ ਜਾਣ। ਸੁਨ ਭੂਪ ਉਚਾਰਨ ਮੰਤਰ ਕਿਓ। ਉਹ ਜਿਹੜਾ ਹਨ ਰਾਜਾ ਜਿਵੇਂ ਅੱਗੇ ਵੀ ਕਰਦਾ ਹੈ, ਉਹਨੇ ਆਪਣੇ ਕਮਰੇ ਵਿੱਚ ਜਾ ਕੇ ਇੰਦਰ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ, ਹਵਨ ਕਰਨਾ ਸ਼ੁਰੂ ਕਰ ਦਿੱਤਾ। ਇੰਦਰ ਦੇ ਜਿਹੜੇ ਹਨ ਮੰਤਰ ਪੜ੍ਹ ਕੇ। ਕਹਿ ਬੈਨ ਰਹਿਓ ਨਹਿ ਮੇਹੋ ਪਇਓ। ਪਰ ਅੱਜ ਕੀ ਹੋਇਆ, ਇਸ ਵੇਲੇ ਕੀ ਹੋਇਆ, ਜਿਵੇਂ ਅੱਗੇ ਉਹ ਮੰਤਰ ਪੜਨ ਕਰਕੇ ਬੱਦਲ ਆ ਜਾਂਦੇ ਹਨ ਤੇ ਮੀਂਹ ਪੈ ਜਾਂਦਾ, ਪਰ ਐਤਕੀ ਐਸਾ ਨਾ ਹੋਇਆ। ਨਾ ਬੱਦਲ ਆਏ ਨਾ ਮੀਂਹ ਪੈਣ ਦੀ ਕੋਈ ਜਿਹੜੀ ਹਨ ਆਸ ਬਣੀ, ਤੇ ਇਹ ਰਾਜਾ ਮੁੜ ਮੁੜ ਕੇ ਮੰਤਰ ਪੜ੍ਹੀ ਜਾਂਦਾ ਹੈ, ਉਹਦਾ ਅਸਰ ਕੋਈ ਨਹੀਂ ਹੁੰਦਾ। ਹੁਣ ਜਿਹੜਾ ਹਨ ਉਹਦੇ ਸਾਰੇ ਮੰਤਰ ਹਵਨ ਫੇਲ ਹੋ ਗਿਆ ਐਤਕੀ। ਨਰ ਤੀਸਰ ਬਾਸਰ ਫੇਰ ਗਏ। ਦੇਖੋ ਤੀਜੇ ਦਿਨ ਲੋਕ ਫੇਰ ਰਾਜੇ ਕੋਲ ਗਏ। ਆਫਟਰ 3 ਡੇਜ਼ ਉਹਨਾਂ ਨੇ 3 ਡੇਜ਼ ਵਾਸਤੇ ਉਡੀਕਣਾ ਕੀਤਾ ਵੀ ਹੁਣ ਮੀਂਹ ਆਇਆ, ਹੁਣ ਮੀਂਹ ਆਇਆ, ਮੀਂਹ ਨਾ ਆਇਆ। 3 ਦਿਨਾਂ ਬਾਅਦ ਉਹ ਰਾਜੇ ਕੋਲ ਫੇਰ ਚਲੇ ਗਏ ਬੇਨਤੀ ਕਰਨ ਵਾਸਤੇ। ਸਭ ਲੋਕ ਚਾਹੇ ਨਹਿ ਮੇਹੋ ਪਏ। ਕਹਿੰਦੇ ਸਭ ਲੋਕ ਚਾਹੇ ਜਾ ਕੇ ਉਹਨੂੰ ਕੀ ਕਿਹਾ ਰਾਜੇ ਨੂੰ ਕਹਿੰਦੇ ਸਾਰੇ ਲੋਕ ਕਿਸਾਨ ਚਾਹੁੰਦੇ ਹਨ ਵੀ ਮੀਂਹ ਪੈ ਜਾਵੇ, ਪਰ ਮੀਂਹ ਨਹੀਂ ਪੈ ਰਿਹਾ। ਉਪਚਾਰ ਨਾ ਕੂਪ ਨਦੀ ਜਲ ਕੋ। ਦੇਖੋ ਰਾਜਨ, ਸਾਡੇ ਨਗਰ ਦੇ ਵਿੱਚ ਕੋਈ ਜਿਹੜੀ ਹਨ ਨਦੀ ਵੀ ਨਹੀਂ ਹੈਗੀ, ਕੋਈ ਖੂਹ ਵੀ ਨਹੀਂ ਬਣਿਆ ਹੋਇਆ। ਤੇ ਜਿਹੜਾ ਹੈ ਕਿਉਂਕਿ ਰਾਜੇ ਨੇ ਜਾਣ ਬੁੱਝ ਕੇ ਉੱਥੇ ਖੂਹ ਹੀ ਬਣਾਇਆ ਸੀ। ਉਹ ਚਾਹੁੰਦਾ ਸੀ ਵੀ ਸਾਰੇ ਲੋਕ ਮੇਰੇ ਕੋਲ ਆਇਆ ਕਰਨ ਤੇ ਵੀ ਮੈਂ ਇੰਦਰ ਦੇ ਜਿਹੜੇ ਹਨ ਮੰਤਰ ਪੜਿਆ ਕਰਾਂਗਾ ਤੇ ਮੀਂਹ ਆ ਜਾਇਆ ਕਰੇਗਾ ਤੇ ਇਹ ਮੈਨੂੰ ਮੰਨਿਆ ਕਰਨਗੇ। ਉਹਨੂੰ ਵੀ ਰੱਬ ਬਣਨ ਦਾ ਬੜਾ ਚਾਅ ਸੀਗਾ ਰਾਜੇ ਨੂੰ। ਸੋ ਇਸ ਕਰਕੇ ਜਿਹੜਾ ਹੈ ਕਹਿੰਦੇ ਰਾਜਨ, ਸਾਡੇ ਕੋਲ ਨਾ ਨਦੀ ਹੈ ਨਾ ਖੂਹ ਹੈ, ਜਿਹੜਾ ਕੋਈ ਵਸੀਲਾ ਹੈ ਨਹੀਂ ਪਾਣੀ ਨੂੰ ਜਿਹੜਾ ਸਪਲਾਈ ਕਰਨ ਦਾ। ਨਿਤ ਆਸ ਆਕਾਸ਼ ਮਹੀਤਲ ਕੋ। ਸਾਡਾ ਇੱਕੋ ਇੱਕ ਜਿਹੜਾ ਆਸ ਹੈ ਉਹ ਹੈ ਬੱਦਲਾਂ ਦੇ ਵਿੱਚ। ਬੱਦਲ ਜਿਹੜੇ ਕਲਾਊਡਸ ਹਨ, ਇਹੀ ਸਾਡੀ ਆਸ ਹੈ ਮੀਂਹ ਵਾਸਤੇ। ਸੁਨ ਭੂਪ ਕਹੇ ਨਹਿ ਚਿੰਤ ਕਰੋ। ਸੋ ਉਸ ਵੇਲੇ ਰਾਜਾ ਜਿਹੜਾ ਹੈ ਉਹ ਲੋਕਾਂ ਨੂੰ ਕਹਿੰਦਾ, ਭਾਈ ਬੜੀ ਕੌਨਫੀਡੈਂਟਲੀ ਉਹਨੇ ਕਿਹਾ ਕਿ ਫਿਕਰ ਨਾ ਕਰੋ ਜੀ, ਮੈਂ ਹੈਗਾ ਤੁਹਾਡੇ ਵਾਸਤੇ ਇੱਥੇ। ਬਰਖਾ ਬਰਖੈ ਔਰ ਧੀਰ ਧਰੋ। ਕਹਿਣਗੇ ਵਰਖਾ ਜ਼ਰੂਰ ਪਏਗੀ, ਮੀਂਹ ਜ਼ਰੂਰ ਪਏਗਾ, ਤੁਸੀਂ ਥੋੜੀ ਧੀਰਜ ਧਰੋ, ਥੋੜਾ ਜਿਹਾ ਜਿਹੜਾ ਹੌਸਲਾ ਕਰੋ। ਹੁਣ ਤਬ ਮਾਨਵ ਜੋ ਨਿਜ ਐਨ ਗਏ। ਜੋ ਮਾਨਵ ਉਹ ਰਾਜੇ ਕੋਲ ਗਏ ਸਨ ਉਹਦੇ ਘਰ ਦੇ ਵਿੱਚ, ਪੁਨ ਦਿਵਸ 6-7 ਬਤੀਤ ਭਏ। ਕੀ ਹੋਇਆ ਜੀ, ਉਹ ਜਿਹੜੇ ਲੋਕ ਸਨ ਉਹ ਵਾਪਸ ਆ ਕੇ ਹੋਰਾਂ ਨੂੰ ਉਹਨਾਂ ਨੇ ਦੱਸ ਦਿੱਤਾ। ਤੇ ਕੀ ਹੋਇਆ, ਲੋਕੀ ਉਡੀਕਦੇ ਰਹੇ। 6ਵਾਂ ਦਿਨ ਚੜ ਗਿਆ ਜੀ, 6 ਦਿਨ ਹੋ ਗਏ, 6 ਡੇਜ਼ ਬੀਤ ਗਏ, ਫੇਰ ਵੀ ਮੀਂਹ ਨਾ ਆਇਆ। ਬਹੁ ਬਾਰ ਅਰਾਧ ਰਹਿਓ ਮਗਵਾ। ਵੇ ਜਿਹੜਾ ਰਾਜਾ ਸੀਗਾ ਇਹ ਜਿਹੜਾ ਹੈ ਉੱਥੇ ਬੈਠਾ ਪੂਜਾ ਕਰੀ ਗਿਆ, ਹਵਨ ਕਰੀ ਗਿਆ, ਮੰਤਰ ਮੁੜ ਮੁੜ ਕੇ ਪੜ੍ਹੀ ਗਿਆ, ਹੋਰ ਨਵੇਂ ਤੋਂ ਨਵੇਂ ਮੰਤਰ ਕੱਢ ਕੇ ਪੜ੍ਹੀ ਗਿਆ, ਪਰ ਐਤਕੀ ਉਹ ਮੰਤਰਾਂ ਦਾ ਕੋਈ ਅਸਰ ਨਾ ਪਿਆ। ਰਿਪਤੇ ਨਹਿ ਬੂੰਦ ਪਰੈ ਲਗਵਾ। ਦੇਖੋ ਕਹਿੰਦੇ ਮੀਂਹ ਤਾਂ ਕੀ ਆਉਣਾ ਸੀ, ਇੱਕ ਡ੍ਰੌਪ ਜਿਹੜਾ ਹੈ ਪਾਣੀ ਦਾ ਨਹੀਂ ਆ ਕੇ ਧਰਤੀ ਤੇ ਡਿੱਗਿਆ। ਬੱਦਲ ਨਹੀਂ ਆਏ ਉੱਥੇ, ਜਿਹੜਾ ਆਕਾਸ਼ ਕਲੀਅਰ ਹੀ ਰਿਹਾ ਤੇ ਉੱਥੇ ਕੋਈ ਪਾਣੀ ਜਿਹੜਾ ਹਨ ਮੀਂਹ ਪੈਣ ਦੀ ਕੋਈ ਆਸ ਨਹੀਂ ਰਹਿ ਗਈ ਸੀ। ਔਰ ਧੀਰ ਟਰਾ ਨਰ ਚਿੰਤ ਗਹੇ। ਲੋਕਾਂ ਦਾ ਹੁਣ ਧੀਰਜ ਲੋਕਾਂ ਨੇ ਛੱਡ ਦਿੱਤਾ, ਉਹਨਾਂ ਦਾ ਫੋਰਟੀਟਿਊਡ ਜਿਹੜਾ ਹੈ ਉਹਨਾਂ ਨੇ ਛੱਡ ਦਿੱਤਾ। ਹੁਣ ਕਹਿੰਦੇ ਭਾਈ ਹੁਣ ਉਹਨਾਂ ਨੇ ਹੌਸਲਾ ਛੱਡ ਦਿੱਤਾ। ਕਹਿੰਦੇ ਦੇਖੋ ਹੁਣ ਤਾਂ ਆਪਣੀ ਖੇਤੀ ਗਈਓ ਗਈ ਤੇ ਇਹਦੇ ਵਿੱਚ ਕੀ ਹੋਵੇਗਾ। ਕਹਿੰਦੇ ਸਾਨੂੰ ਹੁਣ ਸਾਡਾ ਜਿਹੜਾ ਹੈ ਅਗਲੀ ਵਾਰੀ ਜਿਹੜਾ ਹੈ ਸਾਡਾ ਖਾਣਾ ਬੰਦ ਹੋ ਜਾਣਾ ਹੈ, ਸਾਨੂੰ ਚੌਲ ਨਹੀਂ ਮਿਲਣੇ, ਸਾਨੂੰ ਵੀਟ ਨਹੀਂ ਮਿਲਣੀ, ਜਿਹੜਾ ਹੈ ਜਿੰਨੀਆਂ ਸਬਜ਼ੀਆਂ ਭਾਜੀਆਂ ਉਹ ਨਹੀਂ ਮਿਲਣੀਆਂ। ਕਹਿੰਦੇ ਭੁੱਖੇ ਮਰਾਂਗੇ, ਹੁਣ ਤਾਂ ਸਾਡਾ ਜਿਹੜਾ ਗੁਜ਼ਾਰਾ ਖਤਮ ਹੋ ਗਿਆ ਜੀ, ਹੁਣ ਨਹੀਂ ਕੁਝ ਮਿਲਣਾ ਇੱਥੋਂ ਕਿਉਂਕਿ ਮੀਂਹ ਨਾ ਪਿਆ। ਇਹ ਤਾਂ ਅੱਧੀ ਤਾਂ ਸੁੱਕ ਗਈ, ਹੁਣ ਅੱਧੀ ਕੁ ਰਹਿ ਗਈ, ਉਹ ਵੀ ਸੁੱਕ ਜਾਣੀ ਹੈ, ਇਹ ਮੁੜ ਕੇ ਨਹੀਂ ਹਰੀ ਹੋਣੀ। ਹੁਣ ਕ੍ਰਿਸ ਸੂਕ ਚਲੇ ਨਾ ਉਪਾਵ ਅਹੇ। ਦੇਖੋ ਜੇ ਜਿਹੜੀ ਹਨ ਖੇਤੀ ਸੁੱਕ ਗਈ ਤਾਂ ਹੋਰ ਕੀ ਉਪਾਵ ਹੈ, ਹੋਰ ਕੋਈ ਉਪਾਵ ਨਹੀਂ। ਕਿਉਂਕਿ ਪਿੰਡ ਜਿਹੜੇ ਹੋਇਆ ਕਰਦੇ ਸਨ ਉਸ ਸਮੇਂ ਦੇ ਵਿੱਚ ਬੜੇ ਆਈਸੋਲੇਟਡ ਹੋਇਆ ਕਰਦੇ ਸਨ, ਇੱਕ ਦੂਜੇ ਨਾਲ ਜੁੜੇ ਹੋਏ ਨਹੀਂ ਸਨ। ਸੋ ਅੱਡ ਅੱਡ ਇਹ ਪਿੰਡ ਹੋਇਆ ਕਰਦੇ, ਬੜੀ ਦੂਰ ਹੋਇਆ ਕਰਦੇ ਤੇ ਇੱਕ ਪਿੰਡ ਦੂਜੇ
ਦੂਜੇ ਪਿੰਡ ਦੀ ਮਦਦ ਵੀ ਨਹੀਂ ਕਰਿਆ ਕਰਦੇ ਸਨ। ਇਹ ਦੁਸ਼ਮਣ ਹੋਇਆ ਕਰਦੇ ਸਨ ਇੱਕ ਦੂਜੇ ਦੇ। ਇਸ ਕਰਕੇ ਹੁਣ ਉਹਨਾਂ ਦੀ ਆਸ ਉਹਨਾਂ ਨੇ ਛੱਡ ਦਿੱਤੀ ਵੀ ਹੁਣ ਨਹੀਂ ਕੁਝ ਬਣਨਾ ਸਾਡਾ। ਕ੍ਰਿਸ ਸੂਕ ਚਲੇ ਨਾ ਉਪਾਵ ਅਹੇ। ਕਹਿਣਗੇ ਹੁਣ ਜਿਹੜੀ ਹੈ ਸਾਡਾ ਕੋਈ ਵੀ ਉਪਾਵ ਨਹੀਂ ਚੱਲਣਾ, ਇਹ ਸਾਰੀ ਖੇਤੀ ਸਾਡੀ ਸੁੱਕ ਜਾਣੀ ਹੈ। ਜਿਹੇ ਖੇਤ ਸਮੀਪ ਗੁਰੂ ਬਰਦਾ। ਜਿਹੜੇ ਖੇਤ ਵਿੱਚ ਵਰਦਾਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬੈਠੇ ਸਨ, ਤੇ ਮਾਲਕ ਆਏ ਬਸੂਰ ਸਦਾ। ਉਹ ਖੇਤ ਦਾ ਮਾਲਕ ਅੱਜ ਚੱਲ ਕੇ ਆਇਆ ਆਪਣੇ ਖੇਤਾਂ ਦੇ ਵਿੱਚ। ਘਟ ਕੀ ਲਖ ਕੈ ਗੁਰ ਬੈਨ ਭਨੰ। ਉਹ ਜਿਹੜਾ ਹੈ ਅੱਗੇ ਤਾਂ ਗੁਰੂ ਨਾਨਕ ਸਾਹਿਬ ਨੂੰ ਦੇਖ ਕੇ ਵੀ ਅਣਡਿੱਠ ਜਾ ਕਰਦਾ ਸੀ, ਵੀ ਨਹੀਂ ਦੇਖਿਆ ਜੀ, ਮੂੰਹ ਜਾ ਪਾਸੇ ਕਰਕੇ ਲੰਘ ਜਾਂਦਾ ਸੀ। ਪਰ ਐਤਕੀ ਜਿਹੜਾ ਹੈ ਉਹਨੇ ਜਿਹੜਾ ਹੈ ਮਹਾਰਾਜ ਦੇ ਕੋਲ ਆ ਗਿਆ, ਤੇ ਹੁਣ ਜਦੋਂ ਦੁਖੀ ਹੋ ਗਿਆ ਨਾ, ਹੁਣ ਲੋੜ ਪਈ, ਹੁਣ ਸਤਿਗੁਰਾਂ ਦੇ ਕੋਲ ਆ ਗਿਆ। ਸਤਿਗੁਰਾਂ ਗੁਰੂ ਨਾਨਕ ਸਾਹਿਬ ਜੀ ਨੂੰ ਦੇਖ ਕਰਕੇ ਜਿਹੜਾ ਹਨ ਸਿਰਫ ਆਇਆ ਨਹੀਂ, ਉਸ ਵੇਲੇ ਉਹਨੇ ਆ ਕੇ ਬੇਨਤੀ ਵੀ ਕੀਤੀ। ਚਿਤ ਮੈਂ ਬਹੁਤ ਚਿੰਤ ਭਇਓ ਬਿਮਨੰ। ਤੇ ਜਿਹੜਾ ਹਨ ਉਹ ਹਜੇ ਕੁਝ ਬੋਲ ਨਾ ਸਕਿਆ, ਹਜੇ ਕੁਝ ਬੋਲਣ ਨੂੰ ਕਰਦਾ ਸੀਗਾ, ਤੇ ਗੁਰੂ ਨਾਨਕ ਸਾਹਿਬ ਜੀ ਨੇ ਪੁੱਛ ਲਿਆ, ਕਿਉਂਕਿ ਉਹਨੂੰ ਪਤਾ ਨਹੀਂ ਲੱਗਦਾ ਸੀ ਵੀ ਮੈਂ ਕੀ ਕਵਾਂ। ਕਿਉਂਕਿ ਦੇਖੋ ਨਾ, ਇਹਨਾਂ ਨੇ ਰੱਬ ਨੂੰ ਤਾਂ ਨਹੀਂ ਮੰਨਦੇ ਸਨ। ਇੱਕ ਆਸ ਰਾਜੇ ਤੇ ਸੀ, ਉਹ ਵੀ ਹੁਣ ਡਾਊਟਫੁਲ ਹੋ ਗਏ ਵੀ ਰਾਜਾ ਵੀ ਹੁਣ ਮੀਂਹ ਨਹੀਂ ਪਾ ਸਕਦਾ। ਇਸ ਕਰਕੇ ਉਹ ਵਿਚਾਰਾ ਕਾਫੀ ਕਨਫਿਊਜ਼ ਸੀਗਾ, ਉਹ ਕਿਰਸਾਨ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹਦੀ ਹਾਲਾਤ ਨੂੰ ਦੇਖ ਕੇ ਮਹਾਰਾਜ ਨੇ ਕਿਹਾ, ਚਿੰਤ ਮੈਂ ਬਹੁ ਚਿੰਤ ਭਇਓ। ਕਹਿਣ ਲੱਗੇ ਤੂੰ ਆਪਣੇ ਅੰਦਰ ਚਿੰਤਾ ਦੇ ਵਿੱਚ ਬੜਾ ਜਿਹੜਾ ਹੈ, ਚਿੱਤ ਦੇ ਵਿੱਚ ਬੜੀ ਚਿੰਤਾ ਕਰ ਰਿਹਾ ਹੈ, ਬੜਾ ਤੈਨੂੰ ਫਿਕਰ ਲੱਗ ਰਿਹਾ ਹੈ। ਕਹਿੰਦੇ ਤੂੰ ਇੰਨਾ ਉਦਾਸ ਕਿਉਂ ਹੋਇਆ ਫਿਰਦਾ ਹਾਂ? ਕਹੋ ਕਾਰਨ ਕੌਣ ਤੁਮੈ ਦੁੱਖ ਕੋ। ਕਹਿਣ ਲੱਗੇ ਤੂੰ ਦੱਸ ਤੇਰਾ ਕਾਰਨ ਕੀ ਹੈ ਜਿਹਦੇ ਕਰਕੇ ਤੂੰ ਇੰਨਾ ਦੁਖੀ ਹੋਇਆ ਫਿਰਦਾ ਹਾਂ? ਦਿਲਗੀਰ ਦੇਖੋ ਨਾ ਖੁਸ਼ੀ ਮੁਖ ਕੋ। ਦਿਲਗੀਰ, ਤੇਰਾ ਦਿਲ ਜਿਹੜਾ ਟੱਠਿਆ ਹੋਇਆ ਹੈ, ਤੂੰ ਦਿਲ ਦੇ ਵਿੱਚ ਤੂੰ ਦਿਲ ਦਾ ਗਰੀਬ ਹੋਇਆ ਪਿਆ ਹੈ, ਤੇਰੇ ਦਿਲ ਦੇ ਵਿੱਚ ਕੋਈ ਆਸ ਨਹੀਂ ਰਹਿ ਗਈ, ਇਸ ਕਰਕੇ ਤੂੰ ਦਿਲਗੀਰ ਹੈ। ਕਹਿਣ ਲੱਗੇ ਤੂੰ ਹੈ, ਅਸੀਂ ਤੈਨੂੰ ਦਿਲਗੀਰ ਕਰਕੇ ਦੇਖਦੇ ਹਾਂ ਵੀ ਤੈਨੂੰ ਹੁਣ ਕਿਸੇ ਉੱਤੇ ਕੋਈ ਆਸ ਨਹੀਂ ਰਹਿ ਗਈ, ਤੇਰੇ ਦਿਲ ਦੇ ਵਿੱਚ ਕੋਈ ਹੌਸਲਾ ਨਹੀਂ ਰਹਿ ਗਿਆ, ਨਾ ਖੁਸ਼ੀ ਮੁਖ ਤੇ ਤੇਰੇ ਮੁਖ ਤੇ, ਤੇਰੇ ਮੂੰਹ ਤੇ ਵੀ ਕੋਈ ਖੁਸ਼ੀ ਨਹੀਂ। ਸੁਨ ਸੰਤ ਕਹੋ ਬਿਰਥਾ ਮਨ ਕੀ। ਹੁਣ ਉਹਨੇ ਹਿੰਮਤ ਕੀਤੀ ਜੀ, ਉਹ ਕਿਰਸਾਨ ਨੇ ਹਿੰਮਤ ਕਰਕੇ ਬੋਲਿਆ, ਕਹਿੰਦੇ ਸੰਤ ਜੀ ਮੇਰੀ ਇੱਕ ਗੱਲ ਸੁਣੋ ਤੁਸੀਂ ਮੇਰੀ ਬੇਨਤੀ ਨੂੰ। ਕਹਿੰਦੇ ਮੈਂ ਤੁਹਾਨੂੰ ਆਪਣੇ ਮਨ ਦੀ ਗੱਲ ਦੱਸਦਾ ਹਾਂ। ਅੱਜ ਮਨ ਦੀ ਗੱਲ ਦੱਸਣਾ ਹੁੰਦਾ ਹੈ ਵੀ ਮੈਂ ਕੋਈ ਉਹਦੇ ਵਿੱਚ ਜਿਹੜਾ ਹੈ ਕੁਝ ਗੱਲ ਘੱਟ ਕਰਕੇ ਨਹੀਂ ਦੱਸਣੀ, ਕੋਈ ਵੱਧ ਕਰਕੇ ਨਹੀਂ ਦੱਸਣੀ। ਜਿਹੀ ਜੀ ਮੇਰੇ ਦਿਲ ਵਿੱਚ ਗੱਲ ਹੈ ਮੈਂ ਉਹੀ ਗੱਲ ਤੁਹਾਨੂੰ ਦੱਸ ਦੇਣੀ ਹੈ। ਸਭ ਆਸ ਤਜੇ ਜਗ ਜੀਵਨ ਕੀ। ਮਹਾਰਾਜ ਮੈਂ ਤਾਂ ਆਪਣੀ ਆਸ ਛੱਡਤੀ, ਨਾ ਮੈਂ ਜਿਉਂਦਾ ਰਹਿਣਾ ਨਾ ਮੇਰੇ ਪਰਿਵਾਰ ਜਿਉਂਦਾ ਰਹਿ ਸਕਦਾ ਹੈ, ਕਿਉਂਕਿ ਮੀਂਹ ਨਹੀਂ ਪਿਆ, ਪਾਣੀ ਤਾਂ ਪਹਿਲਾਂ ਹੀ ਬੰਦ ਹੋ ਗਿਆ, ਦੂਜਾ ਖਾਣਾ ਜਿਹੜਾ ਸੀਗਾ ਉਹ ਵੀ ਸੁੱਕ ਗਿਆ ਸਾਡਾ। ਕਹਿੰਦੇ ਹੁਣ ਜੀਵਨ ਦੀ ਆਸ ਮੁੱਕ ਗਈ, we will not survive anymore। ਸੋ ਇਹ ਗੱਲ ਕਹਿ ਦਿੱਤੀ ਜੀ। ਵਰਖਾ ਨਾ ਪਰੈ ਦੁਰਭਿਛ ਪਰਾ। ਮਹਾਰਾਜ ਕਾਲ ਪੈ ਗਿਆ, ਹੁਣ ਮੀਂਹ ਨਹੀਂ ਪੈ ਰਿਹਾ। ਕ੍ਰਿਖ ਸੂਕ ਚਲੀ ਬਿਨ ਨੀਰ ਧਰਾ। ਮਹਾਰਾਜ ਸਾਰੀ ਦੇਖੋ ਅੱਜ ਤੁਹਾਡੇ ਆਲੇ ਦੁਆਲੇ ਹੈ, ਸਾਰੀ ਖੇਤੀ ਸੁੱਕ ਗਈ ਹੈ ਮੀਂਹ ਤੋਂ ਬਗੈਰ। ਯੋ ਤਾਂ ਭੂਪ ਪ੍ਰਜਾ ਸਭ ਚਿੰਤ ਕਰੈ। ਕਹਿਣਗੇ ਰਾਜੇ ਸਮੇਤ ਸਾਰਾ ਹੀ ਜਿਹੜਾ ਨਗਰ ਦੇ ਲੋਕ ਦੁਖੀ ਹਨ, ਸਾਰੇ ਦੁਖੀ ਹੋ ਗਏ, ਚਿੰਤਾ ਉਹਨਾਂ ਨੂੰ ਫਿਕਰ ਲੱਗਿਆ ਹੋਇਆ ਹੈ। ਨਹਿ ਪਾਏ ਉਪਾਏ ਜੇ ਧੀਰ ਧਰੈ। ਸਾਨੂੰ ਹੁਣ ਕੋਈ ਉਪਾਅ ਨਹੀਂ ਸੁਝਦਾ, ਹੁਣ ਅਸੀਂ ਕੀ ਕਰ ਸਕਦੇ ਹਾਂ? ਮੀਂਹ ਲਿਆਉਣ ਵਾਸਤੇ ਪਾਣੀ ਦੀ ਸਾਨੂੰ ਸਖਤ ਲੋੜ ਹੈ, ਉਹ ਪਾਣੀ ਦੀ ਲੋੜ ਨੂੰ ਕਿਵੇਂ ਪੂਰਾ ਕਰੀਏ? ਤੇ ਫਿਰ ਪਾਣੀ ਨਾ ਹੋਇਆ ਸਾਨੂੰ ਧੀਰਜ ਕਿਵੇਂ ਆਏਗੀ? ਕਿਹਦੇ ਉੱਤੇ ਅਸੀਂ ਆਪਣਾ ਭਰੋਸਾ ਰੱਖੀਏ? ਦੇਖੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੱਜ ਉਹਨਾਂ ਨੂੰ ਪਰਮਾਤਮਾ ਦਾ ਗਿਆਨ ਦੇਣ ਵਾਸਤੇ ਮਹਾਰਾਜ ਨੇ ਐਸੀ ਕਲਾ ਵਰਤਾਈ। ਨਹਿ ਪਾਏ ਉਪਾਏ ਜੇ ਧੀਰ ਧਰੈ। ਮਹਾਰਾਜ ਨਹੀਂ ਕੋਈ ਉਪਾਅ ਦਿਸਦਾ ਜਿਹਦੇ ਕਰਕੇ ਅਸੀਂ ਧੀਰਜ ਧਰ ਲਈਏ। ਕਹਿ ਸ੍ਰੀ ਗੁਰ ਪੂਰਬ ਕੌਣ ਬਿਦੰ। ਸੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉਸ ਕਿਰਸਾਨ ਨੂੰ ਪੁੱਛਦੇ ਹਨ ਕਿ ਪਹਿਲਾਂ ਤੁਸੀਂ ਕੀ ਕਰਿਆ ਕਰਦੇ ਸਨ? ਹਾਂਜੀ, ਅੱਗੇ ਵੀ ਤਾਂ ਤੁਸੀਂ ਪਾਣੀ ਤੁਹਾਨੂੰ ਮਿਲਦਾ ਹੀ ਸੀਗਾ, ਤੋ ਅੱਗੇ ਪਾਣੀ ਦਾ ਜਿਹੜਾ ਹੈ ਵਸੀਲਾ ਜਾਂ ਉਸ ਦਾ ਮੈਥਡ ਜਿਹੜਾ ਪਾਣੀ ਦਾ ਕੀ ਹੋਇਆ ਕਰਦਾ ਸੀ? ਕਿੱਥੋਂ ਤੁਹਾਨੂੰ ਪਾਣੀ ਮਿਲਦਾ ਸੀ? ਚਹਤੇ ਬਰਖੇ ਜਲ ਧਾਰ ਅਦੰਗ। ਹਾਂ, ਫਿਰ ਜੇ ਕਹਿੰਦੇ ਤੁਸੀਂ ਵੀ ਆਕਾਸ਼ ਵਿੱਚੋਂ ਜਾਂ ਬਦਲਾਂ ਵਿੱਚੋਂ ਜਿਹੜਾ ਮੀਂਹ ਪੈਂਦਾ ਉਹੀ ਤੁਹਾਡਾ ਪਾਣੀ ਦਾ ਸੋਰਸ ਹੈ, ਤਾਂ ਕਹਿੰਦੇ ਫਿਰ ਉਹ ਮੀਂਹ ਅੱਗੇ ਕਿਵੇਂ ਪੈਂਦਾ ਸੀ ਜਿਹੜਾ ਹੁਣ ਨਹੀਂ ਪੈ ਰਿਹਾ? ਸੁਨ ਸੰਤ ਹੋ ਆਦ ਭੁਪਾਲ ਕਹੇ। ਉਹ ਜਿਹੜਾ ਕਿਰਸਾਨ ਹੈ ਕਹਿੰਦਾ ਸੰਤ ਜੀ ਸੁਣੋ, ਜਿਹੜਾ ਸਾਡਾ ਰਾਜਾ ਹੈ ਵੱਡਾ, ਵਰਖਾ ਸੋ ਪਰੈ ਜਬ ਚਾਹ ਅਹੇ। ਕਹਿਣ ਲੱਗੇ ਉਹ ਵਰਖਾ ਪਾਉਂਦਾ ਸੀ, ਸਾਡਾ ਰਾਜਾ ਹੀ ਮੀਂਹ ਪਾਉਂਦਾ ਸੀ ਇੱਥੇ, ਉਹੀ ਕਿਰਪਾ ਕਰਕੇ ਜਿਹੜਾ ਹਨ ਬੱਦਲਾਂ ਨੂੰ ਜਿਹੜਾ ਹੁਕਮ ਦਿੰਦਾ ਸੀ, ਬੱਦਲ ਆ ਕੇ ਮੀਂਹ ਪਾਉਂਦੇ ਸਨ। ਸਾਡਾ ਰਾਜਾ ਹੀ ਸੀ ਜਿਹੜਾ ਸਾਨੂੰ ਮੀਂਹ ਦਿੰਦਾ ਸੀ। ਬਹੁ ਬਾਰ ਕਹਿਓ ਅਬ ਨਾਹੇ ਪਰੈ। ਪਰ ਹੁਣ ਪਤਾ ਨਹੀਂ ਕੀ ਗੱਲ ਹੋ ਗਈ, ਕਹਿੰਦੇ ਅਸੀਂ ਵੀ ਜਿਹੜਾ ਹਨ ਬੜੀ ਵਾਰ ਉਹਨੂੰ ਕਹਿ ਚੁੱਕੇ ਹਾਂ,
ਉਹ ਵੀ ਕੋਸ਼ਿਸ਼ ਕਰ ਰਿਹਾ, ਪਰ ਹੁਣ ਮੀਂਹ ਨਹੀਂ ਪੈ ਰਿਹਾ, ਪਤਾ ਨਹੀਂ ਕੀ ਗੱਲ ਹੈ। ਵਿਪਰੀਤ ਭਈ ਨਹਿ ਬਹਿ ਨ ਫੁਰੈ। ਕਹਿਣਗੇ ਵਿਪਰੀਤ ਭਈ, ਕਹਿਣਗੇ ਇਹ ਤਾਂ ਪੁੱਠੀ ਉਲਟੀ ਰੀਤ ਹੋ ਗਈ ਜੀ, ਨਹਿ ਬਹਿਨ ਫੁਰੇ, ਹੁਣ ਸਾਨੂੰ ਵੀ ਪਤਾ ਨਹੀਂ ਲੱਗਦਾ। ਤੇ ਉਹ ਰਾਜੇ ਨੂੰ ਸਾਨੂੰ ਦੱਸਣ ਵਾਸਤੇ ਵੀ ਕੁਝ ਨਾ ਰਹਿ ਗਿਆ। ਅਸੀਂ ਮੁੜ ਮੁੜ ਕੇ ਉਹਨੂੰ ਪੁੱਛਦੇ ਹਨ, ਹੁਣ ਰਾਜੇ ਕੋਲ ਵੀ ਕੋਈ ਜਵਾਬ ਨਹੀਂ ਸਾਨੂੰ ਦੇਣ ਵਾਸਤੇ। ਲਖ ਰੀਤ ਕੁਰੀਤ ਬਣੀ ਦੁਚੇਤੀ। ਕਹਿਣਗੇ ਲੱਖ ਰੀਤ, ਕਹਿਣ ਲੱਗੇ ਇਹ ਰੀਤ ਜਦੋਂ ਰਾਜਾ ਹੀ ਜਿਹੜਾ ਹੈ ਉਸ ਦਾ ਕੌਨਫੀਡੈਂਸ ਫੇਲ ਹੋ ਗਿਆ, ਰਾਜੇ ਦਾ ਕੌਨਫੀਡੈਂਸ ਡਾਊਨ ਹੋ ਗਿਆ, ਤਾਂ ਇਸ ਕਰਕੇ ਸਾਡੇ ਮਨ ਦੇ ਵਿੱਚ ਚਿੰਤਾ ਹੋ ਗਈ ਤੇ ਅਸੀਂ ਡਾਊਟ ਕਰਨ ਲੱਗ ਗਏ ਆਪਣੇ ਰਾਜੇ ਨੂੰ ਵੀ ਸੱਚਮੁੱਚ ਇਹਦੇ ਵਿੱਚ ਸਮਰੱਥਾ ਹੈ ਮੀਂਹ ਪਾਉਣ ਦੀ, ਜੇ ਸੀ ਤਾਂ ਫਿਰ ਹੁਣ ਕਿਉਂ ਨਹੀਂ ਮੀਂਹ ਪੈ ਰਿਹਾ। ਇਸ ਕਰਕੇ ਕਹਿੰਦੇ ਸਾਨੂੰ ਹੁਣ ਬਹੁਤ ਦੁਚਿੱਤਾ ਜਾ ਹੋਇਆ ਪਿਆ, ਇੱਕ ਤਾਂ ਦੁਖੀ ਹਾਂ, ਇੱਕ ਅਸੀਂ ਡਾਊਟਫੁਲ ਹੋ ਗਏ ਹੁਣ। ਛਿਤ ਪਾਲਕ ਨੀ ਆਨਨ ਕਾਂਤ ਰਤੇ। ਹਾਂ ਦੇਖੋ, ਹੁਣ ਰਾਜੇ ਦੇ ਮੁਖ ਤੋਂ ਵੀ ਸਾਨੂੰ ਇਹ ਜਿਹੜਾ ਅੰਦਾਜ਼ਾ ਲੱਗਦਾ ਹੈ ਉਹਦੇ ਐਕਸਪ੍ਰੈਸ਼ਨ ਤੋਂ ਕਿ ਇਹ ਰਾਜਾ ਵੀ ਹੁਣ ਜਿਹੜਾ ਹੈ ਥੋੜੇ ਜਿਹੇ ਫਿਕਰਾਂ ਵਿੱਚ ਬੈਠਾ ਹੈ, ਇਹਦਾ ਵੀ ਹੁਣ ਵਸ ਨਹੀਂ ਚੱਲਦਾ। ਕਿਉਂ ਦੇਖੋ ਨਾ, ਜੇ ਉਹਨਾਂ ਨੇ ਰਾਜੇ ਨੂੰ ਪਰਮਾਤਮਾ ਬਣਾਇਆ ਸੀ, ਦੇ ਹੁਣ ਪਰਮਾਤਮਾ ਜਿਹੜਾ ਹੁਣ ਉਹਨਾਂ ਦਾ ਰਾਜਾ ਫੇਲ ਹੋ ਗਿਆ, ਮਤਲਬ ਉਹਨਾਂ ਦਾ ਰੱਬ ਫੇਲ ਹੋ ਗਿਆ, ਹੁਣ ਬੰਦਾ ਕਿੱਥੇ ਜਾਊਗਾ, ਹੁਣ ਕਿਹਨੂੰ ਮੰਨੂਗਾ, ਕਿਹਦੇ ਅੱਗੇ ਜਾ ਕੇ ਅਰਦਾਸ ਕਰੇਗਾ। ਇਸੇ ਕਰਕੇ ਹੈ ਨਾ, ਜਦੋਂ ਆਪਾਂ ਆਪਣਾ ਪਰਮੇਸ਼ਰ ਜਿਹੜਾ ਹੈ, ਜਦੋਂ ਆਪਾਂ ਮਾਇਆ ਨੂੰ ਆਪਣਾ ਰੱਬ ਬਣਾ ਲੈਂਦੇ ਆ ਨਾ, ਜਦੋਂ ਆਪਾਂ ਪਦਾਰਥਾਂ ਨੂੰ ਰੱਬ ਬਣਾਉਂਦੇ ਆ ਨਾ, ਜਾਂ ਆਪਣੀਆਂ ਸਹੂਲਤਾਂ ਨੂੰ ਰੱਬ ਬਣਾ ਲੈਂਦੇ ਆ ਨਾ, ਇਹੀ ਗੱਲ ਇੱਥੇ ਹੁੰਦੀ ਹੈ ਜਿਹੜੀ ਇਹਨਾਂ ਨਾਲ ਹੋਈ ਹੈ। ਕਿਉਂਕਿ ਹੁਣ ਹੋਰ ਕੋਈ ਵੀ ਨਹੀਂ ਜਿਹਦੇ ਅੱਗੇ ਇਹ ਜਾ ਕੇ ਪ੍ਰਾਰਥਨਾ ਕਰ ਸਕਣ, ਕਿਉਂਕਿ ਪਰਮਾਤਮਾ ਨੂੰ ਤਾਂ ਨਹੀਂ ਮੰਨਦੇ, ਰਾਜੇ ਨੂੰ ਰੱਬ ਮੰਨਦੇ ਸਨ। ਹੁਣ ਰੱਬ ਜਿਹੜਾ ਹੈ ਇਹਨਾਂ ਦਾ ਰੱਬ ਫੇਲ ਹੋ ਗਿਆ, ਹੁਣ ਕਿੱਥੇ ਜਾਣ ਵਿਚਾਰੇ। ਗੁਰਵਾਕ ਕਹੇ ਕਰਤਾਰ ਭਜੋ। ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਉਹ ਕਿਰਸਾਨੋ ਤੁਸੀਂ ਪਰਮਾਤਮਾ ਦਾ ਭਜਨ ਕਰੋ, ਉਸ ਪਰਮਾਤਮਾ ਨੂੰ ਯਾਦ ਕਰੋ, ਉਹ ਕਰਤਾਰ ਜਿਹਨੇ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ, ਜਿਹਨੇ ਤੁਹਾਡੇ ਰਾਜੇ ਨੂੰ ਵੀ ਬਣਾਇਆ ਹੈ, ਇਹ ਧਰਤੀ ਆਕਾਸ਼ ਬਣਾਏ ਹਨ, ਤੁਸੀਂ ਉਹ ਪਰਮਾਤਮਾ ਨੂੰ ਚੇਤੇ ਕਰੋ। ਛਿਤ ਪਾਖ ਕੀ ਸਰਦਾ ਸੋ ਤਜੋ। ਕਹਿਣ ਕਹਿਣ ਲੱਗੇ ਛਿਤ ਪਾਲਕ, ਇਹ ਰਾਜੇ ਦੀ ਸ਼ਰਧਾ ਨੂੰ ਛੱਡੋ, ਕਿਉਂਕਿ ਛਿਤ ਪਾਲਕ ਜਿਹੜਾ ਹੈ ਇਹ ਰਾਜਾ ਜਿਹੜਾ ਹੈ ਰੱਬ ਨਹੀਂ ਹੈ। ਇਹ ਛਿਤ ਪਾਲਕ, ਇਹ ਰਾਜੇ ਨੂੰ ਬਣਾਉਣ ਵਾਲਾ ਵੀ ਕੋਈ ਰੱਬ ਹੈ ਇਹਦੇ ਉੱਤੇ, ਇਹ ਧਰਤੀ ਨੂੰ ਬਣਾਉਣ ਵਾਲਾ, ਤੁਸੀਂ ਉਹ ਪਰਮਾਤਮਾ ਨੂੰ ਚੇਤੇ ਕਰੋ। ਹੁਣ ਇਹ ਭਰੋਸਾ ਜਿਹੜਾ ਤੁਸੀਂ ਰੱਖੀ ਬੈਠੇ ਸੋ ਨਾ ਆਪਣੇ ਰਾਜੇ ਤੇ, ਇਹ ਛੱਡ ਦਿਓ ਹੁਣ। ਬਹੁ ਬਾਰ ਭਰੇ ਧਰਮੇ ਹੋ ਮਹਾ। ਹਾਂ ਕਹਿਣ ਲੱਗੇ ਜਿਸ ਵੇਲੇ ਤੁਸੀਂ ਪਰਮਾਤਮਾ ਅੱਗੇ ਪ੍ਰਾਰਥਨਾ ਕਰੋਗੇ ਨਾ, ਤਾਂ ਬਹੁਤ ਸਾਰਾ ਮੀਂਹ ਪਵੇਗਾ, ਜਿਹੜਾ ਹਨ ਬੱਦਲ ਆਉਣਗੇ ਤੇ ਬਹੁਤ ਮੀਂਹ ਪਵੇਗਾ, ਇਹਦੇ ਵਿੱਚ ਕੋਈ ਡਾਊਟ ਨਹੀਂ, ਕਿਉਂਕਿ ਉਹ ਕਰਤਾਰ ਹੈ, ਉਹਨੇ ਸਭ ਕੁਝ ਬਣਾਇਆ ਹੈ, ਉਹੀ ਦੇਣ ਵਾਲਾ ਹੈ ਸਾਰਿਆਂ ਨੂੰ। ਅਤ ਹੋਵਤ ਅੰਨ ਜਿਤੋ ਜੇ ਚਾਹਾ। ਹਾਂ ਤੇ ਫਿਰ ਅੰਨ ਦੀ ਕੋਈ ਤੋਟ ਨਹੀਂ ਆਵੇਗੀ, ਜਿੰਨਾ ਚਾਹੋਗੇ ਉਹ ਤੋਂ ਵੱਧ ਅੰਨ ਤੁਹਾਨੂੰ ਮਿਲੇਗਾ, ਉਨੇ ਗ੍ਰੇਨਸ ਜਿਹੜੇ ਹਨ ਤੁਹਾਨੂੰ ਮਿਲਣਗੇ, ਕਿਉਂਕਿ ਉਹ ਪਰਮਾਤਮਾ ਸਭ ਨੂੰ ਦੇਣ ਵਾਲਾ ਹੈ, ਉਹ ਇੱਕੋ ਇੱਕ ਦਾਤਾ ਹੈ, ਬਾਕੀ ਤਾਂ ਸਾਰੇ ਮੰਗਤੇ ਹੀ ਹਨ। ਕਰਤਾਰ ਸੋ ਕੋ ਕਹਿ ਤਾਮ ਕਹਾ। ਹੁਣ ਇਹ ਕਿਰਸਾਨ ਬੜਾ ਹੈਰਾਨ ਹੋਇਆ, ਅੱਜ ਪਹਿਲੀ ਵਾਰੀ ਜ਼ਿੰਦਗੀ ਦੇ ਵਿੱਚ ਕਿਸੇ ਨੇ ਰਾਜੇ ਤੋਂ ਇਲਾਵਾ ਹੋਰ ਕੋਈ ਰੱਬ ਦੀ ਗੱਲ ਕੀਤੀ ਹੋਵੇ, ਤੇ ਬੜਾ ਹੈਰਾਨ ਹੋ ਕੇ ਪੁੱਛਦਾ ਹੈ ਕਰਤਾਰ ਸੋ ਕੋ। ਕਹਿਣਗੇ ਉਹ ਜਿਹੜਾ ਕਰਤਾਰ ਕੌਣ ਹੈ, ਉਹ ਪਰਮਾਤਮਾ ਕੋਈ ਹੈ ਹੋਰ ਕ੍ਰੀਏਟਰ ਕੌਣ ਹੈ, ਉਹਦਾ ਘਰ ਕਿੱਥੇ ਹੈ, ਉਹ ਕਿੱਥੇ ਰਹਿੰਦਾ ਹੈ। ਨਹਿ ਕਾਨ ਸੁਨਿਓ ਨਹਿ ਨੈਣ ਲਹਾ। ਦੇਖੋ ਕਹਿੰਦੇ ਕੰਨਾਂ ਵਿੱਚ ਕਿਤੇ ਵੀ ਉਹ ਕਰਤਾਰ ਦੀ ਅਸੀਂ ਗੱਲ ਨਹੀਂ ਸੁਣੀ ਵੀ ਐਸਾ ਕੋਈ ਕ੍ਰੀਏਟਰ ਹੈ, ਸੁਪਰੀਮ ਕ੍ਰੀਏਟਰ ਪਰਮਾਤਮਾ ਕੋਈ ਹੈ, ਉਹਦੀ ਗੱਲ ਅਸੀਂ ਕੰਨਾਂ ਵਿੱਚ ਨਹੀਂ ਸੁਣੀ, ਅੱਖਾਂ ਨਾਲ ਕਿਤੇ ਉਹਨੂੰ ਦੇਖਿਆ ਨਹੀਂ, ਉਹ ਕੌਣ ਹੈ। ਇਸ ਦੇਸ਼ ਕਬੈ ਨਹਿ ਆਏ ਰਹਾ। ਕਹਿਣ ਲੱਗੇ ਇਸ ਦੇਸ਼ ਵਿੱਚ ਤਾਂ ਰੱਬ ਕਿਤੇ ਨਹੀਂ ਆਇਆ। ਹਾਂਜੀ ਮੈਨੂੰ ਤਾਂ ਪਤਾ ਨਹੀਂ ਜੇ ਕੋਈ ਹੋਰ ਆਇਆ ਹੋਗਾ, ਪਰ ਇਹ ਦੇਸ਼ ਦੇ ਵਿੱਚ ਸਾਡਾ ਇੱਕ ਰਾਜਾ ਹੈ ਜਿਹਨੂੰ ਅਸੀਂ ਰੱਬ ਮੰਨਦੇ ਹਾਂ, ਹੋਰ ਕੋਈ ਰੱਬ ਨਹੀਂ ਇੱਥੇ ਆਇਆ ਕਿਤੇ ਵੀ। ਪਰ ਉਹਨੂੰ ਕੀ ਪਤਾ ਸੀ ਕਿਰਸਾਨੋਂ, ਜਿਹੜਾ ਸਾਹਮਣੇ ਬੈਠਾ ਗੱਲ ਕਰ ਰਿਹਾ ਉਹੀ ਤਾਂ ਰੱਬ ਹੈ। ਅੱਜ ਉਹ ਕਰਤਾਰ ਪਰਮਾਤਮਾ ਸਾਹਮਣੇ ਆ ਗਿਆ, ਉਹ ਪਿੰਡ ਵਿੱਚ, ਉਹ ਨਗਰ ਵਿੱਚ ਆ ਕੇ ਉਹਦੇ ਸਾਹਮਣੇ ਬੈਠਾ ਉਹ ਪਰਮਾਤਮਾ ਹੈ, ਤੇ ਇਹ ਕਹਿੰਦਾ ਜੀ ਅੱਖਾਂ ਨਾਲ ਦਿਸ ਨਹੀਂ ਰਿਹਾ, ਤੇ ਪਤਾ ਨਹੀਂ ਜੀ ਉਹ ਕਿੱਥੇ ਰਹਿੰਦਾ ਹੈ, ਉਹ ਤਾਂ ਸਾਡੇ ਦੇਸ਼ ਵਿੱਚ ਕਿਤੇ ਆਇਆ ਨਹੀਂ। ਨਹਿਦਾਨ ਕਿਸੂ ਤੇ ਦੀਨ ਆਹਾ। ਕਹਿ ਲਗੇ ਨਹਿਦਾਨ, ਕਹਿ ਲਗੇ ਇਉਂ ਕਰਕੇ ਉਸਨੇ ਕਿਤੇ ਵੀ ਸਾਨੂੰ ਕੁਝ ਦਿੱਤਾ ਨਹੀਂ। ਜੇ ਕੋਈ ਹੈ ਨਾ ਹੋਰ ਕੋਈ ਰੱਬ, ਕੋਈ ਹੋਰ ਕ੍ਰੀਏਟਰ, ਤਾਂ ਉਹਨੇ ਕਦੇ ਸਾਨੂੰ ਕੁਝ ਦਿੱਤਾ ਨਹੀਂ ਹੁਣ ਤੱਕ, ਸਾਨੂੰ ਉਹਦੇ ਤੋਂ ਕੁਝ ਵੀ ਨਹੀਂ ਮਿਲਿਆ। ਜੋ ਕੁਝ ਸਾਨੂੰ ਮਿਲਿਆ ਹੈ ਸਾਡੇ ਰਾਜੇ ਤੋਂ ਮਿਲਿਆ, ਇਸ ਕਰਕੇ ਉਹ ਸਾਡਾ ਰੱਬ ਹੈ, ਕਿਉਂਕਿ ਉਹ ਦਿੰਦਾ ਹੈ ਸਾਨੂੰ। ਇਹ ਜਿਹੜਾ ਤੁਸੀਂ ਗੱਲ ਕੀਤੀ ਹੈ, ਉਹਨੇ ਤਾਂ ਸਾਨੂੰ ਕਿਤੇ ਕੁਝ ਦਿੱਤਾ ਨਹੀਂ, ਉਹ ਤਾਂ ਸਾਡੇ ਪਿੰਡ ਵੀ ਨਹੀਂ ਆਇਆ। ਹਾਂਜੀ ਫਿਰ ਉਹਨੇ ਕੀ ਦੇ ਦੇਣਾ ਸੀ ਸਾਨੂੰ। ਬਿਕਸੇ ਮੁਖ ਸ੍ਰੀ ਪ੍ਰਭ ਬੈਨ ਕਹਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮੁਸਕਰਾਉਣ ਲੱਗ ਪਏ। ਮਹਾਰਾਜ ਧੀਮੀ ਆਵਾਜ਼ 'ਚ ਹੱਸਦਿਆਂ ਹੋਇਆਂ ਸਤਿਗੁਰਾਂ ਜੀ ਨੇ ਕਿਹਾ, ਗੁਰੂ ਨਾਨਕ ਸਾਹਿਬ ਜੀ ਨੇ, ਸਭ ਹੀ ਘਟ ਪੂਰਨ ਵਿਆਪ ਰਹਾ। ਦੇਖੋ ਕਹਿੰਦੇ ਕਿਰਸਾਨ ਨੂੰ ਕਹਿੰਦੇ ਸਭ ਹੀ ਘਟ,
ਤੂੰ ਕਹਿੰਦਾ ਕਿੱਥੇ ਨਹੀਂ ਹੈ, ਕਿੱਥੇ ਹੈ, ਸਾਡੇ ਦੇਸ਼ ਨਹੀਂ ਆਇਆ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸਭ ਹੀ ਘਟ, ਸਾਰਿਆਂ ਘਟਾਂ ਦੇ ਵਿੱਚ, ਸਾਰੇ ਹਿਰਦਿਆਂ ਦੇ ਵਿੱਚ ਉਹੀ ਤਾਂ ਇੱਕ ਪਰਮਾਤਮਾ ਵਸਦਾ ਹੈ। ਉਹੀ ਪੂਰਨ ਰੂਪ ਹੋ ਕੇ ਸਾਰੇ ਸੰਸਾਰ ਵਿੱਚ ਵਿਆਪਕ ਹੈ, ਜੋ ਕਿ ਉਹਦੇ ਕਰਕੇ ਹੀ ਅਸੀਂ ਜਿਉਂਦੇ ਹਾਂ। ਸਾਡੀ ਲਾਈਫ ਵੀ ਉਹੀ ਹੈ, ਉਹਦੇ ਕਰਕੇ ਤਾਂ ਸਭ ਕੁਝ ਮਿਲਦਾ ਹੈ। ਇਹ ਸਭ ਕੁਝ ਜੋ ਹੈ ਤਾਂ ਉਸੇ ਪਰਮਾਤਮਾ ਕਰਕੇ ਹੀ ਹੈ। ਉਹ ਪਰਮਾਤਮਾ ਨੂੰ ਤੂੰ ਕਹਿੰਦਾ ਕਿੱਥੇ, ਇੱਥੇ ਕਿੱਥੇ ਹੈ, ਦੇਖਿਆ ਨਹੀਂ ਕਿਤੇ, ਉਹ ਤਾਂ ਤੇਰੇ ਹਿਰਦੇ ਵਿੱਚ ਬੈਠਾ ਹੈ। ਸਿਮਰੇ ਔਰ ਹਾਜ਼ਰ ਹੋਤ ਸਦਾ। ਦੇਖੋ ਕਹਿੰਦੇ ਜੇ ਤੂੰ ਉਹਨੂੰ ਸਿਮਰਨ ਕਰੇਗਾ, ਤੂੰ ਉਸਨੂੰ ਯਾਦ ਕਰੇਗਾ, ਉਸਦਾ ਨਾਮ ਜਪੇਗਾ, ਤੇ ਤੇਰੇ ਸਾਹਮਣੇ ਉਹ ਹਾਜ਼ਰ ਹੋ ਜਾਏਗਾ। ਤੂੰ ਉਹ ਪਰਮਾਤਮਾ ਨੂੰ ਦੇਖ ਸਕੇਗਾ। ਪਰ ਜੇ ਤੂੰ ਉਸ ਪਰਮਾਤਮਾ ਨੂੰ ਯਾਦ ਕਰੇਗਾ ਤਾਂ ਫਿਰ ਉਹ ਤੇਰੇ ਅੱਗੇ ਪ੍ਰਗਟ ਹੋਵੇਗਾ। ਭਗਵੰਤ ਅਨੰਤ ਨਾ ਆਏ ਕਦਾ। ਇਸ ਕਰਕੇ ਭਗਵੰਤ ਅਨੰਤ, ਉਹ ਅਨੰਤ, ਉਹ ਅੰਤ ਤੋਂ ਬਗੈਰ ਹੈ, ਉਸਦਾ ਕਿਤੇ ਅੰਤ ਨਹੀਂ, ਉਸਦਾ ਵਿਸਥਾਰ ਦਾ ਵੀ ਅੰਤ ਨਹੀਂ, ਉਹ ਕਿੰਨੇ ਕੁ ਥਾਵਾਂ ਤੇ ਵਸਦਾ ਉਹਦਾ ਵੀ ਕੋਈ ਅੰਤ ਨਹੀਂ। ਉਹ ਬੇਅੰਤ ਪਰਮਾਤਮਾ ਐਸਾ ਹੈ। ਆਏ ਕਦਾ, ਤੂੰ ਕਹਿੰਦਾ ਆਇਆ ਨਹੀਂ, ਉਹ ਗਿਆ ਕਿਦੋਂ ਸੀ? ਉਹਦੇ ਆਉਣ ਕਰਕੇ ਤਾਂ ਆਪਾਂ ਹਾਂ। ਜੇ ਉਹ ਨਾ ਹੁੰਦਾ ਤਾਂ ਆਪਾਂ ਕਿੱਥੋਂ ਆ ਜਾਣਾ ਸੀ? ਆਪਣੀ ਹਉਮੈ ਵੀ ਤਾਂ ਉਹਦੇ ਕਰਕੇ ਖੜਦੀ ਹੈ। ਪਾਦੜੀ ਛੰਦ ਜੋ ਜੜ ਜੰਗਮ ਕੋ ਦੇਤ ਦਾਨ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਐਨੀਮੇਟਡ ਜਿਹੜੀ ਹੈ ਚੇਤਨ ਸ੍ਰਿਸ਼ਟੀ, ਜੋ ਕਹਿੰਦੇ ਜੰਗਮ, ਜੋ ਕਹਿੰਦੇ ਜੜ ਸ੍ਰਿਸ਼ਟੀ ਹੈ, ਜੋ ਅਨਐਨੀਮੇਟਡ ਹੈ, ਸਾਰਿਆਂ ਨੂੰ ਤਾਂ ਦੇਣ ਵਾਲਾ ਉਹੀ ਇੱਕ ਪਰਮਾਤਮਾ ਹੈ। ਜਿਹੇ ਦੇਵ ਦੈਤ ਜੱਚ ਹੈ ਮਹਾਨ। ਦੇਖੋ ਉਹੀ ਉਹ ਇੱਕ ਪਰਮਾਤਮਾ ਹੈ ਜਿੱਤੋਂ ਦੇਵਤੇ ਵੀ ਮੰਗਦੇ ਹਨ, ਦੈਂਤ ਵੀ ਮੰਗਦੇ ਹਨ। ਬ੍ਰਹਮੰਡ ਖੰਡ ਜਿਨ ਸਿਰਜ ਦੀਨ। ਜਿਨੇ ਖੰਡ, ਬ੍ਰਹਮੰਡ, ਗੈਲੈਕਸੀਜ਼, ਯੂਨੀਵਰਸ, ਇਹ ਦੁਨੀਆ ਤਾਂ ਛੋਟੀ ਜੀ ਚੀਜ਼ ਹੈ, ਉਹਨੇ ਤਾਂ ਬਹੁਤ ਕੁਝ ਅੱਗੇ ਸਿਰਜਿਆ ਬਣਾਇਆ ਹੋਇਆ ਹੈ। ਤੇ ਸਿਮਰ ਹੋਏ ਸਭ ਕਸ਼ਟ ਛੀਨ। ਦੇਖੋ ਉਹਦੇ ਸਿਮਰਨ ਕਰਨ ਦੇ ਨਾਲ ਸਾਰੇ ਦੁੱਖ ਦੂਰ ਹੋ ਜਾਂਦੇ ਨੇ। ਜੋ ਵੀ ਪਰਮਾਤਮਾ ਦਾ ਸਿਮਰਨ ਕਰੇ ਉਹ ਕੋਈ ਵੀ ਦੁੱਖ ਨਹੀਂ ਰਹਿ ਜਾਂਦਾ, ਸਾਰੇ ਕਸ਼ਟ ਪੀੜਾਂ ਦੂਰ ਹੋ ਜਾਂਦੀਆਂ ਹਨ। ਭਜ ਨਾਮ ਤਾਹੇ ਬਰਖਾ ਸੋ ਦੇ। ਇਸ ਕਰਕੇ ਉਸਦੇ ਪਰਮੇਸ਼ਰ ਦੇ ਨਾਮ ਨੂੰ ਤੂੰ ਜਪ, ਜਿਹਦੇ ਕਰਕੇ ਬਰਖਾ ਹੋਵੇਗੀ, ਮੀਂਹ ਆਏਗਾ, ਜ਼ਰੂਰ ਆਏਗਾ ਜੇ ਤੂੰ ਪਰਮਾਤਮਾ ਨੂੰ ਤੁਸੀਂ ਜਪੋਗੇ। ਅਨਟੋਟ ਅੰਨ ਸੁਖ ਸਾਰ ਲੈ। ਅਨਟੋਟ ਕਹਿਣਗੇ ਅੰਨ ਦੀ ਅਨਟੋਟਤਾ ਹੋਗੀ, ਕਿਤੇ ਜਿਹੜਾ ਹਨ ਅੰਨ ਮੁੱਕਣਾ ਨਹੀਂ। ਇੰਨਾ ਅੰਨ ਹੋਵੇਗਾ ਜਿਹਦੀ ਤੋਟ ਘਾਟਾ ਨਹੀਂ ਪਵੇਗਾ। ਸੁਖ ਸਾਰ, ਸਾਰੇ ਹੀ ਸੁੱਖਾਂ ਦੇ ਦੇਣ ਵਾਲਾ ਉਹ ਪਰਮਾਤਮਾ ਇੱਕੋ ਇੱਕ ਹੈ। ਸੁਨ ਕ੍ਰਿਸਕਾਰ ਤਬ ਕਹਿਤ ਬੈਨ। ਸੁਨ ਕਿਰਸਕਾਰ ਕਹਿਣਗੇ ਜ਼ਿਮੀਦਾਰ, ਜਦੋਂ ਇਹ ਗੱਲ ਉਸਨੇ ਸੁਣੀ ਆਪਣੇ ਕੰਨਾਂ ਦੇ ਨਾਲ, ਤਿਸ ਕੀ ਪਛਾਣ ਇਸ ਦੇਸ ਹੈ ਨਾ। ਪਰ ਉਹ ਕਹਿੰਦਾ, ਮੁੜ ਕੇ ਉਹਨੇ ਇਹ ਜਵਾਬ ਦਿੱਤਾ, ਉਹ ਕਿਰਸਾਨ ਨੇ, ਕਹਿੰਦੇ ਮਹਾਰਾਜ ਤੁਸੀਂ ਕਹਿੰਦੇ ਬਹੁਤ ਵੱਡਾ, ਉਹ ਸਾਰੇ ਕਿਤੇ ਹੈ, ਪਰ ਕਹਿੰਦੇ ਉਹਦੀ ਪਛਾਣ ਹੈ ਨਹੀਂ ਜੀ। ਇਹ ਦੇਸ਼ ਵਿੱਚ ਕੋਈ ਵੀ ਉਹ ਪਰਮਾਤਮਾ ਨੂੰ ਜਾਣਦਾ ਨਹੀਂ, ਉਹਨੂੰ ਕਿਤੇ ਕਿਸੇ ਨੇ ਦੇਖਿਆ ਨਹੀਂ, ਕਿਸੇ ਨੇ ਅਹਿਸਾਸ ਨਹੀਂ ਕੀਤਾ, ਕਿਸੇ ਨੂੰ ਗਿਆਨ ਨਹੀਂ ਉਸਦਾ ਇਸ ਮੁਲਕ ਦੇ ਵਿੱਚ, ਸਾਡੇ ਨਗਰ ਦੇ ਵਿੱਚ। ਅਬ ਹੀ ਸੁਨਾ ਤੁਮ ਮੁਖ ਦੁਆਰ। ਮੈਂ ਤਾਂ ਪਹਿਲੀ ਵਾਰੀ ਉਸਦੇ ਬਾਰੇ ਤੁਹਾਡੇ ਮੁਖ ਤੋਂ ਸੁਣਿਆ ਹੈ। ਨਹਿ ਆਗਿਆ ਹੈ ਕਿਨਹੂ ਉਚਾਰ। ਹਾਂ ਕਹਿੰਦੇ ਨਹਿ ਆਗਿਆ, ਕਿਤੇ ਅੱਗੇ ਤਾਂ ਮੈਂ ਸੁਣਿਆ ਨਹੀਂ, ਕਿਸੇ ਨੇ ਦੱਸਿਆ ਹੋਵੇ। ਤੁਸੀਂ ਪਹਿਲੇ ਹੋ ਜਿਨ੍ਹਾਂ ਨੇ ਉਸ ਪਰਮਾਤਮਾ ਬਾਰੇ, ਇੱਕ ਹੋਰ ਵੀ ਪਰਮਾਤਮਾ ਸਾਡੇ ਰਾਜੇ ਤੋਂ ਇਲਾਵਾ ਕੋਈ ਹੈ, ਇਹ ਪਹਿਲੀ ਵਾਰੀ ਮੈਂ ਸੁਣਿਆ ਤੁਹਾਤੋਂ। ਤਹਿ ਮੁਖ ਦਿਖਾਓ ਨਿਜ ਨੈਣ ਦੇਖ। ਹਾਂ ਕਹਿਣ ਲੱਗੇ ਇਸ ਕਰਕੇ ਜੇ ਹੈ ਤਾਂ ਕਹਿੰਦੇ ਤਹਿ ਮੁਖ ਦਿਖਾਓ, ਮੈਨੂੰ ਦਿਖਾਓ ਉਹ ਕੌਣ ਹੈ, ਮੈਂ ਉਹਨਾਂ ਨੂੰ ਦੇਖਣਾ ਚਾਹੁੰਦਾ ਹਾਂ। ਦੇਖੋ ਕਿਰਸਾਨ ਨੇ ਹੁਣ ਇੱਕ ਸ਼ਰਤ ਰੱਖਤੀ, ਕਹਿੰਦੇ ਮੈਨੂੰ ਰੱਬ ਦਿਖਾਓ, ਉਹ ਪਰਮਾਤਮਾ ਦਿਖਾਓ। ਕਹਿੰਦੇ ਨਿਜ ਨੈਣ ਦੇਖ, ਮੈਂ ਆਪਣੇ ਅੱਖਾਂ ਨਾਲ ਦੇਖਣਾ ਚਾਹੁੰਦਾ ਹਾਂ ਤਾਂ ਮੈਂ ਮੰਨਾਂਗਾ। ਸਿਮਰਨ ਕਰੋ ਨਿਸ ਦਿਨ ਵਿਸੇਖ। ਹਾਂ ਜੇ ਮੈਂ ਇੱਕ ਵਾਰੀ ਦੇਖ ਲਿਆ ਉਹਨਾਂ ਨੂੰ, ਮੈਂ ਰਾਤ ਦਿਨ ਉਹਨਾਂ ਦਾ ਸਿਮਰਨ ਕਰਾਂਗਾ, ਇਹ ਮੇਰੀ ਪ੍ਰੋਮਿਸ ਹੈ। ਗੁਰ ਕਹੈ ਨਾ ਦੇਖਿਓ ਜਾਏ। ਦੇਖੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨਾ ਦੇਖਿਓ ਜਾਏ। ਕਹਿਣ ਲੱਗੇ ਉਹ ਪਰਮਾਤਮਾ ਅੱਖਾਂ ਨਾਲ ਨਹੀਂ ਦੇਖਿਆ ਜਾਂਦਾ, ਕਿਉਂਕਿ ਜਿਵੇਂ ਅੱਖਾਂ ਸਭ ਕੁਝ ਦੇਖਦੀਆਂ ਪਰ ਅੱਖਾਂ ਨਹੀਂ ਦੇਖਦੀਆਂ। ਇਸ ਕਰਕੇ ਪਰਮਾਤਮਾ ਸਭ ਕੁਝ ਦੇਖਣ ਵਾਲਾ ਹੈ। ਪਰ ਹੁਣ ਪਰਮਾਤਮਾ ਨੂੰ ਕਿਵੇਂ ਦੇਖਾਂਗੇ? ਕਿਉਂਕਿ ਉਹੀ ਸ਼ਕਤੀ ਨੂੰ ਦੇਖ ਰਹੀ ਹੈ, ਉਹੀ ਸ਼ਕਤੀ ਵਰਤ ਰਹੀ ਹੈ, ਉਹੀ ਸ਼ਕਤੀ ਹੈ, ਉਹ ਸ਼ਕਤੀ ਦਾ ਰੂਪ ਹੈ। ਇਸ ਕਰਕੇ ਤਾਂ ਨਹੀਂ ਦੇਖਿਆ ਜਾਂਦਾ। ਸਿਮਰਨ ਕਰੋ ਇਛ ਪੂਰ ਹੋਏ। ਇਸ ਕਰਕੇ ਸਿਮਰਨ ਕਰੋ, ਪਰਮਾਤਮਾ ਨੂੰ ਚੇਤੇ ਕਰੋ, ਪਰਮਾਤਮਾ ਦੀ ਭਗਤੀ ਕਰੋ, ਜਿਹਦੇ ਕਰਕੇ ਪਰਮਾਤਮਾ ਜਾਣਿਆ ਜਾਵੇ। ਕੁਦਰਤੀ ਸੰਗ ਜਾਣਿਓ ਸੋ ਜਾਏ। ਦੇਖੋ ਕੁਦਰਤੀ ਕਹਿੰਦੇ ਕਿ ਕੁਦਰਤ ਨਾਲ ਹੀ ਪਰਮਾਤਮਾ ਜਾਣਿਆ ਜਾਂਦਾ ਹੈ। ਤੋ ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਉਹ ਪਰਮਾਤਮਾ ਉਸਦੀ ਕੁਦਰਤ ਵਿੱਚ ਦੇਖਿਆ ਜਾਂਦਾ ਹੈ, ਉਹ ਕੁਦਰਤ ਵਿੱਚ ਉਹਨੂੰ ਮਹਿਸੂਸ ਕੀਤਾ ਜਾਂਦਾ ਹੈ।
ਕੁਦਰਤ ਵਿੱਚ ਉਹਦੇ ਕ੍ਰਿਸ਼ਮੇ ਦੇਖੇ ਜਾਂਦੇ ਹਨ, ਕੁਦਰਤ ਵਿੱਚ ਉਹਦੀ ਐਗਜ਼ਿਸਟੈਂਸ ਨੂੰ ਜਿਹੜਾ ਹੈ ਪ੍ਰੂਫ ਕੀਤਾ ਜਾਂਦਾ ਹੈ। ਕਿਉਂਕਿ ਕਹਿੰਦੇ ਕੁਦਰਤੀ ਸੰਗ ਜਾਣਿਓ ਸੋ ਜਾਏ, ਇਹ ਤਾਂ ਕੁਦਰਤ ਵਿੱਚੋਂ ਹੀ ਦੇਖਿਆ ਜਾਂਦਾ ਹੈ। ਉਹ ਪਰਮਾਤਮਾ ਆਪਣੇ ਕੁਦਰਤ ਵਿੱਚ ਵਸਿਆ ਹੋਇਆ, ਇਹ ਕੁਦਰਤ ਉਸ ਦੀ ਬਣਾਈ ਹੋਈ ਹੈ। ਮੈਂ ਆਪਣਾ ਆਪ ਕਿਸ ਨੂੰ ਲਖਾਏ। ਦੇਖੋ ਪਰਮਾਤਮਾ ਆਪਣੇ ਆਪ ਨੂੰ ਕਿਸੇ ਨੂੰ ਨਹੀਂ ਲਿਖਾਉਂਦਾ, ਕਿਸੇ ਨੂੰ ਨਹੀਂ ਦਿਖਾਉਂਦਾ, ਉਹ ਆਪਣੀ ਕੁਦਰਤ ਦੇ ਵਿੱਚੋਂ ਹੀ ਆਪਣੇ ਦਰਸ਼ਨ ਆਪਣੇ ਜਿਹੜਾ ਹਨ ਸੇਵਕਾਂ ਨੂੰ ਦਿੰਦਾ ਹੈ। ਇਸ ਕਰਕੇ ਜਿਹੜਾ ਹੈ ਪਰਮਾਤਮਾ ਦੇਖੋ ਉਹ ਐਸੀ ਜਿਹੜੀ ਹੈ ਇੱਕ ਜਿਹੜਾ ਹੈ ਪਰਮਾਤਮਾ ਦੀ ਜਿਹੜੀ ਐਗਜ਼ਿਸਟੈਂਸ ਹੈ ਉਸ ਦੀ ਕੁਦਰਤ ਵਿੱਚ ਸਮਾਈ ਹੋਈ ਹੈ। ਤੇ ਪਰਮਾਤਮਾ ਨੂੰ ਦੇਖਣਾ ਤਾਂ ਇਸ ਪ੍ਰਕਾਰ ਹੈ ਜਿਵੇਂ ਕੋਈ ਕਵੇ ਮੈਂ ਆਪਣੇ ਆਪ ਨੂੰ ਦੇਖਣਾ ਹੈ। ਸੋ ਪਰਮਾਤਮਾ ਨੂੰ ਹੁਣ ਕਿਵੇਂ ਦੇਖਿਆ ਜਾਵੇ? ਪਰਮਾਤਮਾ ਨੂੰ ਦੇਖਣ ਵਾਸਤੇ ਪਰਮਾਤਮਾ ਹੀ ਪਰਮਾਤਮਾ ਹੈ, ਕਿਉਂਕਿ ਆਪਾਂ ਵੀ ਤਾਂ ਉਸਦਾ ਹੀ ਰੂਪ ਹਾਂ। ਜਦੋਂ ਹੰਕਾਰ ਜਾਏਗਾ ਉਦੋਂ ਹੀ ਤਾਂ ਪਰਮਾਤਮਾ ਦਾ ਜਿਹੜਾ ਆਪਾਂ ਨੂੰ ਜਿਹੜਾ ਹਾਂ ਆਪਾਂ ਜੇ ਕਹਿੰਦੇ ਦੇਖਣਾ ਨਾ, ਦੇਖਿਆ ਵੀ ਕਿਵੇਂ ਜਾਵੇ? ਇਹ ਗੱਲ ਨੂੰ ਮਹਾਰਾਜ ਇੱਕ ਬਹੁਤ ਡੂੰਗੀ ਰਮਜ਼ ਨੂੰ ਸਮਝਾ ਰਹੇ ਹਨ। ਨਰਕ ਹੈ ਜੇ ਦੇਖਿਓ ਨਿਜ ਨਾ ਨੈਣ। ਹੁਣ ਇਹ ਕਹਿੰਦਾ, ਜੇ ਇੱਕ ਕਿਰਸਾਨ ਕਹਿੰਦਾ ਜੇ ਮੈਂ ਅੱਖਾਂ ਨਾਲ ਉਹ ਪਰਮਾਤਮਾ ਨੂੰ ਨਾ ਦੇਖਾਂ ਤਾਂ ਫਿਰ ਕਿਸ ਪਾਸ ਕਹੋ ਜਾਚਨ ਸੋ ਬੈਨ। ਫਿਰ ਮੈਂ ਕਿਹਦੇ ਕੋਲ ਜਾ ਕੇ ਮੰਗਾ? ਮੈਂ ਹੱਥ ਕਿਹਦੇ ਅੱਗੇ ਤੱਡਾਂ? ਕਿਹਦੇ ਅੱਗੇ ਜਾ ਕੇ ਮੈਂ ਬੇਨਤੀ ਕਰਾਂ ਜੇ ਮੈਨੂੰ ਦਿਸਦਾ ਹੀ ਨਹੀਂ? ਹੁਣ ਦੇਖੋ ਸਾਡਾ ਰਾਜਾ ਹੈ, ਕਹਿੰਦੇ ਦਿਸਦਾ ਹੈ, ਮੈਂ ਉਹਦੇ ਕੋਲ ਜਾ ਕੇ ਮੰਗਦਾ, ਉਹ ਮੈਨੂੰ ਜਵਾਬ ਵੀ ਦਿੰਦਾ ਹੈ। ਹੁਣ ਇਹ ਪਰਮਾਤਮਾ ਜਿਹੜੀ ਗੱਲ ਤੁਸੀਂ ਕੀਤੀ ਹੈ ਮੈਂ ਉਹਨੂੰ ਤੇ ਕਿਵੇਂ ਮੰਗਾ? ਮੈਂ ਜਦੋਂ ਦੇਖ ਹੀ ਨਹੀਂ ਸਕਦਾ। ਜਾਨੋ ਨਾ ਕੁਦਰਤੀ ਕੌਣ ਹੋਏ। ਹਾਂ, ਮੈਂ ਹੁਣ ਕੁਦਰਤ ਦੇ ਵਿੱਚ ਮੈਂ ਕਿਵੇਂ ਜਾਣਾ? ਕੁਦਰਤ 'ਚ ਤਾਂ ਬਹੁਤ ਕੁਝ ਹੈ, ਦਰਖਤ ਹਨ, ਪਹਾੜੀਆਂ ਹਨ, ਜਾਨਵਰ ਨੇ, ਬਹੁਤ ਕੁਝ ਹੈ। ਮਹਾਰਾਜ ਮੈਂ ਕਿੱਥੇ ਲੱਭਾਂ ਉਸ ਨੂੰ? ਕੁਛ ਪਤਾ ਦੇਹੋ ਹਾਂ ਲੱਖ ਵਸੋਏ। ਕੋਈ ਤਾਂ ਜਿਹੜੀ ਨਿਸ਼ਾਨੀ ਦਿਓ ਜਿਹਦੇ ਕਰਕੇ ਮੈਂ ਉਹਦੀ ਪਹਿਚਾਨ ਕਰ ਲਵਾਂ ਐਸੇ ਪਰਮਾਤਮਾ ਦੀ। ਤੂੰ ਜਾਏ ਧਾਮ ਲਾਂਗਨ ਜੇ ਆਨ। ਮਹਾਰਾਜ ਨੇ ਦੇਖੋ ਹੁਣ ਕੈਸਾ ਜਿਹੜਾ ਹੈ ਕੌਤਕ ਵਰਤਾਇਆ। ਮਹਾਰਾਜ ਕਹਿੰਦੇ ਆਪਣੇ ਘਰ ਜਾ ਕਰਕੇ ਹਲ ਲੈ ਕੇ ਆ। ਹਲ ਹੁੰਦਾ ਹੈ ਨਾ ਹਲਵਾਉਣ ਵਾਸਤੇ, ਕਹਿੰਦੇ ਤੂੰ ਆਪਣੇ ਘਰ ਵਿੱਚੋਂ ਜਾ ਕੇ ਹਲ ਲੈ ਕੇ ਆ। ਅਬ ਬਾਹੋ ਬੋਵ ਛਿਤ ਬੈਨ ਮਾਨ। ਜਦ ਤੇਰੇ ਘਰ ਵਿੱਚ ਬੀਜ ਹੋਣੇ ਹਨ ਬੀਜਣ ਵਾਸਤੇ, ਉਹ ਬੀਜ ਵੀ ਚੁੱਕ ਲਿਆ। ਤੋ ਇਹ ਧਰਤੀ ਨੂੰ ਪਲੋ ਕਰਕੇ, ਇਹ ਧਰਤੀ ਨੂੰ ਜਿਹੜੀਆਂ ਵਾਹ ਕਰਕੇ ਤੂੰ ਇਹਦੇ ਵਿੱਚ ਬੀਜ ਪਾਉਣੇ ਕਰ, ਆਪਣੇ ਆਕੇ ਬੀਜ ਪਾ ਦੇ ਧਰਤੀ ਵਿੱਚ। ਜਬ ਉਗੈ ਖੇਤ ਪੁਨ ਪੱਕ ਜਾਏ। ਹਾਂ ਦੇਖੋ ਫਿਰ ਉਹ ਬੀਜ ਜਿਹੜੇ ਹਨ ਵੱਡੇ ਹੋਣਗੇ, ਉੱਗਣਗੇ। ਜੋ ਕਹਿੰਦੇ ਉਹ ਉੱਗਣਗੇ ਤਾਂ ਫਿਰ ਉਹ ਪੱਕ ਜਾਣਗੇ। ਤਬ ਲਖੋ ਕੁਦਰਤੀ ਹੋਏ ਕਾਏ। ਉਦੋਂ ਤੈਨੂੰ ਪਤਾ ਲੱਗੇਗਾ ਨਾ ਇਹ ਕੁਦਰਤ ਵੀ ਕੋਈ ਚੀਜ਼ ਹੈ। ਹੁਣ ਦੇਖੋ ਕਹਿੰਦੇ ਬੀਜ ਤੂੰ ਲੈ ਕੇ ਆਉਣਾ, ਤੂੰ ਧਰਤੀ ਵਿੱਚ ਪਾਉਣਾ। ਹੁਣ ਉਹ ਧਰਤੀ ਵਿੱਚ ਫੁੱਟਦਾ ਹੈ, ਫੁੱਟ ਕਰਕੇ ਉਹ ਉੱਗਦਾ ਹੈ, ਉੱਗ ਕੇ ਫਿਰ ਉਹ ਪੱਕਦਾ ਹੈ। ਸੋ ਫਿਰ ਜਿਹਦਾ ਆਪਾਂ ਅੰਨ ਖਾਂਦੇ ਹਾਂ, ਕਹਿੰਦੇ ਹੁਣ ਉਹਨੂੰ ਉਗਾਉਂਦਾ ਕੌਣ ਹੈ? ਉਹ ਧਰਤੀ ਵਿੱਚ ਕੌਣ ਉਹਨੂੰ ਜਿਹੜੀ ਹਨ ਸਮਰੱਥਾ ਦੇ ਰਿਹਾ ਹੈ? ਉਹਨੂੰ ਜਿਹੜੀ ਹਨ ਤਾਕਤ ਕਿੱਥੋਂ ਮਿਲਦੀ ਹੈ? ਕਿਵੇਂ ਉਹ ਇੱਕ ਬੀਜ ਤੋਂ ਇੱਕ ਅੰਨ ਬਣਦਾ ਹੈ? ਸੁਣ ਗਇਓ ਸਦਨ ਗੁਰ ਬਚਨ ਮਾਨ। ਸੋ ਉਹਨੂੰ ਭਰੋਸਾ ਆ ਗਿਆ ਸਤਿਗੁਰਾਂ ਦੇ ਬਚਨਾਂ ਤੇ, ਉਹ ਚੱਲ ਕਰਕੇ ਆਪਣੇ ਘਰ ਨੂੰ ਚਲਿਆ ਗਿਆ ਇਹ ਕਿਰਸਾਨ। ਪੁਨ ਨਰਨ ਨਿਕਟ ਕੀਨੋ ਬਖਾਨ। ਤੇ ਉਹਨੇ ਜਾ ਕੇ ਲੋਕਾਂ ਨੂੰ ਵੀ ਇਹ ਗੱਲ ਦੱਸ ਦਿੱਤੀ ਵੀ ਕੋਈ ਸੰਤ ਆਇਆ ਹੋਇਆ ਹੈ ਸਾਧ ਵਹਿਰ ਮਮ ਖੇਤ ਪਾਸ। ਕਹਿਣਗੇ ਦੇਖ ਬਾਹਰ ਵਾਰ ਮੇਰੇ ਖੇਤ ਦੇ ਇੱਕ ਸੰਤ ਆ ਕੇ ਬੈਠਾ ਹੈ। ਗੁਰੂ ਨਾਨਕ ਸਾਹਿਬ ਜੀ ਬਾਰੇ ਕਹਿੰਦਾ ਹੈ ਤਿਨ ਕਹੇ ਬਚਨ ਇਹ ਬਿਦ ਪ੍ਰਕਾਸ਼। ਉਹਨਾਂ ਨੇ ਮੈਨੂੰ ਇਹ ਬਚਨ ਕੀਤੇ ਉਹ ਸੰਤ ਨੇ, ਪ੍ਰਥਮੇ ਸਿਮਰੋ ਕਰਤਾਰ ਨਾਮ। ਉਹਨਾਂ ਨੇ ਮੈਨੂੰ ਪਹਿਲੀ ਗੱਲ ਤਾਂ ਹੈਰਾਨ ਕਰਨ ਵਾਲੀ ਇਹ ਦੱਸੀ ਵੀ ਉਹ ਕਰਤਾਰ ਕ੍ਰੀਏਟਰ ਜਿਹੜਾ ਪਰਮਾਤਮਾ ਹੈ ਸਾਰੀ ਦੁਨੀਆ ਨੂੰ ਬਣਾਉਣ ਵਾਲਾ, ਉਸ ਦਾ ਨਾਮ ਸਿਮਰਨ ਕਰ ਤੂੰ। ਉਨ ਬੋਏ ਖੇਤ ਹੋਏ ਸਿੱਧ ਕਾਮ। ਹਾਂ ਕਹਿਣਗੇ ਫੇਰ ਉਹਨਾਂ ਨੇ ਮੈਨੂੰ ਦੂਜੀ ਗੱਲ ਕਹੀ ਵੀ ਬੀਜ ਲਿਆ ਕੇ ਤੂੰ ਆਪਣੇ ਖੇਤਾਂ ਵਿੱਚ ਇਹਨੂੰ ਬੀਜਣਾ ਕਰ ਇਸ ਵਕਤ, ਤਾਂ ਤੇਰਾ ਕੰਮ ਸਿੱਧ ਹੋਵੇਗਾ, ਤਾਂ ਤੇਰਾ ਕੰਮ ਠੀਕ ਹੋਵੇਗਾ। ਸੁਨ ਨਰਨ ਕਾਨ ਸਭ ਹਾਸ ਕੀਨ। ਲੋਕਾਂ ਨੇ ਜਦੋਂ ਇਹ ਗੱਲ ਸੁਣੀ ਉਹ ਕਿਰਸਾਨ ਦੀ, ਉਹ ਹੱਸਣ ਲੱਗ ਪਏ, ਕਿਰਸਾਨ ਦੇ ਉੱਤੇ ਮਖੌਲ ਕਰਨ ਲੱਗ ਪਏ ਉਸਨੂੰ। ਮਨ ਜਾਣ ਤਾਹੇ ਕੋ ਬੁੱਧਹੀਨ। ਦੇਖੋ ਇਹੀ ਆ ਨਾ ਨਾਸਤਕਪਣਾ। ਨਾਸਤਕਪਣਾ ਕੀ ਹੈ? ਇਹ ਹੈ ਜਿੱਥੇ ਆ ਕਥਾ ਵਿੱਚ ਦੱਸਿਆ ਕਵੀ ਸੰਤੋਖ ਸਿੰਘ ਜੀ ਨੇ। ਹੁਣ ਨਾਸਤਿਕਤਾ ਕੀ ਹੁੰਦੀ ਹੈ? ਪਹਿਲੀ ਗੱਲ ਆ ਕਹਿੰਦੇ ਰੱਬ ਦਿਸਦਾ ਨਹੀਂ, ਮੰਨੀਏ ਕਿਉਂ? ਹੁਣ ਦੂਸਰਾ ਦੇਖੋ ਇਹ ਕੀ ਕਹਿੰਦੇ ਆ, ਮਨ ਜਾਣ ਤਾਹੇ ਕੋ ਬੁੱਧਹੀਨ। ਕਹਿੰਦੇ ਤੇਰੀ ਬੁੱਧੀ ਮਾਰੀ ਗਈ। ਉਹ ਕਿਰਸਾਨ ਨੂੰ ਕਹਿੰਦੇ ਤੇਰੀ ਮੱਤ ਮਾਰੀ ਗਈ। ਕਹਿੰਦੇ ਤੈਨੂੰ ਹੁਣ ਸਮਝ ਨਹੀਂ ਕੋਈ ਵੀ ਪੈਂਦੀ, ਤੂੰ ਇਹ ਜੀ ਝੂਠੀ ਜੀ ਗੱਲ ਸੁਣ ਕੇ ਆ ਗਿਆ। ਹੁਣ ਬਿਨ ਮੇਹੋ ਖੇਤ ਕਿਸ ਰੀਤ ਹੋਏ। ਦੇਖ ਕਹਿੰਦੇ ਤੇ ਜਿਹੜਾ ਮੀਂਹ ਨਹੀਂ ਪੈ ਰਿਹਾ, ਜਿਹੜੀ ਪੁਰਾਣੀ ਬੀਜੀ ਬਈ ਉਹ ਵੀ ਸੁੱਕੀ ਜਾਂਦੀ ਹੈ, ਤੇ ਹੁਣ ਤੂੰ ਨਵਾਂ ਬੀਜ ਜਾ ਕੇ ਬੀਜੇਗਾ, ਉਹ ਕਿੱਥੋਂ ਉੱਗ ਜਾਣਾ ਹੈ? ਤੂੰ ਜਾਏ ਬੀਜ ਘਰ ਪੂਰ ਸੋਏ। ਹਾਂ ਕਹਿਣ ਲੱਗੇ ਤੂੰ ਜਿਹੜਾ ਹੈ ਕਹਿੰਦੇ ਘਰ ਜਾ ਕੇ
ਕਹਿੰਦੇ ਜਿੰਨੇ ਤੇਰੇ ਬੀਜ ਹੈਗੇ ਘਰ ਦੇ ਵਿੱਚ ਤੂੰ ਸੰਭਾਲ ਲਾ, ਕਿਉਂਕਿ ਇਹੀ ਤੇਰੇ ਕੰਮ ਆਉਣੇ ਹਨ। ਜੇ ਇਹ ਵੀ ਜਾ ਕੇ ਬੀਜਤੇ ਤਾਂ ਤੂੰ ਤਾਂ ਖਾਲੀ ਹੋ ਕੇ ਰਹਿ ਜਾਏਗਾ, ਤੇਰਾ ਕੀ ਹੋਵੇਗਾ। ਇਸ ਕਰਕੇ ਕਹਿੰਦੇ ਤੂੰ ਐਸਾ ਕਰ, ਕਹਿੰਦੇ ਇਹ ਦਾਣਿਆਂ ਦਾ ਜਿਹੜਾ ਘਰ ਤੇਰੇ ਘਰ ਵਿੱਚ ਹੈ, ਤੂੰ ਜੇ ਟਰਾਈ ਕਰਨਾ ਤਾਂ ਕਰ ਲਾ, ਅਸੀਂ ਨਹੀਂ ਜਾਣਾ। ਸੁਨ ਬੈਨ ਤਿਨੋ ਕੇ ਯੁਕਤ ਹਾਸ। ਜਦੋਂ ਉਹਨਾਂ ਦੇ ਹਾਸੇ ਵਾਲੇ ਬਚਨ, ਮਖੌਲ ਵਾਲੇ ਬਚਨ, ਜੋਕਿੰਗ ਵਾਲੇ ਬਚਨ ਉਹਨੇ ਸੁਣੇ, ਗੁਰ ਢਿਗ ਆਇਓ ਹੋ ਕਰ ਉਦਾਸ। ਉਹ ਕਿਰਸਾਨ ਵਿਚਾਰਾ ਦੁਖੀ ਜਾ ਹੋ ਕੇ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਆ ਗਿਆ। ਬਚ ਕਹੇ ਹਸੀ ਮੁਝ ਮਨੁੱਖ ਕੀਨ। ਕਿ ਕਹਿੰਦੇ ਮਹਾਰਾਜ ਲੋਕੀ ਤਾਂ ਤੁਹਾਡਾ ਜਿਹੜਾ ਬਚਨ ਸੀ ਨਾ, ਮੈਂ ਉਹਨਾਂ ਨੂੰ ਦੱਸਿਆ, ਉਹ ਤਾਂ ਹਾਸੀ ਕਰਦੇ ਨੇ ਮੇਰੇ ਤੇ, ਉਹ ਤਾਂ ਮੈਨੂੰ ਮਖੌਲ ਕਰਦੇ ਨੇ, ਮੇਰਾ ਜੋਕ ਬਣ ਗਿਆ ਜੀ ਉੱਥੇ ਨਗਰ ਵਿੱਚ। ਸਭ ਜਾਣੈ ਮਨ ਮੈਂ ਬੁੱਧਹੀਨ। ਤੇ ਸਾਰੇ ਜਾਣਦੇ ਮੇਰੀ ਮੱਤ ਮਾਰੀ ਗਈ, ਮੈਂ ਜਿਹੜਾ ਹਾਂ ਪਾਗਲ ਹੋ ਗਿਆ ਹਾਂ। ਵਰਖਾ ਬਿਨ ਕੈਸੇ ਖੇਤ ਹੋਏ। ਉਹਨਾਂ ਦਾ ਇੱਕੋ ਹੀ ਆਰਗੂਮੈਂਟ ਹੈ ਕਿ ਮੀਂਹ ਤੋਂ ਬਗੈਰ ਜਿਹੜਾ ਬੀਜ ਹੁਣ ਮੈਂ ਬੀਜਾਂਗਾ ਇਹ ਕਿਵੇਂ ਉੱਗੇਗਾ। ਇਹ ਜਾਣਤ ਹੈ ਸਭ ਥਾਨ ਲੋਏ। ਦੇਖੋ ਕਹਿੰਦੇ ਇਹ ਜਾਣਤ ਹੈ, ਇਹ ਜਾਣਦੇ ਹਨ ਕਿ ਹਮੇਸ਼ਾ ਹੀ ਐਸਾ ਹੀ ਹੁੰਦਾ ਹੈ, ਜਿਹੜਾ ਪਾਣੀ ਤੋਂ ਬਗੈਰ ਜਿਹੜਾ ਕੋਈ ਅੰਨ ਉਗਦਾ ਨਹੀਂ। ਸੋ ਸਾਰੇ ਥਾਂ, ਸਿਰਫ ਇੱਥੇ ਨਹੀਂ, ਸਾਰੇ ਕਿਤੇ ਹੋਵੇਗਾ। ਜੇ ਪਾਣੀ ਨਹੀਂ ਤਾਂ ਅੰਨ ਕਿਵੇਂ ਉੱਗੇਗਾ। ਸੁਨ ਕਹੈ ਗੁਰੂ ਤੂੰ ਬੀਜ ਆਨ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉਹ ਕਿਰਸਾਨ ਨੂੰ ਕਹਿੰਦੇ ਤੁਸੀਂ ਐਂ ਕਰੋ, ਬਾਕੀ ਦੇ ਲੋਕਾਂ ਨੂੰ ਛੱਡੋ, ਤੂੰ ਆਪਣੇ ਘਰ ਤੋਂ ਬੀਜ ਲੈ ਕੇ ਆ ਜਾ ਹੁਣ, ਜੋ ਤੇਰੇ ਘਰ ਵਿੱਚ ਪਏ ਹਨ। ਨਹਿ ਉਗੈ ਖੇਤ ਹਮ ਹੈ ਜਮਾਨ। ਮਹਾਰਾਜ ਕਹਿੰਦੇ ਮੈਂ ਜ਼ਿੰਮੇਵਾਰੀ ਲੈਂਦਾ ਹਾਂ, ਮੈਂ ਗਾਰੰਟੀ ਲੈਂਦਾ ਹਾਂ, ਜੇ ਤੇਰੇ ਇਹ ਬੀਜ ਨਾ ਉੱਗੇ, ਜੇ ਬੀਜ ਬੋਏ ਜਾਵੇ ਅਕਾਥ। ਜੇ ਤੇਰੇ ਬੀਜ ਵੇਸਟ ਹੋ ਗਏ, ਉਹ ਨਾ ਉੱਗੇ, ਉਹ ਸੜ ਗਏ ਧਰਤੀ ਵਿੱਚ। ਹਮ ਦੇਵ ਹੈ ਤੇ ਤੋਂ ਤੋਹੇ ਹਾਥ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਉਨੇ ਬੀਜ ਜਿਹੜੇ ਤੇਰੇ ਵੇਸਟ ਹੋਇਆ ਮੈਂ ਤੈਨੂੰ ਵਾਪਸ ਦਵਾਂਗਾ, ਮੈਂ ਤੈਨੂੰ ਮੁੜ ਕੇ ਉਹ ਬੀਜ ਦਵਾਂਗਾ, ਤੂੰ ਫਿਕਰ ਨਾ ਕਰ, ਇਹਦੀ ਗਾਰੰਟੀ ਮੇਰੀ ਹੈ, ਮੈਂ ਫੁੱਲ ਗਾਰੰਟੀ ਲੈਂਦਾ ਹਾਂ। ਤੂੰ ਜਾ ਕੇ ਬੀਜ ਲੈ ਕੇ ਆ ਤੇ ਗੱਲ ਮੰਨ ਤੇ ਬੀਜ ਦੇ। ਜੇ ਵੇਸਟ ਹੋ ਗਏ ਤਾਂ ਮੇਤੋਂ ਲੈ ਲਈ, ਜਿੰਨਾ ਘਾਟਾ ਪਿਆ ਤੇਰਾ ਮੈਂ ਉਹ ਪੂਰਾ ਕਰਾਂਗਾ। ਸੁਨ ਭਈ ਧੀਰ ਲਾਂਗਲ ਲਾਏ। ਦੇਖੋ ਉਹਨੇ ਜਾ ਕੇ ਆਪਣੇ ਘਰ ਦੇ ਵਿੱਚੋਂ ਹਲ ਚੁੱਕ ਲਿਆਂਦਾ, ਹਲ ਵਾਉਣ ਵਾਸਤੇ ਗੁਰੂ ਮਹਾਰਾਜ ਦੀ ਗੱਲ ਮੰਨ ਲਈ ਉਸਨੇ। ਹੁਣ ਹੱਥ ਬੰਦ ਲੀਨੀ ਰਜਾਏ। ਸੋ ਅਵਤ ਬੰਨ ਕਰਕੇ ਮਹਾਰਾਜ ਦੀ ਆਗਿਆ ਲੈ ਕੇ ਮਹਾਰਾਜ ਮੈਂ ਸ਼ੁਰੂ ਕਰ ਦਵਾਂ ਹੁਣ। ਕਰਤਾਰ ਸਿਮਰ ਕੈ ਭੂਮ ਵਾਹੇ। ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸ ਕਿਰਸਾਨ ਨੂੰ, ਜ਼ਿਮੀਂਦਾਰ ਨੂੰ ਕਿਹਾ ਤੂੰ ਇਸ ਤਰ੍ਹਾਂ ਕਰ, ਕਰਤਾਰ ਪਰਮਾਤਮਾ ਅੱਗੇ ਅਰਦਾਸ ਕਰ, ਤੂੰ ਬੇਨਤੀ ਕਰ ਕਿ ਮੈਂ ਇਹ ਬੀਜ ਬੀਜਣ ਲੱਗਿਆ, ਹੇ ਕਰਤਾਰ ਇਹ ਬੀਜ ਜਿਹੜਾ ਹੈ ਸਫਲ ਹੋ ਜਾਵੇ। ਤੇ ਇਹ ਕਰਤਾਰ ਕਹਿੰਦੇ ਪਰਮਾਤਮਾ ਨੂੰ ਸਿਮਰ ਕਰਕੇ ਤੂੰ ਇਹ ਬੀਜ ਨੂੰ ਬੀਜਣਾ ਕਰ। ਗੋਧੂਮ ਬੀਜ ਦੀਨੀ ਸੋਤਾਹੇ। ਉਹਨੇ ਕਣਕ ਦਾ ਬੀਜ ਜਿਹੜਾ ਹੈ ਧਰਤੀ ਵਿੱਚ ਬੀਜ ਦਿੱਤਾ। ਗੁਰ ਚਰਨ ਬੰਦ ਕਰ ਬੈਸ ਆਨ। ਤੇ ਆਨ ਕਰਕੇ ਸਾਜਰਾ ਹਨ ਬੀਜ ਕੇ ਮਹਾਰਾਜ ਨੂੰ ਨਮਸਕਾਰ ਕਰਕੇ ਆ ਗਿਆ ਜੀ, ਕੋਲੇ ਬੈਠ ਗਿਆ ਆ ਕੇ। ਔਰ ਕੀਨੀ ਸਰਦਾ ਨਹਿ ਡੁਲਾਨ। ਦੇਖੋ ਉਹਨੇ ਸ਼ਰਧਾ ਕੀਤੀ, ਉਹ ਕਿਰਸਾਨ ਨੇ ਵੀ ਜੋ ਇਹ ਸੰਤ ਜੀ ਕਹਿੰਦੇ ਨੇ ਠੀਕ ਕਹਿੰਦੇ ਨੇ, ਉਹਨੇ ਸ਼ਰਧਾ ਕੀਤੀ ਤੇ ਆਪਣੇ ਮਨ ਨੂੰ ਨਹੀਂ ਡੁਲਾਇਆ, ਉਹਨੇ ਡਾਊਟ ਨਹੀਂ ਕੀਤਾ ਮਹਾਰਾਜ ਦੇ ਬਚਨ ਤੇ। ਨਿਸ ਗਇਓ ਧਾਮ ਪੁੰਨ ਭਈ ਭੋਰ। ਕੀ ਹੋਇਆ, ਸ਼ਾਮਾਂ ਪੈ ਗਈਆਂ, ਉਹ ਆਪਣੇ ਕਿਰਸਾਨ ਜਿਹੜਾ ਆਪਣੇ ਘਰ ਨੂੰ ਮੁੜ ਗਿਆ। ਗੁਰੂ ਨਾਨਕ ਸਾਹਿਬ ਜੀ ਤਾਂ ਉੱਥੇ ਹੀ ਬੈਠੇ ਹਨ ਤੇ ਮਹਾਰਾਜ ਨੂੰ ਤੇ ਛੱਡ ਕਰਕੇ ਉਹ ਆਪਣੇ ਘਰ ਨੂੰ ਚਲਿਆ ਗਿਆ ਰਾਤ ਵੇਲੇ, ਸ਼ਾਮਾਂ ਵੇਲੇ। ਤੇ ਫਿਰ ਸ਼ਾਮ ਤੋਂ ਫਿਰ ਹੁਣ ਸਵੇਰ ਹੋ ਗਈ। ਹੁਣ ਚੱਲ ਆਏ ਦੇਖਿਓ ਖੇਤ ਔਰ। ਉਹ ਸਵੇਰ ਹੁੰਦਿਆਂ ਸਾਰ ਆਪਣੇ ਖੇਤ ਵਿੱਚ ਆਇਆ, ਖੇਤ ਦੇਖਣ ਵਾਸਤੇ। ਸਬਜੀ ਸੋ ਲਖੀ ਤਬ ਨੌ ਬਹਾਰ। ਕੀ ਹੋਇਆ ਜੀ, ਉਹ ਦੇਖ ਕੇ ਹੈਰਾਨ ਹੋ ਗਿਆ, ਉਹ ਜਿਹੜੇ ਬੀਜ ਬੀਜੇ ਸਨ ਸਾਰੇ ਹਰੇ ਹੋ ਗਏ, ਸਾਰੇ ਬੀਜ ਉੱਗ ਗਏ ਤੇ ਸਾਰੇ ਹਰਿਆ ਭਰਿਆ ਉਹਦਾ ਖੇਤ ਹੋ ਗਿਆ। ਬਾਕੀ ਸਾਰੇ ਖੇਤ ਸੁੱਕੇ ਪਏ ਹਨ, ਉਹਦਾ ਕੱਲੇ ਦਾ ਜਿਹੜਾ ਹਨ ਖੇਤ ਹਰਿਆ ਭਰਿਆ ਹੋ ਗਿਆ। ਜਨ ਬਹੁਤ ਦਿਵਸ ਕੀ ਇਹ ਸਬਾਰ। ਤੇ ਇਉਂ ਲੱਗਦਾ ਹੈ ਵੀ ਇਹ ਜਿਹੜਾ ਬੀਜ ਪਤਾ ਨਹੀਂ ਕਿੰਨੇ ਕੁ ਮਹੀਨੇ ਪਹਿਲਾਂ ਬੀਜਿਆ ਹੋਇਆ ਸੀ, ਵੀ ਉਹ ਜਿਹੜੀ ਖੇਤੀ ਹੈ ਵੱਡੀ ਵੱਡੀ ਹੋ ਗਈ, ਐਕਸਪ੍ਰੈਸਲੀ ਉਹ ਵੱਡੀ ਹੋ ਗਈ ਜੀ, ਇੰਨੀ ਵੱਡੀ ਹੋ ਗਈ ਜਿਵੇਂ ਕੁਝ ਕੁ ਮਹੀਨਿਆਂ ਤੋਂ ਪੂਰੇ ਪਾਣੀ ਦੇ ਮਿਲਣ ਕਰਕੇ ਜਾਂ ਜਿਹੜਾ ਹੈ ਪੂਰਾ ਉਹਦਾ ਖਿਆਲ ਰੱਖਣ ਕਰਕੇ ਜਿਹੜੀ ਕਿ ਖੇਤੀ ਹੈਲਥੀ ਖੇਤੀ ਹੁੰਦੀ ਹੈ, ਉਹ ਪੂਰੀ ਸੋਹਣੀ ਖੇਤੀ ਹੋਈ ਪਈ ਹੈ। ਕਰ ਹਰਖ ਬੰਦ ਗੁਰ ਚਰਨ ਰੇਨ। ਬੜਾ ਖੁਸ਼ ਹੋਇਆ, ਹੱਥ ਬੰਨ ਕਰਕੇ, ਹੱਥ ਜੋੜ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕੋਲ ਆਇਆ। ਸਰਦਾ ਸੋ ਬਦੀ ਜੋ ਮੋਖ ਦੇਨ। ਦੇਖੋ ਹੁਣ ਉਹਦੇ ਮਨ 'ਚ ਸ਼ਰਧਾ ਇੰਨੀ ਵੱਧ ਗਈ ਸਤਿਗੁਰਾਂ ਦਾ ਇਹ ਜਿਹੜਾ ਹੈ ਕੌਤਕ ਨੂੰ ਦੇਖ ਕਰਕੇ,
ਤੇ ਉਹਨੇ ਮਨ ਵਿੱਚ ਜਾਣ ਲਿਆ ਕਿ ਇਹ ਸੰਤ ਮੁਕਤੀ ਨੂੰ ਦੇਣ ਵਾਲੇ ਹਨ। ਗੁਰ ਨਰ ਨ ਸੁਨੇ ਅਚਰਜ ਮਾਨ। ਤੇ ਲੋਕਾਂ ਨੇ ਵੀ ਸੁਣ ਲਿਆ ਜੀ। ਨਗਰ ਦੇ ਲੋਕ ਭੱਜ ਭੱਜ ਕੇ ਆ ਕੇ ਦੇਖਣ ਲੱਗੇ। ਸਾਰੇ ਬੜੇ ਹੈਰਾਨ ਹਨ। ਸਭ ਧਾਏ ਹੇ ਰਹਿ ਸਾਚ ਜਾਨ। ਜੇ ਭੱਜ ਭੱਜ ਕੇ ਆਉਂਦੇ ਹਨ ਦੇਖਣ ਵਾਸਤੇ। ਲੋਕ ਦੱਸਦੇ ਹਨ ਜੀ ਹਰਿਆ ਭਰਿਆ ਹੋ ਗਿਆ। ਜਿਹੜਾ ਸੁਣਦਾ ਉਹ ਭੱਜ ਕੇ ਆਉਂਦਾ, ਉਹ ਆ ਕੇ ਦੇਖਦਾ ਹੈ ਤੇ ਹੈਰਾਨ ਹੁੰਦਾ ਹੈ। ਅਸ ਜਾਨ ਅਜਮਤੀ ਔਰ ਪੁਮਾਨ। ਉਹਨਾਂ ਨੇ ਸਾਰਿਆਂ ਨੇ ਜਾਣ ਲਿਆ ਵੀ ਜੋ ਇਹ ਸੰਤ ਬੈਠਾ ਇਹ ਕਰਾਮਾਤੀ ਹੈ, ਇਹਦੇ ਵਿੱਚ ਸ਼ਕਤੀਆਂ ਹਨ। ਕਹਿਣ ਲੱਗੇ ਇਸ ਕਰਕੇ ਉਹਨਾਂ ਨੇ ਆਪਣੇ ਹਿਰਦੇ ਦੇ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਉੱਤੇ ਸ਼ਰਧਾ ਕਰਨੀ ਸ਼ੁਰੂ ਕਰ ਦਿੱਤੀ। ਗੁਰ ਤੀਰ ਪਹੁੰਚੇ ਸਿਦਕ ਠਾਨ। ਸਾਰੇ ਸਿੱਧਕ ਨੂੰ ਲੈ ਕਰਕੇ ਸਤਿਗੁਰਾਂ ਦੇ ਸਿੱਧਕ ਆਪਣੇ ਮਨ ਵਿੱਚ ਵਸਾ ਕਰਕੇ ਸਿੱਧਕ ਦੇ ਨਾਲ ਸਤਿਗੁਰਾਂ ਕੋਲ ਪਹੁੰਚ ਗਏ ਜੀ। ਆ ਕੇ ਧਰ ਬੰਦਨਾ ਸੋ ਧਰ ਭੇਟ ਸੋਏ। ਸੋ ਆ ਕੇ ਮੱਥਾ ਟੇਕਿਆ ਤੇ ਘਰੋਂ ਭੇਟਾ ਲੈ ਕੇ ਆਏ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਵਾਸਤੇ। ਵਿਦ ਬੂਝ ਹੀ ਜਿਵ ਅੰਨ ਹੋਏ। ਕਹਿਣਗੇ ਬਿੱਧ ਬੁੱਝ। ਉਹਨਾਂ ਨੇ ਆ ਕੇ ਪੁੱਛਿਆ, ਕੀ ਗੱਲ ਪਹਿਲਾਂ ਪੁੱਛੀ? ਮਹਾਰਾਜ ਸਾਡੇ ਖੇਤ ਕਿਵੇਂ ਹਰੇ ਹੋਣਗੇ? ਮਹਾਰਾਜ ਸਾਡੇ ਵੀ ਖੇਤ ਹਰੇ ਕਰ ਦਿਓ। ਹਾਂਜੀ, ਮਹਾਰਾਜ ਨੇ ਚਾਂਸ ਤਾਂ ਪਹਿਲਾਂ ਦਿੱਤੀ ਸੀ ਨਾ। ਉਹ ਜ਼ਮੀਨ ਜਿਹੜਾ ਹਨ ਉਹ ਵਿਚਾਰੇ ਕਿਸਾਨ ਨੂੰ ਮਖੌਲ ਕਰਕੇ ਵਾਪਸ ਭੇਜਤਾ ਸੀ। ਤੇ ਕਹਿੰਦੇ ਹੁਣ ਮਹਾਰਾਜ ਦੱਸੋ ਸਾਡੇ ਖੇਤ ਕਿਵੇਂ ਹਰੇ ਹੋਣਗੇ? ਹੁਣ ਗੁਰ ਕੀਨ ਦਇਆ ਦੀਨੀ ਰਜਾਏ। ਮਹਾਰਾਜ ਨੇ ਆਗਿਆ ਕੀਤੀ। ਮਹਾਰਾਜ ਨੇ ਦਇਆ ਵਿੱਚ ਆ ਕੇ ਦਇਆ ਕਰਕੇ ਨਾ ਸਾਰਿਆਂ ਉੱਤੇ ਉਹ ਬਖਸ਼ਿਸ਼ ਕਰ ਦਿੱਤੀ। ਕਰਤਾਰ ਨਾਮ ਰਸਨਾ ਤੇ ਆਏ। ਮਹਾਰਾਜ ਨੇ ਇਹੀ ਇੱਕ ਫਾਰਮੂਲਰ ਦਿੱਤਾ ਉਹਨਾਂ ਨੂੰ ਵੀ ਆਪਣੇ ਜੀਵ ਦੇ ਨਾਲ ਉਸ ਕਰਤਾਰ ਵਾਹਿਗੁਰੂ ਨੂੰ ਚੇਤੇ ਕਰੋ। ਆਪਣੇ ਜੀਵ ਦੇ ਨਾਲ ਪਰਮਾਤਮਾ ਦਾ ਨਾਮ ਵਾਹਿਗੁਰੂ 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 ਜਪਣਾ ਕਰੋ ਤੇ ਉਸ ਦਾ ਧਿਆਨ, ਉਹ ਆਪਣੀ ਬਿਰਤੀ ਦਾ ਧਿਆਨ ਉਸ ਵਿੱਚ ਜੋੜੋ ਵਾਹਿਗੁਰੂ ਵਾਹਿਗੁਰੂ ਵਿੱਚ। ਟੋਟਕ ਛੰਦ ਕ੍ਰਿਸ ਕਾਰਜ ਕੋ ਕਰ ਸੋ ਕਰੀਏ। ਸੋ ਇਸ ਕਰਕੇ ਕਹਿੰਦੇ ਵਾਹਿਗੁਰੂ ਵਾਹਿਗੁਰੂ ਕਹਿ ਕੇ ਆਪਣੀ ਕਿਰਸਾਨੀ ਵਾਲੀ ਜਿਹੜੀ ਕਿਰਤ ਹੈ, ਜ਼ਮੀਨ ਨੂੰ ਵਾਹੁਣ ਵਾਲੀ ਜਿਹੜੀ ਕਿਰਤ ਹੈ ਉਹ ਤੁਸੀਂ ਕਰਨੀ ਕਰੋ ਹੁਣ। ਪਰ ਸ਼ਰਤ ਇਹ ਪਹਿਲਾਂ ਵਾਹਿਗੁਰੂ ਕਹਿਣਾ ਹੈ। ਵਾਹਿਗੁਰੂ ਵਾਹਿਗੁਰੂ ਕਰਦਿਆਂ ਬੀਜ ਨੂੰ ਬੀਜਣਾ ਹੈ। ਹਰ ਨਾਮ ਉਚਾਰ ਹਿਰਦੈ ਧਰਿਏ। ਹਾਂ, ਕਹਿਣ ਲੱਗੇ ਹਰ ਨਾਮ ਨੂੰ ਮੂੰਹ ਦੇ ਨਾਲ ਉਚਾਰਨਾ ਹੈ, ਹਿਰਦੇ ਦੇ ਵਿੱਚ ਉਸ ਦਾ ਜਿਹੜਾ ਹੈ ਕਨਸੈਂਟਰੇਸ਼ਨ ਧਾਰਨਾ ਹੈ। ਵਰਖਾ ਹਿਤ ਜਾਚੋ ਬੰਦ ਕਰੰ। ਫੇ ਹੱਥ ਬੰਨ ਕੇ ਪਰਮਾਤਮਾ ਅੱਗੇ ਅਰਦਾਸ ਕਰੋ ਕਿ ਹੇ ਪਰਮਾਤਮਾ ਮੀਂਹ ਪਾ ਦਿਓ, ਸਾਨੂੰ ਮੀਂਹ ਦੀ ਲੋੜ ਹੈ, ਸਾਨੂੰ ਰੇਨਫਾਲ ਚਾਹੀਦਾ ਹੈ। ਹੇ ਪਰਮਾਤਮਾ ਤੁਸੀਂ ਮੀਂਹ ਦੀ ਬਖਸ਼ਿਸ਼ ਕਰੋ। ਬਹੁ ਨੀਰ ਪਰੈ ਹੋਏ ਖੇਤ ਧਰੰ। ਕਹਿਣਗੇ ਬਹੁਤ ਮੀਂਹ ਪਵੇਗਾ, ਤੁਹਾਡੇ ਖੇਤ ਸਾਰੇ ਹਰੇ ਭਰੇ ਹੋ ਜਾਣਗੇ। ਜਿਹੜੇ ਨਵੇਂ ਬੀਜੋਗੇ ਉਹ ਤਾਂ ਹਰੇ ਹੋਣਗੇ, ਪੁਰਾਣੇ ਸੁੱਕੇ ਹੋਏ ਵੀ ਹਰੇ ਹੋ ਜਾਣਗੇ। ਧਰ ਆਇਸ ਸੀਸ ਚਲੇ ਸਭ ਹੀ। ਉਹਨਾਂ ਨੇ ਮਹਾਰਾਜ ਦੀ ਆਗਿਆ ਨੂੰ ਸੁਣ ਕਰਕੇ ਨਗਰ ਦੇ ਲੋਕ ਸਤਿਗੁਰਾਂ ਨੂੰ ਮੱਥਾ ਟੇਕ ਕੇ ਆਗਿਆ ਮੰਨ ਕਰਕੇ ਚਲੇ ਗਏ। ਪਰ ਬੀਜ ਬੋਇਓ ਹਲ ਤੇ ਤਬ ਹੀ। ਉਹਨਾਂ ਨੇ ਘਰ ਜਾ ਕੇ ਆਪਣੇ ਹਲ ਚੁੱਕ ਲਏ ਤੇ ਬੀਜ ਲਿਆ ਕੇ ਉਹਨਾਂ ਨੇ ਬੀਜਣਾ ਸ਼ੁਰੂ ਕਰ ਦਿੱਤਾ। ਹੁਣ ਭਲ ਖੇਤ ਉਗੇ ਹਰਿਆਵਲ ਸੋ। ਕੀ ਹੋਇਆ ਜੀ? ਸਾਰੇ ਖੇਤ ਹਰੇ ਭਰੇ ਹੋ ਗਏ ਸਤਿਗੁਰਾਂ ਦੇ ਬਚਨਾਂ ਦੇ ਸਦਕੇ। ਪੁਰ ਸੋਕ ਨਸਿਓ ਸਰਬ ਤਾਵਲ ਸੋ। ਸੋ ਦੇਖੋ ਛੱਤੀ ਹੀ ਕਹਿੰਦੇ ਉਹ ਸਾਰਾ ਹੀ ਜਿਹੜਾ ਬੀਜ ਬੀਜਿਆ ਹੋਇਆ ਉਗ ਗਿਆ ਜੀ। ਸਾਰੇ ਖੇਤਾਂ ਦੇ ਵਿੱਚ ਉਹ ਬੀਜ ਜਿਹੜਾ ਵੀ ਕੋਈ ਬੀਜਦਾ ਸੀ ਨਾ ਵਾਹਿਗੁਰੂ ਕਹਿ ਕੇ ਉਹੀ ਉਗ ਜਾਂਦਾ ਸੀ। ਸੋ ਇਸ ਤਰ੍ਹਾਂ ਕਰਕੇ ਸਾਰੇ ਹੀ ਖੇਤ ਹਰੇ ਹੋ ਗਏ। ਸਮਰੱਥ ਬੜੋ ਕਹਿ ਸੰਤ ਭਲੋ। ਸਾਰੇ ਕਹਿਣ ਲੱਗੇ ਦੇਖੋ ਇਹ ਸੰਤ ਜਿਹੜੇ ਹਨ ਵੱਡੇ ਸਮਰੱਥ ਹਨ, ਬਹੁਤ ਕੇਪੇਬਲ ਹਨ ਤੇ ਇਹ ਸੰਤ ਬੜੇ ਭਲੇ ਹਨ। ਇਸ ਆਇਸ ਕੇ ਅਨੁਸਾਰ ਚਲੋ। ਕਹਿਣ ਲੱਗੇ ਇਸ ਕਰਕੇ ਸੰਤ ਦੀ ਆਗਿਆ ਵਿੱਚ ਹੀ ਸਾਨੂੰ ਚੱਲਣਾ ਚਾਹੀਦਾ, ਇਹਨਾਂ ਦਾ ਹੁਕਮ ਸਾਨੂੰ ਮੰਨਣਾ ਚਾਹੀਦਾ ਹੈ। ਸੋ ਇਸ ਤਰ੍ਹਾਂ ਕਰਕੇ ਇਹ ਮੀਂਹ ਵੀ ਪਿਆ ਤੇ ਬੀਜ ਵੀ ਹਰੇ ਹੋ ਗਏ। ਵਰਖਾ ਬਿਦ ਬੂਜਨ ਕੀਨ ਜਬੈ। ਓਕੇ, ਦੇਖੋ ਹੁਣ ਵਰਖਾ ਦੀ ਗੱਲ ਆਈ। ਹੁਣ ਵਰਖਾ ਕਿਵੇਂ ਪਵੇ? ਬੀਜ ਤਾਂ ਮਹਾਰਾਜ ਨੇ ਵਰਖਾ ਤੋਂ ਬਗੈਰੇ ਹਰੇ ਕਰ ਦਿੱਤੇ। ਦੇਖੋ ਐਸਾ ਮਹਾਰਾਜ ਨੇ ਉਹਨਾਂ ਨੂੰ ਕੌਤਕ ਦਿਖਾਇਆ ਵੀ ਤੁਹਾਡੇ ਰਾਜੇ ਤੋਂ ਬਗੈਰ, ਜਾਂ ਜਦੋਂ ਬੰਦਾ ਕੋਈ ਸੋਚਦਾ ਨਾ ਮੇਰਾ ਖੇਤ ਹਰਾ ਕਿਵੇਂ ਹੋਗਾ, ਮੈਨੂੰ ਪਾਣੀ ਦੀ ਲੋੜ ਹੈ, ਮਹਾਰਾਜ ਨੇ ਉਹ ਵੀ ਚੀਜ਼ ਨੂੰ ਜਿਹੜਾ ਹੈ ਗਲਤ ਜਿਹੜਾ ਹੈ ਕਰਾ ਦਿੱਤਾ। ਵੀ ਇਹ ਨਾ ਕਿਤੇ ਵੀ ਸੋਚੋ ਵੀ ਤੁਹਾਡਾ ਬੀਜ ਸਿਰਫ ਪਾਣੀ ਕਰਕੇ ਉਗਣਾ ਹੈ। ਨਹੀਂ, ਬੀਜ ਪਾਣੀ ਇੱਕ ਵਸੀਲਾ ਜ਼ਰੂਰ ਬਣ ਸਕਦਾ ਹੈ, ਪਰ ਬੀਜ ਉਗੇਗਾ ਪਰਮਾਤਮਾ ਦੀ ਕਿਰਪਾ ਨਾਲ। ਪਰਮਾਤਮਾ ਦੀ ਕਿਰਪਾ ਹੀ ਸਭ ਤੋਂ ਵੱਡੀ ਹੈ। ਉਹ ਪਾਣੀ ਨਾਲੋਂ ਵੀ ਵੱਡੀ ਹੈ, ਉਹ ਮੀਂਹ ਨਾਲੋਂ ਵੀ ਵੱਡੀ ਹੈ। ਦੇਖੋ ਇਹ ਤਾਂ ਆਪਣੀ ਸਿਆਣਪ ਹੈ। ਆਪਾਂ ਕਹਿੰਦੇ ਆ ਮਹਾਰਾਜ ਮੈਨੂੰ ਨਾ ਮੇਰੀ ਖੇਤੀ ਹਰੀ ਕਰ ਦਿਓ, ਮੇਰੀ ਖੇਤੀ ਹਰੀ ਕਰਨ ਵਾਸਤੇ ਮੀਂਹ ਚਾਹੀਦਾ, ਮਹਾਰਾਜ ਮੀਂਹ ਪਾ ਦਿਓ, ਮੈਨੂੰ ਪਾਣੀ ਦੇ ਦਿਓ। ਦੇਖੋ ਆਪਾਂ ਆਪਣੀ ਇੰਟਲੈਕਟ ਵਰਤੀ ਹੈ ਇੱਥੇ। ਆਪਾਂ ਪਰਮਾਤਮਾ ਨੂੰ ਇਹ ਨਹੀਂ ਕਿਹਾ ਮਹਾਰਾਜ ਮੇਰਾ ਬੀਜ ਬੀਜਿਆ ਹੋਇਆ ਹਰਿਆ ਕਰ ਦਿਓ। ਬਸ ਮਹਾਰਾਜ ਨੇ ਉਹੀ ਤਾਂ ਇੱਕ ਭਰੋਸਾ ਇਹ ਲੋਕਾਂ ਨੂੰ ਦਿੱਤਾ ਕਿ ਬੀਜ ਬੀਜਿਆ ਹੋਇਆ ਬਿਨਾਂ ਪਾਣੀ ਤੋਂ ਵੀ ਹਰਿਆ ਹੋ ਸਕਦਾ ਹੈ, ਕਿਉਂਕਿ ਇਹ ਕੁਦਰਤ ਵਿੱਚ ਪਰਮਾਤਮਾ ਵਸਦਾ ਹੈ। ਪਰਮਾਤਮਾ ਦੀ ਸ਼ਕਤੀ ਵਾਸਤੇ ਕੋਈ ਕੰਡੀਸ਼ਨ ਨਹੀਂ ਵੀ ਕਿਸੇ ਨੂੰ ਹਰਿਆ ਕਰਨਾ ਹੋਵੇ ਤਾਂ ਉਹਦੇ ਵਾਸਤੇ ਪਾਣੀ ਦੀ ਲੋੜ ਹੈ। ਮਹਾਰਾਜ ਨੇ ਉਹ ਗੱਲ ਨੂੰ ਵੀ ਫੇਲ ਕਰ ਦਿੱਤਾ। ਮਹਾਰਾਜ ਕਹਿੰਦੇ
ਇਹ ਜਿਹੜਾ ਬੀਜ ਤਾਂ ਤੁਹਾਡਾ ਬੀਜ ਇਸੇ ਤਰ੍ਹਾਂ ਹੀ ਹਰਿਆ ਹੋਗਾ, ਪਰ ਸ਼ਰਤ ਇਹ ਵਾਹਿਗੁਰੂ ਕਹਿ ਕੇ ਬੀਜੋ। ਦੇਖੋ ਕੋਈ ਵੀ ਕਾਰਜ ਜ਼ਿੰਦਗੀ ਦਾ ਜੇ ਕਰਨਾ ਹੋਵੇ ਵਾਹਿਗੁਰੂ ਨਾਮ ਕਹਿ ਕਰਕੇ ਕਰਿਓ ਤਾਂ ਉਹ ਕਿਤੇ ਫੇਲ ਨਹੀਂ ਹੁੰਦਾ, ਉਹ ਹਮੇਸ਼ਾ ਹੀ ਜਿਹੜਾ ਹੈ ਠੀਕ ਹੋਵੇਗਾ, ਕਿਉਂਕਿ ਤੁਸੀਂ ਉਹਨੂੰ ਯਾਦ ਕਰ ਲਿਆ ਜਿਹਨੇ ਸਾਰੀ ਕੁਦਰਤ ਸਾਰੀ ਕਾਇਨਾਤ ਨੂੰ ਬਣਾਇਆ ਹੈ। ਇਹ ਸਾਰੀ ਕੁਦਰਤ ਦੇ ਮਾਲਕ ਨੂੰ ਤੁਸੀਂ ਯਾਦ ਕਰ ਲਿਆ, ਤੇ ਇਹ ਜਿਹੜੇ ਕੁਦਰਤ ਦੀਆਂ ਜਿਹੜੀਆਂ ਹੋਲ ਐਲੀਮੈਂਟਸ ਹੁੰਦੀਆਂ ਇਹ ਸਾਰੀਆਂ ਦੀਆਂ ਸਾਰੀਆਂ ਤੁਹਾਡੀਆਂ ਦਾਸੀਆਂ ਬਣ ਜਾਂਦੀਆਂ ਨੇ, ਕਿਉਂਕਿ ਇਹ ਸਾਰੀਆਂ ਤੁਹਾਡੇ ਵੱਲ ਹੋ ਜਾਂਦੀਆਂ ਨੇ, ਕਿਉਂਕਿ ਤੁਸੀਂ ਪਰਮਾਤਮਾ ਨੂੰ ਚੇਤੇ ਕਰ ਲਿਆ ਜੋ ਇਹਨਾਂ ਦਾ ਮਾਲਕ ਹੈ। ਜਿਵੇਂ ਦੇਖੋ ਨਾ, ਰਾਜੇ ਨੂੰ ਤੁਸੀਂ ਆਪਣੇ ਵਸ ਵਿੱਚ ਕਰ ਲਓ, ਸਾਰੀ ਨਗਰੀ ਤੁਹਾਡੇ ਵਸ ਵਿੱਚ ਆ ਜਾਂਦੀ ਹੈ। ਇਸੇ ਤਰ੍ਹਾਂ ਜੇ ਪਰਮਾਤਮਾ ਨੂੰ ਚੇਤੇ ਕਰਾਂਗੇ ਤਾਂ ਇਹ ਸਾਰੀ ਸ੍ਰਿਸ਼ਟੀ ਤੁਹਾਡੀ ਸੇਵਕ ਬਣ ਜਾਂਦੀ ਹੈ। ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਹੈ ਨਾ, ਜੋ ਪਰਮਾਤਮਾ ਦਾ ਪਿਆਰਾ ਹੋ ਜਾਂਦਾ ਉਹ ਸਾਰਿਆਂ ਦਾ ਹੀ ਪਿਆਰਾ ਹੋ ਜਾਂਦਾ, ਉਹਨੂੰ ਕਾਹਦਾ ਘਾਟਾ ਰਹਿੰਦਾ ਹੈ ਫਿਰ। ਸੋ ਇਸ ਕਰਕੇ ਉਹ ਗੱਲ ਨੂੰ ਮਹਾਰਾਜ ਨੇ ਸਿੱਧ ਕਰ ਦਿੱਤਾ। ਹੁਣ ਉਹ ਕਹਿਣ ਲੱਗੇ ਮਹਾਰਾਜ ਨੂੰ, ਮਹਾਰਾਜ ਹੁਣ ਮੀਂਹ ਕਿਵੇਂ ਪਵੇ, ਸਾਨੂੰ ਮੀਂਹ ਦੀ ਵੀ ਲੋੜ ਹੈ ਪਾਤਸ਼ਾਹ ਜੀ, ਕਿਉਂਕਿ ਪਾਣੀ ਦੀ ਬਹੁਤ ਲੋੜ ਹੈ। ਗੁਰੂ ਨਾਨਕ ਵਾਕ ਉਚਾਰ ਤਬੈ, ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕੀਤੇ, ਵਿਦ ਸੰਗ ਤੇ ਹਾਵਲ ਕੋ ਕਰੀਏ। ਕਹਿਣ ਲੱਗੇ ਹੁਣ ਦੇਖੋ, ਹੁਣ ਜੇ ਮੀਂਹ ਪਾਉਣਾ ਤਾਂ ਐਸਾ ਕਰੋ, ਕੜਾ ਪ੍ਰਸ਼ਾਦ ਦੇਗ ਤਿਆਰ ਕਰੋ। ਹੁਣ ਕੜਾ ਪ੍ਰਸ਼ਾਦ ਦੇਗ ਹੈ ਨਾ, ਕਹਿੰਦੇ ਦੇਗ ਤਿਆਰ ਕਰੋ। ਹੁਣ ਕੜਾ ਪ੍ਰਸ਼ਾਦ ਬਣਾਓ ਜਿਹਦੇ ਵਿੱਚ ਜਿਹੜਾ ਹੈ ਪਹਿਲਾਂ ਤਾਂ ਆਟਾ, ਘਿਓ, ਪਾਣੀ ਤੇ ਖੰਡ, ਤੇ ਤੀਜਾ ਪੰਜਵੀਂ ਅੱਗ ਹੈ। ਕਹਿਣ ਲੱਗੇ ਇਹ ਜਿਹੜਾ ਹਨ ਪੰਚਾਮ੍ਰਿਤ, ਜਿਹੜਾ ਅੰਮ੍ਰਿਤ ਜਿਹੜਾ ਹੈ ਕੜਾ ਪ੍ਰਸ਼ਾਦ ਹੈ, ਇਹਨੂੰ ਪਹਿਲਾਂ ਤਿਆਰ ਕਰੋ। ਬਿੰਦ ਸੰਗ ਤੇ ਹਾਵਲ ਕੋ ਕਰੀਏ, ਤੇ ਤਿਆਰ ਕਿਵੇਂ ਕਰਨਾ? ਵਿਧੀ ਅਨੁਸਾਰ, ਕਿਉਂਕਿ ਜਦੋਂ ਦੇਗ ਕੜਾ ਪ੍ਰਸ਼ਾਦ ਆਪਾਂ ਤਿਆਰ ਕਰਦੇ ਹਾਂ ਉਸ ਵੇਲੇ ਇਹਦੀ ਵਿਧੀ ਕੀ ਆ? ਪਹਿਲਾਂ ਇਸ਼ਨਾਨ ਕਰਨਾ, ਕੇਸੀ ਇਸ਼ਨਾਨ ਕਰਨਾ, ਹਾਂਜੀ, ਫੇਰ ਜਿਹੜਾ ਚੁੱਲ੍ਹੇ ਦਾ ਜਿਹੜਾ ਥਾਂ ਹੈ ਉਹਨੂੰ ਸਾਫ਼ ਕਰਨਾ ਚਾਹੀਦਾ ਹੈ, ਬਾਟਾ ਜਿਹੜਾ ਸਵੱਛ ਵਰਤਣਾ ਚਾਹੀਦਾ ਹੈ ਲੋਹੇ ਦਾ, ਤੇ ਫੇਰ ਅੱਗੇ ਜਿਹੜਾ ਹੈ ਬਣਾਉਣ ਵਾਲਾ ਜਿਹੜਾ ਹੋਵੇ ਉਹ ਜਪਜੀ ਸਾਹਿਬ ਦਾ ਪਾਠ ਕਰੇ। ਉਹ ਧਿਆਨ ਜਿਹੜਾ ਹੈ ਸੰਪੂਰਨ ਤੌਰ ਤੇ ਆਪਣੇ ਅੱਖਾਂ ਜਿਹੜੀਆਂ ਹਨ ਉਹ ਬਾਟੇ ਵਿੱਚ ਰੱਖੇ ਤੇ ਮੂੰਹ ਦੇ ਨਾਲ ਸ੍ਰੀ ਜਪਜੀ ਸਾਹਿਬ ਦਾ ਪਾਠ ਧਿਆਨ ਜੋੜ ਕੇ ਕਰੇ। ਇਹ ਹੁੰਦਾ ਹੈ ਵਿਧੀ ਅਨੁਸਾਰ। ਸੋ ਫੇਰ ਜਦੋਂ ਇਹ ਦੇਗ ਕੜਾ ਪ੍ਰਸ਼ਾਦ ਤਿਆਰ ਹੁੰਦੀ ਹੈ, ਉਹ ਜਿਹੜੀ ਦੇਗ ਪ੍ਰਸ਼ਾਦ ਜਿਹੜੀ ਹੁੰਦੀ ਹੈ ਉਹਨੂੰ ਜਦੋਂ ਦਰਬਾਰ ਸਾਹਿਬ ਵਿੱਚ ਲੈ ਕੇ ਆਈਦਾ ਹੈ ਤਾਂ ਉੱਥੇ ਫਿਰ ਗੁਪਤ ਰੂਪ ਦੇ ਵਿੱਚ 40 ਪੌੜੀਆਂ ਆਨੰਦ ਸਾਹਿਬ ਗੁਪਤ ਪੜ੍ਹਨਾ ਚਾਹੀਦਾ ਹੈ। ਉਹ ਪੜ੍ਹ ਕਰਕੇ ਉਸ ਤੋਂ ਬਾਅਦ ਅਰਦਾਸ ਕਰਨੀ ਹੈ। ਇਹ ਅਰਦਾਸ ਵੀ ਜਿਹੜੀ ਹੈ ਕਰਨ ਤੋਂ ਪਹਿਲਾਂ ਕੜਾ ਪ੍ਰਸ਼ਾਦ ਨੂੰ ਦੇਖਣਾ ਚਾਹੀਦਾ ਵੀ ਪੂਰਾ ਗਰਮ ਤਾਂ ਨਹੀਂ। ਜੇ ਪੂਰਾ ਗਰਮ ਹੋਵੇ ਥੋੜਾ ਠੰਡਾ ਕਰ ਲੈਣਾ ਚਾਹੀਦਾ, ਕਿਉਂਕਿ ਭੋਗ ਲਾਉਣਾ ਹੈ। ਕਈ ਲੋਕ ਇਸ ਨੂੰ ਪ੍ਰਵਾਨ ਕਹਿੰਦੇ ਹਨ, ਪ੍ਰਵਾਨ ਗਲਤ ਹੈ। ਗੁਰੂ ਮਹਾਰਾਜ ਭੋਗ ਲਾਉਂਦੇ ਹਨ, ਕਿਉਂਕਿ ਪਹਿਲੇ ਦਿਨ ਤੋਂ ਹੀ ਕੜਾ ਪ੍ਰਸ਼ਾਦ ਨੂੰ ਗੁਰੂ ਸਾਹਿਬ ਦਾ ਭੋਗ ਲੱਗਦਾ ਰਿਹਾ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਮਹਾਰਾਜ ਆਪਣਾ ਪੰਜਾ ਲਾਇਆ ਕਰਦੇ ਸਨ, ਸੋ ਪੰਜਮ ਪਾਤਸ਼ਾਹ ਤੱਕ ਪੰਜਾ ਹੀ ਲੱਗਦਾ ਰਿਹਾ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੇ ਤੀਰ ਦੇ ਨਾਲ ਭੋਗ ਲਾਇਆ ਕਰਦੇ ਸਨ। ਸੋ ਇਹ ਵੀ ਰੀਤੀ ਚੱਲਦੀ ਰਹੀ, ਜਿਹੜੀ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਫਿਰ ਕਿਰਪਾਨ ਮਹਾਰਾਜ ਭੇਟਾ ਕਰਿਆ ਕਰਦੇ ਸਨ। ਸੋ ਗੁਰੂ ਮਹਾਰਾਜ ਭੋਗ ਲਾਉਂਦੇ ਹਨ। ਸੋ ਇਹ ਭੋਗ ਦਾ ਹੀ ਸ਼ਬਦ ਵਰਤਣਾ ਚਾਹੀਦਾ, ਪ੍ਰਵਾਨ ਨਹੀਂ ਵਰਤਣਾ ਚਾਹੀਦਾ। ਪ੍ਰਵਾਨ ਤਾਂ ਇਹ ਹੁੰਦਾ ਵੀ ਕਿਸੇ ਨੂੰ ਪੁੱਛਣਾ ਵੀ ਤੈਨੂੰ ਪ੍ਰਵਾਨ ਹੈ, ਡੂ ਯੂ ਐਕਸੈਪਟ, ਪਰ ਆਪਾਂ ਖਾਣ ਨੂੰ ਤਾਂ ਨਹੀਂ ਨਾ ਕਹਿੰਦੇ। ਭੋਗ ਤਾਂ ਉਹ ਆ ਜਿਹੜਾ ਸਤਿਗੁਰਾਂ ਨੇ ਕਿਹਾ ਮਹਾਰਾਜ ਤੁਸੀਂ ਛਕੋ, ਥੋੜਾ ਸੀਤ ਪ੍ਰਸ਼ਾਦ ਸੰਗਤ ਵਿੱਚ ਆਪਾਂ ਵਰਤਾਈਏ। ਤੇ ਮਹਾਰਾਜ ਵੀ ਦੇਖੋ ਸੰਗਤ ਵਾਸਤੇ ਮਹਾਰਾਜ ਬਖਸ਼ਿਸ਼ ਕਾਹਦੀ ਕਰਦੇ ਸਨ? ਆਪਣੀ ਕਿਰਪਾਨ ਭੇਟਾ ਕਰਦੇ ਸਨ। ਦੇਖੋ ਕਿਰਪਾਨ ਜਦੋਂ ਵੀ ਸਤਿਗੁਰੂ ਜੀ ਭੇਟਾ ਕਰਦੇ ਨਾ, ਕਿਉਂਕਿ ਕਿਰਪਾਨ ਜਿਹਨੂੰ ਮਹਾਰਾਜ ਨੇ ਆਪਣੇ ਪੀਰ ਦੱਸਿਆ ਹੈ, ਮਹਾਰਾਜ ਇੰਨਾ ਜਿਹੜਾ ਹੈ ਬਖਸ਼ਿਸ਼ ਕਰਦੇ ਹਨ ਸੰਗਤ ਦੇ ਉੱਤੇ। ਸੋ ਇਹ ਕਿਰਪਾਨ ਭੇਟਾ ਕਰਕੇ ਹੀ ਪ੍ਰਸ਼ਾਦ ਵਰਤਾਉਣਾ ਚਾਹੀਦਾ ਹੈ। ਸੋ ਇਸ ਕਰਕੇ ਕਹਿੰਦੇ ਵਿਧੀ ਅਨੁਸਾਰ ਪਹਿਲਾਂ ਕੜਾ ਪ੍ਰਸ਼ਾਦ ਤਿਆਰ ਕਰਿਓ। ਸਤਨਾਮ ਗੁਰੂ ਹਿਰਦੈ ਧਰਿਏ, ਫਿਰ ਸਤਨਾਮ ਵਾਹਿਗੁਰੂ ਵਾਹਿਗੁਰੂ ਪਰਮਾਤਮਾ ਦਾ ਸੱਚਾ ਨਾਮ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਸਭ ਸੰਗਤ ਹੋ ਇੱਕ ਥਾਂ ਜਬੈ, ਸਾਰੀ ਸੰਗਤ ਇੱਕ ਥਾਂ ਤੇ ਇਕੱਠੀ ਹੋ ਕੇ ਕਰ ਬੰਦ ਕਰੋ ਅਰਦਾਸ ਤਬੈ, ਹੱਥ ਬੰਨ ਕੇ ਖੜ ਕੇ ਅਰਦਾਸ ਕਰੋ ਉਸ ਪਰਮਾਤਮਾ ਅੱਗੇ। ਬਰਖਾ ਪੁਨ ਜਾਚੋ ਦੀਨ ਮਨੰ, ਫਿਰ ਜਿਹੜੇ ਹਨ ਅਰਦਾਸ ਜਿਹੜਾ ਅਰਦਾਸ ਕਰਨ ਦਾ ਤਰੀਕਾ ਵੀ ਇਹ ਹੈ ਵੀ ਆਪਣੇ ਇਸ਼ਟ ਦੇਵ ਦਾ ਨਾਮ ਲੈਣਾ। ਸੋ ਆਪਣਾ ਇਸ਼ਟ ਦੇਵ ਕੌਣ ਹਨ? ਗੁਰੂ ਨਾਨਕ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਇਸ਼ਟ ਦੇਵ ਨੇ। ਤੋ ਉਹਨਾਂ ਦਾ ਨਾਮ ਲੈ ਕੇ ਕਹਿੰਦੇ ਉਸ ਤੋਂ ਬਾਅਦ ਤੁਸੀਂ ਅਰਦਾਸ ਇਹ ਬੇਨਤੀ ਕਰਨੀ ਹੈ, ਬਹੁ ਨੀਰ ਪਰੈ ਹੋਏ ਖੇਤ ਅਨੰਗ, ਕਹਿਣ ਲੱਗੇ ਹੋਏ ਤੁਸੀਂ ਬਰਖਾ ਮੰਗਣੀ ਹੈ।
ਤੁਸੀਂ ਕਹਿਣਾ ਪਰਮਾਤਮਾ ਸਾਨੂੰ ਵਰਖਾ ਦਿਓ ਜਿਹਦੇ ਕਰਕੇ ਬਹੁਤ ਸਾਰਾ ਮੀਂਹ ਧਰਤੀ ਤੇ ਆ ਜਾਵੇ। ਸੁਨ ਸੋ ਬਿਦ ਕੀਨ ਮਿਲੇ ਤਬ ਹੀ। ਉਹਨਾਂ ਨੇ ਸਤਿਗੁਰਾਂ ਤੋਂ ਇਹ ਸਾਰੀ ਵਿਧੀ ਸੁਣ ਕਰਕੇ ਉਹਨਾਂ ਨੇ ਜਾ ਕੇ ਉਵੇਂ ਹੀ ਕੀਤਾ ਜਿਵੇਂ ਸਤਿਗੁਰਾਂ ਨੇ ਕਿਹਾ। ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਇੱਕ ਇੱਕ ਬਚਨ ਉਹਨਾਂ ਨੇ ਮੰਨਣਾ ਕੀਤਾ ਤੇ ਉਵੇਂ ਹੀ ਕੀਤਾ। ਕਰਤਾ ਰਹਿ ਨਾਮ ਜਪੈ ਸਭ ਹੀ। ਉਹ ਸਾਰੇ ਵਾਹਿਗੁਰੂ 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 ਜਪਣ ਲੱਗ ਗਏ ਜੀ ਸਾਰਾ ਨਗਰ। ਅਰਦਾਸ ਤੇ ਹਾਵਲ ਕੀ ਕਰਕੇ। ਉਹਨਾਂ ਨੇ ਫਿਰ ਜਿਹੜਾ ਹਨ ਕੜਾ ਪ੍ਰਸ਼ਾਦ ਤਿਆਰ ਕਰਕੇ ਅਰਦਾਸ ਕੀਤੀ ਜਿਵੇਂ ਸਤਿਗੁਰਾਂ ਨੇ ਦੱਸਿਆ ਸੀ। ਉਨ ਸੀਸਨ ਕੋ ਧਰਨੀ ਧਰ ਕੇ। ਫਿਰ ਸਾਰਿਆਂ ਨੇ ਮੱਥਾ ਟੇਕਿਆ, ਆਪਣਾ ਮੱਥਾ ਧਰਤੀ ਨੂੰ ਲਾਇਆ। ਵਰਖਾ ਬਹੁ ਜਾਚਨ ਕੀਨ ਸਬੈ। ਉਹਨਾਂ ਨੇ ਫਿਰ ਵਰਖਾ ਦੀ ਜਾਚਨਾ ਕੀਤੀ ਅਰਦਾਸ ਦੇ ਵਿੱਚ, ਹੇ ਪਰਮਾਤਮਾ ਸਾਨੂੰ ਵਰਖਾ ਦੇ ਦਿਓ, ਮੀਂਹ ਪਾ ਦਿਓ। ਘਨ ਘੋਰ ਉੱਠੇ ਘਨ ਘੋਰ ਤਬੈ। ਬਸ ਇਹੀ ਕਰਨ ਦੀ ਦੇਰ ਸੀਗੀ ਕਿ ਸਾਰੇ ਬੱਦਲ ਆ ਗਏ ਜੀ। ਸਾਰਾ ਉਹ ਨਗਰ ਕਾਲੇ ਬੱਦਲਾਂ ਨਾਲ ਘੇਰਿਆ ਗਿਆ। ਬਿਜਲੀ ਜਿਹੜੀ ਹੈ ਉਹ ਖੜਕਣ ਲੱਗ ਗਈ ਜੀ, ਉੱਤੇ ਗਰਜਣ ਲੱਗ ਗਏ ਜੀ ਬੱਦਲ। ਤੇ ਕਾਲ ਸੋ ਬਾਛਤ ਨੀਰ ਪਰਿਓ। ਤੇ ਉਹੀ ਸਮੇਂ ਬਸ ਜਿਹੜਾ ਇੰਸਟੈਂਟਲੀ ਉਸੇ ਵੇਲੇ ਅਰਦਾਸ ਸੰਪੂਰਨ ਹੋਣ ਦੀ ਲੋੜ ਸੀ, ਬਸ ਉਸੇ ਵੇਲੇ ਮੀਂਹ ਪੈਣ ਲੱਗ ਗਿਆ ਜੀ। ਸਭ ਦੇਸ਼ ਦੁਕਾਲ ਅੰਤਕ ਹਰਿਓ। ਸਾਰੇ ਦੇਸ਼ ਦਾ ਕਾਲ ਅੰਤ ਹੋ ਗਿਆ ਜੀ। ਸਾਰੇ ਦੇਸ਼ ਦਾ ਜਿਹੜਾ ਹੈ ਕਾਲ ਪਿਆ ਹੋਇਆ ਸੀ ਉਸ ਦਾ ਅੰਤ ਹੋ ਗਿਆ। ਬਿਲਕੁਲ ਹੀ ਸਾਰਾ ਦੇਸ਼ ਜਿਹੜਾ ਹੈ ਉਸ ਵੇਲੇ ਜਿਹੜਾ ਹੈ ਹਰਿਆ ਭਰਿਆ ਹੋ ਗਿਆ, ਮੀਂਹ ਆ ਗਿਆ। ਸੁਣ ਕੇ ਮਹਿਮਾ ਮਹਿ ਪਾਲਕ ਸੋ ਇਹ ਰਾਜਾ ਜਿਹੜਾ ਹੈ ਇਸ ਆਗਿਆ ਨੂੰ ਸੁਣ ਕਰਕੇ, ਜਦੋਂ ਰਾਜੇ ਨੂੰ ਵੀ ਪਤਾ ਲੱਗਿਆ ਵੀ ਦੇਖਿਓ ਮੀਂਹ ਆ ਗਿਆ ਬਹੁਤ ਜ਼ਿਆਦਾ, ਇਹ ਦੇਖ ਕਰਕੇ ਉਸ ਵੇਲੇ ਰਾਜਾ ਵੀ ਹੈਰਾਨ ਹੋਇਆ। ਕਰ ਆਵਨ ਤਤ ਕਾਲਕ ਸੋ। ਉਸ ਵੇਲੇ ਉਸ ਰਾਜੇ ਨੂੰ ਜਦੋਂ ਇਹ ਗੱਲ ਦਾ ਪਤਾ ਲੱਗਿਆ ਤਾਂ ਉਹ ਰਾਜਾ ਵੀ ਭੱਜ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆਇਆ। ਤਾਂ ਦੇਖੋ ਇਹੀ ਵਾਰਤਾ ਜਿਹੜੀ ਹੈ ਨਾ, ਜਿਹੜੀ ਹੈ 1976 ਵਾਲੀ ਗੱਲ ਹੈ ਤੇ ਅਗਸਤ ਦੇ ਮਹੀਨੇ ਦੀ ਗੱਲ ਹੈ ਕਿ ਇਸ ਤੋਂ ਪਹਿਲਾਂ ਜਿਹੜਾ ਹੈ ਯੂਕੇ ਦੇ ਵਿੱਚ ਜਿਹੜਾ ਹੈ ਮੀਂਹ ਜਿਹੜਾ ਹੈ ਬੰਦ ਹੋ ਚੁੱਕਿਆ ਸੀ। ਬੜੇ ਲੰਮੇ ਸਮੇਂ ਤੱਕ ਮੀਂਹ ਨਹੀਂ ਪਿਆ ਸੀਗਾ ਤੇ ਉਸ ਵੇਲੇ ਸਾਰੇ ਹੀ ਉਹਨਾਂ ਨੇ ਅਖਬਾਰਾਂ ਦੇ ਵਿੱਚ ਇਹ ਗੱਲ ਲੋਕਾਂ ਨੂੰ ਜਿਹੜਾ ਹੈ ਦੱਸ ਦਿੱਤੀ ਵੀ ਤੁਸੀਂ ਜਿਹੜਾ ਪਾਣੀ ਦਾ ਬਚਾਓ ਕਰੋ। ਤਾਂ ਉਸ ਵੇਲੇ ਫੁੱਲਾਂ 'ਚ ਪਾਣੀ ਪਾਉਣਾ, ਗੱਡੀਆਂ ਧੋਣੀਆਂ, ਇਹ ਸਾਰਾ ਬੈਂਡ ਕਰ ਦਿੱਤਾ ਸੀਗਾ ਵੀ ਕੋਈ ਨਹੀਂ ਕਰ ਸਕਦਾ, ਪਾਣੀ ਦਾ ਬਚਾਓ ਕਰੋ ਕਿਉਂਕਿ ਮੀਂਹ ਨਹੀਂ ਪੈ ਰਿਹਾ। ਤੇ ਜਿਹੜੀ ਮੈਟੀਓਰੋਲੋਜੀ ਜਿਹੜੀ ਡਿਪਾਰਟਮੈਂਟ ਹੈ ਉਹ ਵੀ ਕਹਿੰਦੀ ਹੈ ਵੀ ਮੀਂਹ ਪੈਣ ਦੀ ਕੋਈ ਆਸ ਨਹੀਂ ਹੈਗੀ, ਵੀ ਬੱਦਲਾਂ ਦਾ ਕੋਈ ਪਤਾ ਨਹੀਂ ਹੈਗਾ ਤੇ ਕੋਈ ਹਵਾ ਵੀ ਨਹੀਂ ਆ ਰਹੀ ਜਿਹੜੀ ਬੱਦਲਾਂ ਨੂੰ ਲੈ ਕੇ ਆਏਗੀ। ਸੋ ਸਾਰੀਆਂ ਆਸਾਂ ਛੱਡ ਕੇ ਤੇ ਲੋਕ ਜਿਹੜੇ ਯੂਕੇ ਵਿੱਚ ਰਹਿਣ ਵਾਲੇ ਸਨ ਉਹਨਾਂ ਨੇ ਆਪੋ ਆਪਣੇ ਤਰੀਕਿਆਂ ਦੇ ਨਾਲ, ਕਿਸੇ ਨੇ ਮੰਦਰਾਂ ਵਿੱਚ, ਕਿਸੇ ਨੇ ਚਰਚਾਂ ਦੇ ਵਿੱਚ ਜਾ ਕਰਕੇ ਪੂਜਾ ਕੀਤੀ ਤੇ ਪਰਮਾਤਮਾ ਦੇ ਅੱਗੇ ਅਰਦਾਸਾਂ ਕੀਤੀਆਂ। ਅਖੀਰਕਾਰ ਜਿਹੜਾ ਹੈ ਸਿੱਖ ਜਿਹੜੇ ਹਨ ਉਹਨਾਂ ਨੇ ਜਿਹੜਾ ਹੈ ਅਖੰਡ ਪਾਠ ਕੀਤਾ ਤੇ ਅਖੰਡ ਪਾਠ ਵੇਲੇ ਉਹਨਾਂ ਨੇ ਇਹੀ ਅਰਦਾਸ ਕੀਤੀ ਕਿ ਹੇ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਗੁਰੂ ਨਾਨਕ ਸਰੂਪ, ਤੁਸੀਂ ਸਾਨੂੰ ਮੀਂਹ ਦੀ ਬਖਸ਼ਿਸ਼ ਕਰੋ। ਤਾਂ ਇਹ ਅਖੰਡ ਪਾਠ ਹੋਇਆ ਤੇ ਅਖੰਡ ਪਾਠ ਦਾ ਜਦੋਂ ਭੋਗ ਪਿਆ ਉਦੋਂ ਸਾਵਣ ਮਹੀਨੇ ਦਾ ਮਹਾਰਾਜ ਦਾ ਜ਼ਿਕਰ ਆਇਆ ਹੁਕਮਨਾਮੇ ਦੇ ਵਿੱਚ। ਤੇ ਜਦੋਂ ਜੈਕਾਰਾ ਜਿਹੜਾ ਛੱਡਿਆ ਤਾਂ ਉਸੇ ਵੇਲੇ ਬੱਦਲ ਆ ਗਏ ਤੇ ਬਹੁਤ ਮੀਂਹ ਪਿਆ। ਤਾਂ ਇਹ ਗੱਲ ਨੂੰ ਜਿਹੜੀ ਰੈਕਗਨਾਈਜ਼ ਕੀਤਾ ਉਸ ਵੇਲੇ ਯੂਕੇ ਦੇ ਵਿੱਚ ਤੇ ਲੋਕਾਂ ਦੀਆਂ ਜਿਹੜੀਆਂ ਹਨ ਇਹ ਬਿਰਤੀਆਂ ਜਿਹੜੀਆਂ ਅਟੈਂਸ਼ਨ ਜਿਹੜੀ ਸਿੱਖਾਂ ਵੱਲ ਹੋ ਗਈ। ਤੇ ਜਿਹੜਾ ਨਿਊਜ਼ਪੇਪਰ ਹੈ ਦ ਡੇਲੀ ਐਕਸਪ੍ਰੈਸ ਜਿਹੜਾ ਹੈ 28 ਜਨਵਰੀ 28 ਅਗਸਤ 1976 ਜਿਹੜਾ ਹੈ ਉਹ ਪੇਪਰ ਜਿਹੜਾ ਸੀਗਾ ਉਹਨੇ ਉਹਦੇ ਵਿੱਚ ਲਿਖਿਆ ਕਿ ਦ ਰੇਨ ਹੈਡ ਗੋਨ ਔਨ ਵੇਕੇਸ਼ਨ। ਕਹਿਣ ਲੱਗੇ ਉਹ ਚਲਿਆ ਗਿਆ ਜੀ, ਛੁੱਟੀ ਤੇ ਚਲਿਆ ਗਿਆ ਸੀਗਾ ਤੇ ਆਇਆ ਵਾਪਸ ਸਿੱਖਾਂ ਦੇ ਸੱਦਣ ਕਰਕੇ। ਤਾਂ ਉਹ ਨਿਊਜ਼ਪੇਪਰ ਦੀ ਹੈਡਲਾਈਨ ਐਕਸਲੈਂਟ ਕਰਕੇ ਸਿੱਖਾਂ ਨੂੰ ਕਿਹਾ, ਕਹਿੰਦੇ ਵੀ ਸਿੱਖਾਂ ਦੀ ਗੱਲ ਪਰਮਾਤਮਾ ਮੰਨਦਾ ਹੈ। ਦੂਸਰਾ ਨਿਊਜ਼ਪੇਪਰ ਜਿਹੜਾ ਉਸੇ ਦਿਨ ਦਾ 28 ਅਗਸਤ 1976 ਗਾਰਡੀਅਨ ਪੇਪਰ ਦ ਗਾਰਡੀਅਨ ਜਿਹੜਾ ਹੈ ਉਹਨੇ ਵੀ ਉਹਦੇ ਵਿੱਚ ਲਿਖਿਆ, ਕਹਿੰਦੇ ਵੀ ਸਿੱਖਾਂ ਨੇ ਜਿਹੜਾ ਹੈ ਦੇਖੋ ਐਸਾ ਜਿਹੜੀ ਹੈ ਕਰਾਮਾਤ ਹੋਈ ਕਿ ਸਿੱਖਾਂ ਦੀ ਅਰਦਾਸ ਪੂਰੀ ਹੁੰਦੀ ਹੈ ਤੇ ਪਰਮਾਤਮਾ ਸਿੱਖਾਂ ਦੀ ਸੁਣਦਾ ਹੈ। ਕਹਿੰਦੇ ਜਿਹੜਾ ਹਨ ਦ ਗੋਡ ਲਿਸਨਸ ਟੂ ਦ ਸਿੱਖਸ,
ਕਹਿਣਗੇ ਵੀ ਸਿੱਖਾਂ ਦੀ ਗੱਲ ਪਰਮਾਤਮਾ ਸੁਣਦਾ ਹੈ। ਦੇਖੋ ਐਸੀ ਜਿਹੜੀ ਬਰਕਤ ਅੱਜ ਵੀ ਹੁੰਦੀ ਹੈ ਤੇ ਇਹ ਗੱਲ ਨੂੰ ਦੁਨੀਆ ਨੇ ਦੇਖਿਆ ਹੈ। ਇਹ ਨਿਊਜ਼ਪੇਪਰ ਕਟਿੰਗਸ ਅੱਜ ਤੱਕ ਮਿਲਦੀਆਂ ਹਨ ਜਿਹਦੇ ਵਿੱਚ ਇਹ ਸਿੱਖਾਂ ਦਾ ਜ਼ਿਕਰ ਕੀਤਾ ਹੈ ਯੂਕੇ ਦੇ ਵਿੱਚ, ਯੂਨਾਈਟਿਡ ਕਿੰਗਡਮ ਦੇ ਵਿੱਚ। ਤੇ ਇਹ ਗੱਲ ਜਿਹੜੀ ਹੈ ਸਬੂਤ ਰੱਖਦੀ ਹੈ ਕਿ ਜਿਹੜੀ ਸਾਖੀ ਹੁਣ ਆਪਾਂ ਪੜ੍ਹ ਰਹੇ ਹਾਂ ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਬਰਕਤਾਂ ਅੱਜ ਵੀ ਵਰਤ ਰਹੀਆਂ ਹਨ। ਬਹੁਤ ਭੇਟ ਲਏ ਭਟ ਭੀੜ ਬੜੀ। ਦੇਖੋ ਬਹੁਤ ਭੇਟਾਂ ਲੈ ਕੇ ਜਿਹੜੀਆਂ ਹਨ, ਬਹੁਤ ਸਾਰੀ ਭੀੜ ਹੋ ਗਈ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਆਲੇ ਦੁਆਲੇ। ਸਰਦਾ ਔਰ ਆਨ ਵਧੇਕ ਗੱਡੀ। ਸੋ ਸ਼ਰਧਾ, ਬਹੁਤ ਸ਼ਰਧਾ ਆ ਗਈ ਲੋਕਾਂ ਦੇ ਹਿਰਦਿਆਂ ਦੇ ਵਿੱਚ ਜਦੋਂ ਐਸੀ ਜਿਹੜੀ ਹੈ ਉਹਨਾਂ ਨੇ ਕੌਤਕ ਸਤਿਗੁਰਾਂ ਦੇ ਦੇਖੇ। ਦੇਖੋ ਇੱਥੇ ਨੋਟ ਕਰਨ ਵਾਲੀ ਗੱਲ ਆ, ਅੱਜ ਲੋਕ ਕਹਿੰਦੇ ਹਨ ਵੀ ਗੁਰੂ ਨਾਨਕ ਸਾਹਿਬ ਨੇ ਮਿਰੇਕਲਸ ਨਹੀਂ ਦਿਖਾਏ। ਆ ਕੀ ਸੀਗਾ ਜੀ? ਜੇ ਇਹ ਮਿਰੇਕਲ ਮਹਾਰਾਜ ਜੀ ਨਾ ਦਿਖਾਉਂਦੇ ਤਾਂ ਅੱਜ ਵੀ ਮਿਰੇਕਲ ਹੋਏ। 1976 ਯੂਕੇ ਦੇ ਵਿੱਚ ਕੀ ਹੋਇਆ ਸੀ? ਉਹ ਵੀ ਤਾਂ ਮਿਰੇਕਲ ਸੀ ਨਾ। ਮਹਾਰਾਜ ਦੇ ਦਰ ਤੇ ਹੁੰਦੀਆਂ ਨੇ, ਹੁੰਦੀਆਂ ਰਹਿਣਗੀਆਂ, ਕਿਉਂ ਨਹੀਂ ਹੋਣਗੀਆਂ? ਤੇ ਜੇ ਅਗਰ ਮਹਾਰਾਜ ਉਸ ਵੇਲੇ ਇਹਨਾਂ ਨੂੰ ਨਾ ਦਿਖਾਉਂਦੇ, ਕੀ ਇਹਨਾਂ ਨੇ ਪਰਮਾਤਮਾ ਨੂੰ ਮੰਨਣਾ ਸੀ? ਕੀ ਇਹਨਾਂ ਨੇ ਪਰਮਾਤਮਾ ਦੇ ਰਸਤੇ ਤੇ ਤੁਰਨਾ ਸੀ? ਕੀ ਇਹਨਾਂ ਨੇ ਫਿਰ ਨਰਕਾਂ ਤੋਂ ਬਚਣਾ ਸੀ? ਕੀ ਇਹਨਾਂ ਨੇ ਜਿਹੜਾ ਆਪਣਾ ਜੀਵਨ ਸਫਲਾ ਕਰਨਾ ਸੀ? ਮਹਾਰਾਜ ਨੇ ਕਰਾਮਾਤ ਕਰਕੇ ਹੀ ਇਹਨਾਂ ਦੀ ਸ਼ਰਧਾ ਨੂੰ ਜਗਾਇਆ ਹੈ, ਇਹਨਾਂ ਨੂੰ ਦਿਖਾਇਆ ਕਿ ਹੋਰ ਵੀ ਕੋਈ ਹੈ ਜੋ ਕਿ ਪਰਮਾਤਮਾ ਹੈ। ਸੋ ਇਸ ਕਰਕੇ ਕਿਤੇ ਡਾਊਟ ਨਹੀਂ ਗੁਰੂ ਤੇ ਕਰਨਾ ਚਾਹੀਦਾ, ਗੁਰੂ ਸਮਰੱਥ ਹੈ। ਕਰੁਣਾਕਰ ਰਾਜਤ ਥਾਏ ਜਹਾਂ। ਕਰੁਣਾਕਰ ਕਹਿਣਗੇ ਗੁਰੂ ਮਹਾਰਾਜ ਜੀ ਐਸੇ ਹਨ, ਕਰਨਾ ਦੇ ਕਰਨ ਵਾਲੇ ਹਨ। ਤੇ ਗੁਰੂ ਸਾਹਿਬ ਜੀ ਰਾਜਤ ਸਾਰੇ ਕਿਤੇ ਉਹਨਾਂ ਦਾ ਰਾਜ ਚੱਲਦਾ ਹੈ, ਹਰ ਸਮੇਂ ਵਾਸਤੇ ਚੱਲਦਾ ਹੈ। ਪਹੁੰਚਿਓ ਚਿਤ ਚਾਹੇ ਕਰੰਤ ਤਹਾਂ। ਉਸ ਵੇਲੇ ਇੱਛਾ ਨੂੰ ਕਰਦਿਆਂ ਹੋਇਆਂ ਉਸ ਰਾਜਾ ਆਪਣੀ ਪ੍ਰਜਾ ਸਮੇਤ ਸਾਰ ਜਿਹੜਾ ਭੱਜ ਕੇ ਆਏਗਾ ਮਹਾਰਾਜ ਦੀ ਸ਼ਰਨ ਵਿੱਚ। ਮਨ ਦੀਨ ਭਇਓ ਅਸਤਾਂਗ ਕਰੀ। ਦੇਖੋ ਮਨ ਵਿੱਚ ਦੀਨਤਾ ਨਿਮਰਤਾ ਧਾਰਨ ਕਰਕੇ ਸਤਿਗੁਰਾਂ ਦੇ ਅੱਗੇ ਡੰਡੇ ਵੱਤ ਉਸਨੇ ਨਮਸਕਾਰ ਕੀਤੀ ਉਸ ਰਾਜੇ ਨੇ। ਬਹੁ ਬੈਨ ਬਿਨੈ ਭਨ ਹੰਗ ਜੁਜਰੀ। ਤੇ ਜਿਹੜਾ ਹਨ ਬਹੁਤ ਬੇਨਤੀਆਂ ਕਰਦਾ ਹੈ, ਰਾਜਾ ਮੁਆਫੀਆਂ ਮੰਗਦਾ ਹੈ, ਹੱਥ ਜੋੜ ਕਰਕੇ ਆਪਣੀ ਭੁੱਲ ਨੂੰ ਬਖਸ਼ਾਉਂਦਾ ਹੈ। ਤੁਮ ਸੰਤ ਸੰਪੂਰਨ ਜੋਤ ਕਲਾ। ਕੀ ਬੇਨਤੀ ਕਰਦਾ ਰਾਜਾ? ਕਹਿੰਦੇ ਤੁਸੀਂ ਸੰਤ, ਸੰਪੂਰਨ ਸੰਤ ਹੋ, ਤੁਹਾਡੀ ਜੋਤ ਜਿਹੜੀ ਕਲਾ ਸ਼ਕਤੀ ਹੈ ਇਹ ਸਾਰਿਆਂ ਵਿੱਚ ਵਰਤਦੀ ਹੈ। ਉਪਦੇਸ਼ ਦਿਜੈ ਨਿਜ ਹੋਏ ਭਲਾ। ਮਹਾਰਾਜ ਤੁਸੀਂ ਆਪਣਾ ਉਪਦੇਸ਼ ਮੈਨੂੰ ਦਿਓ ਜਿਹਦੇ ਕਰਕੇ ਮੇਰਾ ਭਲਾ ਹੋ ਜਾਵੇ। ਅਣਜਾਣ ਪਨੇ ਮਹਿ ਦੇਸ ਸਬੈ। ਮਹਾਰਾਜ ਅਣਜਾਣ ਪਣੇ ਵਿੱਚ ਮੇਰਾ ਸਾਰਾ ਦੇਸ਼ ਹੀ ਭੁੱਲਿਆ ਰਿਹਾ, ਮੈਨੂੰ ਹੀ ਰੱਬ ਬਣਾਈ ਬੈਠੇ ਸਨ ਤੇ ਮੈਂ ਉਹਨਾਂ ਦੀ ਇੱਛਾ ਜਿਹਨੇ ਉਹਨਾਂ ਦੀਆਂ ਲੋੜਾਂ ਵੀ ਨਾ ਪੂਰੀਆਂ ਕਰ ਸਕਿਆ। ਮਹਾਰਾਜ ਸਾਡੀ ਭੁੱਲ ਨੂੰ ਬਖਸ਼ਾ ਦਿਓ। ਕਰਤਾਰ ਨਾ ਜਨ ਹੈ ਕੌਣ ਕਬੈ। ਕਿਸੇ ਨੂੰ ਵੀ ਪਤਾ ਨਹੀਂ ਸੀ ਵੀ ਕੋਈ ਹੋਰ ਵੀ ਕਰਤਾਰ ਕ੍ਰੀਏਟਰ ਹੈ, ਪਰਮਾਤਮਾ ਹੈ ਜੋ ਸਾਨੂੰ ਬਣਾਉਣ ਵਾਲਾ ਹੈ। ਬਰਖਾ ਮਗਵਾ ਜਪਤੇ ਜਬ ਹੀ। ਕਹਿਣਗੇ ਬਰਖਾ ਮਗਵਾ, ਕਹਿਣਗੇ ਇਹ ਜਿਹੜਾ ਹੈ ਜਦੋਂ ਵੀ ਮੇਤੋਂ ਇਹ ਮੀਂਹ ਮੰਗਦੇ ਸਨ ਮੈਂ ਤਾਂ ਇੰਦਰ ਦੀ ਪੂਜਾ ਹੀ ਕਰਿਆ ਕਰਦਾ ਸਾਂ। ਉਹ ਹੋਏ ਪੱਕਾ ਕ੍ਰਿਸ ਸੋ ਸਭ ਹੀ। ਜਿਹਦੇ ਕਰਕੇ ਮੀਂਹ ਪੈ ਜਾਂਦਾ ਸੀ ਤੇ ਜਿਹੜਾ ਹਨ ਖੇਤੀ ਹਰੀ ਹੋ ਜਾਂਦੀ ਸੀ ਤੇ ਇਹ ਲੋਕਾਂ ਵਾਸਤੇ ਮੈਂ ਹੀ ਰੱਬ ਬਣ ਗਿਆ। ਇਹ ਰੀਤ ਪਰੰਪਰਾ ਦੇਸ ਬਖੈ। ਦੇਖੋ ਇਹੀ ਪਰੰਪਰਾ ਹੈ, ਇਹੀ ਰੀਤੀ ਹੈ ਇਹ ਦੇਸ਼ ਦੀ ਪਹਿਲਾਂ ਤੋਂ ਲੈ ਕੇ ਹੁਣ ਤੱਕ। ਤੁਮ ਆਨ ਹਟਾਵਨ ਕੀਨ ਲਖੈ। ਮਹਾਰਾਜ ਕਿਰਪਾ ਕਰਕੇ ਤੁਸੀਂ ਆਪ ਇੱਥੇ ਚਰਨ ਪਾ ਕਰਕੇ ਇਹ ਭੈੜੀ ਰੀਤੀ ਨੂੰ ਤੁਸੀਂ ਹਟਾ ਦਿੱਤਾ ਹੁਣ। ਅਬ ਜੋ ਬਿਦ ਦੇਹੋ ਬਤਾਏ ਹਮੈ। ਮਹਾਰਾਜ ਹੁਣ ਜਿਹੜੇ ਤਰੀਕੇ ਨਾਲ ਤੁਸੀਂ ਸਾਨੂੰ ਦੱਸੋਗੇ ਅਸੀਂ ਉਹੀ ਤਰੀਕੇ ਨਾਲ ਵਰਤਾਂਗੇ, ਤੁਹਾਡੀ ਸਿੱਖੀ ਨੂੰ ਧਾਰਨ ਕਰਾਂਗੇ। ਮਿਲ ਸੋ ਕਰਹੀ ਅਨੁਸਾਰ ਸੋ ਮੈਂ। ਮਹਾਰਾਜ ਜਿਵੇਂ ਤੁਸੀਂ ਕਹੋਗੇ ਤੁਹਾਡੇ ਉਪਦੇਸ਼ ਅਨੁਸਾਰ ਹੀ, ਤੁਹਾਡੀ ਦਿੱਤੀ ਹੋਈ ਸਿੱਖੀ ਅਨੁਸਾਰ ਹੀ ਅਸੀਂ ਆਪਣਾ ਜੀਵਨ ਬਤੀਤ ਕਰਾਂਗੇ, ਆਪਣੇ ਜੀਵਨ ਵਿੱਚ ਤੁਹਾਡੇ ਉਪਦੇਸ਼ ਨੂੰ ਕਮਾਵਾਂਗੇ। ਜਿਹਤੇ ਸੁਖ ਪਾਵਹਿ ਲੋਕ ਸਭੈ। ਜਿਹਦੇ ਕਰਕੇ ਸਾਰੇ ਹੀ ਲੋਕ ਸੁਖ ਪਾਉਣਗੇ ਤੇ ਲੋਕ ਪਰਲੋਕ ਦਾ ਵੀ ਸੁਖ ਮਿਲੇਗਾ। ਪਰ ਲੋਕ ਹੈ ਹੋ ਹੈ ਅਭੈ। ਦੇਖੋ ਇਹ ਦੁਨੀਆ, ਅਗਲੀ ਦੁਨੀਆ ਜਿਹੜੀ ਹੈ ਸਾਰਾ ਹੀ ਭੈ ਮਿਟ ਜਾਏਗਾ। ਇਹ ਦੁਨੀਆ ਦਾ ਵੀ ਡਰ ਮੁੱਕ ਜਾਏਗਾ, ਪਰਲੋਕ ਦਾ ਵੀ ਡਰ ਮੁੱਕ ਜਾਏਗਾ। ਲੱਖ ਕਹਿ ਮਹਿਮਾ ਗਰਵੀ ਤੁਮਰੀ। ਸੋ ਲੱਖ ਕਹਿਣਗੇ ਤੁਹਾਡੀ ਮਹਿਮਾ, ਤੁਹਾਡੀ ਵਡਿਆਈ ਨੂੰ ਜਾਣ ਕਰਕੇ ਜੋ ਬੜੀ ਭਾਰੀ ਹੈ, ਵੱਡੀ ਹੈ। ਮਤ ਹੋਏ ਰਹੀ ਦਿੜਤਾ ਹਮਰੀ। ਮਹਾਰਾਜ ਸਾਡੀ ਹੁਣ ਮਤ ਪੱਕੀ ਹੋ ਗਈ, ਸਾਡੀ ਸ਼ਰਧਾ ਹੁਣ ਪੱਕੀ ਹੋ ਗਈ ਤੁਹਾਡੇ ਦੇ ਉੱਤੇ। ਹੁਣ ਮਹਾਰਾਜ ਜੋ ਤੁਸੀਂ ਕਹੋਗੇ ਅਸੀਂ ਤਾਂ ਉਹੀ ਮੰਨਣਾ ਹੈ। ਸ਼ਰਧਾ ਭਰ ਵਾਕ ਸੁਨੇ ਜਬ ਹੀ। ਜਦੋਂ ਇਹ ਸ਼ਰਧਾ ਭਰੇ ਜਿਹੜੇ ਹਨ ਬਚਨ ਉਹ ਰਾਜੇ ਦੇ ਕਹੇ ਹੋਏ ਬੇਨਤੀ ਰੂਪ ਵਿੱਚ ਸਤਿਗੁਰਾਂ ਨੇ ਸੁਣੇ। ਪਦ ਪਾਹੁਲ ਦੇਤ ਭਏ ਤਬ ਹੀ। ਮਹਾਰਾਜ ਨੇ ਆਪਣਾ ਚਰਨਾ ਮਿਰਤ ਦੇ ਕੇ ਉਹ ਰਾਜੇ ਨੂੰ ਵੀ ਨਿਵਾਜਿਆ, ਆਪਣਾ ਸਿੱਖ ਬਣਾ ਲਿਆ। ਉਪਦੇਸ਼ ਦਿਓ ਭਜੇ ਹਰ ਕੋ। ਮਹਾਰਾਜ ਫਿਰ ਉਪਦੇਸ਼ ਦਿੱਤਾ ਵੀ ਹਰੀ ਪਰਮਾਤਮਾ ਦਾ ਭਜਨ ਕਰੋ, ਪਰਮਾਤਮਾ ਵਾਹਿਗੁਰੂ ਨੂੰ ਚੇਤੇ ਕਰੋ ਹਰ ਵੇਲੇ ਆਪਣੇ ਹਿਰਦੇ ਦੇ ਨਾਲ। ਸਤ ਸੰਗਤ ਪ੍ਰੇਮ ਕਰੋ ਉਰ ਕੋ। ਤੇ ਪ੍ਰੇਮ ਕਰੋ ਕਿਸ ਦੇ ਨਾਲ? ਸਤ ਸੰਗਤ ਨਾਲ ਪ੍ਰੇਮ ਕਰਨਾ ਹੈ, ਸਤ ਸੰਗਤ ਵਿੱਚ ਹੀ ਰਹਿਣਾ ਤੇ ਸਤ ਸੰਗਤ ਨਾਲ ਹੀ ਹਮੇਸ਼ਾ ਪ੍ਰੇਮ
ਪ੍ਰੇਮ ਕਰਨਾ ਹੈ। ਇਸ਼ਨਾਨ ਕਰੋ ਇੱਕ ਜਾਮ ਨਿਸਾ। ਮਹਾਰਾਜ ਨੇ ਉਪਦੇਸ਼ ਕੀ ਦਿੱਤਾ ਵੀ ਸਿੱਖੀ ਕਮਾਉਣੀ ਕਿਵੇਂ ਹੈ। 3 ਘੰਟੇ ਸਨਰਾਈਜ਼ ਤੋਂ ਪਹਿਲਾਂ ਉੱਠ ਕੇ ਇਸ਼ਨਾਨ ਕਰਨਾ ਹੈ। ਮਿਲ ਕੀਰਤ ਕੋ ਕਰ ਲੈ ਹੋ ਰਸਾ। ਫੇਰ ਜਿਹੜਾ ਹਨ ਰਸ ਲੈ ਕੇ ਸਵਾਦ ਦੇ ਨਾਲ ਮਨ ਦੀ ਬਿਰਤੀ ਨੂੰ ਜੋੜ ਕਰਕੇ ਸਿਮਰਨ ਕਰਨਾ, ਪਰਮਾਤਮਾ ਦੀ ਯਾਦ ਕਰਨੀ ਹੈ। ਧਰਮਸਾਲ ਵਿਸਾਲ ਭਲੀ ਕਰੀਏ। ਕਹਿਣ ਲੱਗੇ ਫਿਰ ਧਰਮਸਾਲ ਵੀ ਬਣਾਓ। ਰਾਜੇ ਨੂੰ ਇਹੀ ਮਹਾਰਾਜ ਨੇ ਜਿਹੜਾ ਹੈ ਉਪਦੇਸ਼ ਦਿੱਤਾ, ਇੱਕ ਧਰਮਸਾਲ ਇੱਥੇ ਬਣਾਉਣੀ ਕਰੋ ਹੁਣੇ। ਈਰਖਾ ਪਰਖਾ ਛਰ ਕੋ ਹਰੇ। ਈਰਖਾ ਜਿਹੜੀ ਹੁੰਦੀ ਹੈ, ਈਰਖਾ ਛੱਟਣੀ ਹੈ। ਕਠੋਰਤਾ, ਜਿਹੜੀ ਕਠੋਰਤਾ ਹੁੰਦੀ ਹੈ ਮਨ ਦਾ ਜਿਹੜਾ ਹੈ ਕਠੋਰਤਾ, ਮਤਲਬ ਕਿਸੇ ਤੇ ਤਰਸ ਨਹੀਂ ਕਰਨਾ, ਕਿਸੇ ਤੇ ਪਿੱਟੀ ਨਹੀਂ ਕਰਨੀ। ਕਹਿਣ ਲੱਗੇ ਇਹਨੂੰ ਵੀ ਹਟਾਉਣਾ ਹੈ। ਫਿਰ ਜਿਹੜਾ ਛਲ ਕਰਨਾ, ਧੋਖਾ ਕਰਨਾ ਕਿਸੇ ਨਾਲ, ਇਹਨੂੰ ਜਿਹੜਾ ਹੈ ਸਾਰਾ ਹੀ ਹਿਰਦੇ ਵਿੱਚੋਂ ਨਾਸ ਕਰ ਦਿਓ। ਸਤ ਸੀਲ ਸੰਤੋਖ ਛਿਮਾ ਧਰਨੀ। ਤੇ ਚੰਗੇ ਗੁਣ ਧਾਰਨ ਕਰਨੇ ਹਨ। ਔਗਣਾਂ ਨੂੰ ਛੱਡਣਾ ਹੈ ਤੇ ਚੰਗੇ ਗੁਣ, ਦੈਵੀ ਗੁਣਾਂ ਨੂੰ ਧਾਰਨ ਕਰਨਾ ਹੈ। ਸਤ ਸੀਲ ਹੁੰਦਾ ਹੈ ਕਾਮਨੈਸ, ਜਿਹੜਾ ਠੰਡਾ ਸੁਭਾਅ ਹੋਣਾ, ਸੰਤੋਖ ਕੰਟੈਂਟਮੈਂਟ ਰੱਖਣੀ। ਸ਼ਿਮਾ ਜਿਹੜਾ ਹੈ ਐਪੋਲੋਜਾਈਜ਼ ਕਰਨਾ, ਕਿਸੇ ਨੂੰ ਬਖਸ਼ ਲੈਣਾ, ਕਿਸੇ ਨੂੰ ਫੋਰਗਿਵ ਕਰ ਦੇਣਾ। ਜਿਹੜਾ ਹਨ ਮਾਫੀ ਮੰਗਣ ਵਿੱਚ ਵੀ ਦੇਰੀ ਨਾ ਕਰਨੀ, ਮਾਫੀ ਦੇਣ ਵਿੱਚ ਵੀ ਕੋਈ ਦੇਰੀ ਨਾ ਕਰਨੀ। ਹਰ ਲੋਲਪਤਾ ਕਰਨਾ ਕਰਨੀ। ਹਰ ਕਹਿਣ ਲੱਗੇ ਇਉਂ ਕਰਕੇ ਜਿਹੜਾ ਹੈ ਨਾਸ ਕਰਨਾ ਹੈ। ਕਿਹਨੂੰ ਨਾਸ ਕਰਨਾ ਹੈ? ਲੋਪਤਾ, ਜਿਹੜਾ ਲੋਭ ਹੈ, ਲੋਭ ਨੂੰ ਜਿਹੜਾ ਹੈ ਇਹਨੂੰ ਖਤਮ ਕਰਨਾ ਹੈ। ਕਰਨੀ ਹਰ ਇੱਕ ਤੇ ਤਰਸ ਕਰਨਾ, ਹਰ ਇੱਕ ਦੇ ਜਿਹੜਾ ਹਨ ਦਇਆ ਕਰਨੀ। ਚੱਛ ਹੇਰ ਛੁਦਾਤੁਰ ਦੇ ਅਸਨਾ। ਹਾਂ, ਚੱਛ ਕਹਿੰਦੇ ਅੱਖਾਂ ਨਾਲ ਦੇਖ ਕਰਕੇ ਕੋਈ ਸ਼ੁਦਾ, ਕੋਈ ਭੁੱਖਾ ਬੰਦਾ ਹੋਵੇ ਤਾਂ ਉਹਨੂੰ ਆਸਣ ਦੇਣਾ, ਉਹਦੇ ਦੁੱਖ ਨੂੰ ਮਹਿਸੂਸ ਕਰਨਾ, ਭੁੱਖੇ ਨੂੰ ਰੋਜੀ ਦੇਣੀ, ਭੁੱਖੇ ਨੂੰ ਖਾਣਾ ਦੇਣਾ, ਤਰਸ ਕਰਨਾ, ਪਰਮਾਤਮਾ ਦਾ ਜੀਵ ਜਾਣ ਕੇ ਉਹਦੀ ਸੇਵਾ ਕਰਨੀ। ਨਗ ਨਗ ਨਰ ਕੋ ਦਿਜੀਏ ਬਸਨਾ। ਤੇ ਨੰਗੇ ਨੂੰ ਕੱਪੜਾ ਦੇਣਾ, ਕੋਈ ਐਸੀ ਝਿਜਕ ਨਹੀਂ ਕਰਨੀ। ਜਿਹੜਾ ਹਨ ਇਹ ਨਹੀਂ ਦੇਖਣਾ ਇਹ ਕੌਣ ਹੈ, ਉਸਦੀ ਲੋੜ ਨੂੰ ਪੂਰੀ ਕਰਨਾ, ਪਰਮਾਤਮਾ ਦਾ ਜੀਵ ਜਾਣ ਕੇ। ਮਿਲ ਸੰਤਨ ਕਾਲ ਬਤੀਤ ਕਰੋ। ਸੋ ਆਪਣਾ ਸਮਾਂ ਜਿਹੜਾ ਹੈ ਪਰਮਾਤਮਾ ਦੀ ਵਿਚਾਰ ਜਿਹੜੀ ਸੰਤਾਂ ਸਾਧਾਂ ਨਾਲ ਕਰਨੀ ਹੈ ਹਰ ਵੇਲੇ, ਤੇ ਹਮੇਸ਼ਾ ਪਰਮਾਤਮਾ ਦੀ ਹੀ ਵਿਚਾਰ ਕਰਨੀ ਹੈ। ਭਵ ਸਾਗਰ ਕੋ ਨਿਰਸੰਸ ਤਰੋ। ਇਸ ਕਰਕੇ ਭਵ ਸਾਗਰ ਤੋਂ ਨਿਰਸੰਸੇ ਹੀ ਤੁਸੀਂ ਤਰ ਜਾਓਗੇ। ਕੋਈ ਸੰਸਾ, ਕੋਈ ਡਾਊਟ ਨਹੀਂ, ਇਹ ਸੰਸਾਰ ਤੋਂ ਤੁਹਾਡਾ ਤਰਨਾ ਹੋਵੇਗਾ। ਇਹਦੇ ਵਿੱਚ ਜਿਹੜਾ ਹੈ ਕੋਈ ਵੀ ਐਸੀ ਜਿਹੜੀ ਹੈ ਸ਼ੱਕ ਵਾਲੀ ਗੱਲ ਨਹੀਂ। ਸੁਣ ਕੇ ਉਪਦੇਸ਼ ਸੋ ਨਾਮ ਸਬੈ। ਜਦੋਂ ਐਸਾ ਪਰਮਾਤਮਾ ਦੇ ਨਾਮ ਦਾ ਉਪਦੇਸ਼ ਗੁਰੂ ਮਹਾਰਾਜ ਦੇ ਮੁਖ ਤੋਂ ਉਹਨਾਂ ਨੇ ਸਰਵਣ ਕੀਤਾ ਸਾਰਿਆਂ ਨੇ। ਕਰ ਬੰਦ ਹੈ ਬੰਧਨ ਕੀਨ ਤਬੈ। ਰਾਜੇ ਸਮੇਤ ਸਾਰੀ ਪ੍ਰਜਾ ਨੇ ਸਤਿਗੁਰਾਂ ਨੂੰ ਮੱਥਾ ਟੇਕਿਆ ਚਰਨਾਂ ਤੇ। ਧਰਮਸਾਲ ਰਚੀ ਤਤਕਾਲ ਤਹਾਂ। ਉਸੇ ਵੇਲੇ ਉਹਨਾਂ ਨੇ ਹਿੰਮਤ ਕਰਕੇ ਧਰਮਸਾਲ ਬਣਾਈ ਜਿਸ ਤਰ੍ਹਾਂ ਸਤਿਗੁਰਾਂ ਨੇ ਹੁਕਮ ਕੀਤਾ। ਅਰਬਿੰਦ ਬਿਲੋਚਨ ਬੈਸ ਜਹਾਂ। ਅਰਬਿੰਦ ਕਹਿਣ ਲੱਗੇ ਲੋਚਨ ਸਤਿਗੁਰਾਂ ਦੇ ਜੋ ਕਵਲ ਫੁੱਲ ਵਰਗੇ ਹਨ, ਸੁੰਦਰ ਹਨ, ਉਹਨਾਂ ਨੂੰ ਉੱਥੇ ਜਿਹੜਾ ਹੈ ਧਰਮਸਾਲ ਵਿੱਚ ਬਿਠਾ ਕਰਕੇ ਸਾਰੇ ਜਿਹੜੇ ਹਨ ਪ੍ਰਜਾ ਸਮੇਤ ਰਾਜਾ ਦਰਸ਼ਨ ਕਰਦਾ ਹੈ। ਗੁਣ ਖਾਨੇ ਇਸੋ ਉਪਕਾਰ ਕਰਿਓ। ਦੇਖੋ ਗੁਣ ਖਾਨੇ, ਗੁਨਾ ਦੀ ਖਾਨ, ਗੁਨਾ ਦੇ ਟ੍ਰੈਸ਼ਰ ਗੁਰੂ ਨਾਨਕ ਸਾਹਿਬ ਨੇ ਐਸਾ ਉਪਕਾਰ ਇਹਨਾਂ ਸਾਰਿਆਂ ਤੇ ਕੀਤਾ ਜਿਨ੍ਹਾਂ ਨੂੰ ਪਰਮੇਸ਼ਰ ਨਾਲ ਜੋੜ ਕਰਕੇ ਉਹਨਾਂ ਦਾ ਜੀਵਨ ਸਫਲਾ ਕਰ ਦਿੱਤਾ। ਕਰਤਾਰ ਭਜੇ ਸਭ ਦੇਸ ਤਰਿਓ। ਦੇਖੋ ਕਰਤਾਰ ਭਜੇ, ਕਰਤਾਰ ਨੂੰ ਭਜਨ ਕਰਕੇ, ਕਰਤਾਰ ਨੂੰ ਯਾਦ ਕਰਨ ਕਰਕੇ ਸਾਰਾ ਹੀ ਦੇਸ਼ ਤਰ ਗਿਆ। ਹੁਣ ਤਾਰ ਦਿੱਤਾ ਸਤਿਗੁਰਾਂ ਨੇ। ਜਿਨ ਕੇਤਕ ਸ੍ਰੀ ਗੁਰ ਦੇਸ ਤਿਸੀ। ਕਹਿੰਦੇ ਇਸੋ ਕਰਕੇ ਮਹਾਰਾਜ ਜੀ ਕੁਝ ਕੁ ਦਿਨ ਉਸ ਦੇਸ਼ ਵਿੱਚ ਮਹਾਰਾਜ ਨੇ ਰਹਿਣਾ ਕੀਤਾ। ਨਰ ਕੀਨ ਉਦਾਰ ਰਹੇ ਸੋ ਜਸੀ। ਨਰ ਕੀਨ ਉਦਾਰਨ, ਨਰਾਂ ਦਾ, ਜੀਵਾਂ ਦਾ ਉਧਾਰ ਕੀਤਾ ਸਤਿਗੁਰਾਂ ਨੇ, ਉਹਨਾਂ ਨੂੰ ਮੁਕਤੀ ਬਖਸ਼ਿਸ਼ ਕੀਤੀ। ਛਿਤਪਾਲ ਪ੍ਰਜਾ ਸਭ ਆਵਤ ਹੈ। ਸਾਰੀ ਹੀ ਪ੍ਰਜਾ ਤੇ ਉਹਨਾਂ ਦਾ ਰਾਜਾ ਸਤਿਗੁਰਾਂ ਦੇ ਸ਼ਰਨ ਵਿੱਚ ਹੁਣ ਆਉਣ ਲੱਗਿਆ। ਹਰ ਰੋਜ਼ ਸਤਿਗੁਰਾਂ ਦੇ ਆ ਕੇ ਦਰਸ਼ਨ ਕਰਦੇ ਹਨ, ਉਪਦੇਸ਼ ਸੁਣਦੇ ਹਨ। ਪਗ ਬੰਧਨ ਕੈ ਸੁਖ ਪਾਵਤ ਹੈ। ਤੇ ਹਮੇਸ਼ਾ ਹੀ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕ ਕੇ ਹੀ ਉਹਨਾਂ ਨੂੰ ਸੁੱਖ ਮਿਲਦਾ ਹੈ। ਸੁਨ ਸ੍ਰੀ ਮੁਖ ਤੇ ਸੁਖਵੰਤ ਗੇਰਾ। ਸਗੋਂ ਮਹਾਰਾਜ ਦੇ ਮੁਖ ਤੋਂ ਉਪਦੇਸ਼ ਰੂਪੀ ਅੰਮ੍ਰਿਤ ਨੂੰ ਸੁਣ ਕਰਕੇ ਉਹਨਾਂ ਦਾ ਜੀ ਭਰਦਾ ਹੈ। ਸਭ ਕੋ ਔਰ ਪ੍ਰੇਮ ਸੇ ਸੰਗ ਭਰਾ। ਦੇਖੋ ਸਭ ਕੋ ਔਰ ਸਾਰਿਆਂ ਦੇ ਹਿਰਦੇ ਵਿੱਚ ਸਤਿਗੁਰਾਂ ਦੀ ਕਿਰਪਾ ਸਦਕਾ ਪ੍ਰੇਮ ਆ ਗਿਆ। ਸਾਰਿਆਂ ਦੇ ਹਿਰਦੇ ਪ੍ਰੇਮ ਨਾਲ ਭਰ ਦਿੱਤੇ ਸਤਿਗੁਰਾਂ ਨੇ। ਉਹਨਾਂ ਦੇ ਈਰਖਾ ਬਖੀਲੀ ਦੂਰ ਕਰਕੇ ਸਤਿਗੁਰਾਂ ਨੇ ਉਹਨਾਂ ਦੇ ਅੰਦਰ ਪ੍ਰੇਮ ਜਗਾ ਦਿੱਤਾ ਪਰਮੇਸ਼ਰ ਵਾਸਤੇ ਵੱਡਾ। ਸਿਮਰਹਿ ਹਰ ਨਾਮ ਹੈ ਪ੍ਰੀਤ ਕਰੈ। ਹਮੇਸ਼ਾ ਉਸ ਪਰਮੇਸ਼ਰ ਦੇ ਨਾਮ ਨੂੰ ਦੇ ਸਿਮਰਨ ਕਰਨ ਵਿੱਚ ਵੀ ਉਹਨਾਂ ਦੀ ਬਿਰਤੀ ਟਿਕੀ ਰਹਿੰਦੀ ਹੈ। ਹਰ ਵੇਲੇ ਪਰਮਾਤਮਾ ਦਾ ਨਾਮ ਹੀ ਜਪਦੇ ਰਹਿੰਦੇ ਹਨ। ਮਿਲ ਆਪਸ ਮੈਂ ਬਹੁ ਭਾਉ ਧਰੈ। ਦੇਖੋ ਆਪਸ ਵਿੱਚ
ਵਿੱਚ ਵੀ ਬੜਾ ਉਹਨਾਂ ਦਾ ਆਪਸ ਵਿੱਚ ਪ੍ਰੇਮ ਹੋ ਗਿਆ, ਇੱਕ ਦੂਜੇ ਨਾਲ ਪ੍ਰੇਮ ਨਾਲ ਮਿਲਦੇ ਹਨ, ਇੱਕ ਦੂਜੇ ਦੀ ਮਦਦ ਕਰਦੇ ਹਨ, ਇੱਕ ਦੂਜੇ ਨੂੰ ਦੇਖ ਕਰਕੇ ਖੁਸ਼ ਹੁੰਦੇ ਨੇ, ਕਿਸੇ ਦੀ ਤਰੱਕੀ ਹੁੰਦੀ ਹੈ ਉਹਨੂੰ ਵੀ ਦੇਖ ਕੇ ਖੁਸ਼ ਹੁੰਦੇ ਨੇ, ਕਿਸੇ ਦਾ ਕੋਈ ਦੁੱਖ ਆਉਂਦਾ ਸਾਰੇ ਦੁਖੀ ਹੁੰਦੇ ਹਨ। ਦੇਖੋ ਐਸਾ ਪਿਆਰ ਦਾ ਵਾਤਾਵਰਨ ਸਤਿਗੁਰਾਂ ਨੇ ਇਹ ਨਗਰੀ ਵਿੱਚ ਬਣਾ ਦਿੱਤਾ। ਦੋਹਰਾ ਰਾਹਕ ਪੂਰਬ ਸਿੱਖ ਜੋ ਬੋਲੀਏ ਦਵੈ ਕਰ ਬੰਦ। ਦੇਖੋ ਹੁਣ ਜਿਹੜਾ ਪਹਿਲਾ ਸਿੱਖ ਬਣਿਆ ਸੀ ਨਾ, ਜਿਹੜਾ ਕਿਰਸਾਨ ਨੇ ਪਹਿਲਾਂ ਸਤਿਗੁਰਾਂ ਦੀ ਜਿਹੜੀ ਹਨ ਗੱਲ ਮੰਨੀ ਸੀ, ਜਿਹੜੇ ਖੇਤ ਵਿੱਚ ਸਤਿਗੁਰੂ ਜੀ ਜਾ ਬੈਠੇ ਸਨ, ਉਹ ਕਿਰਸਾਨ ਹੱਥ ਜੋੜ ਕੇ ਸਤਿਗੁਰਾਂ ਦੇ ਸਾਹਮਣੇ ਆਇਆ। ਕੁਦਰਤ ਕੋ ਕੁਛ ਪਤਾ ਮੁਝ ਦਰਸਾਵ ਹੋ ਸੁਖ ਕੰਦ। ਮਹਾਰਾਜ ਇਹ ਕੁਦਰਤ ਬਾਰੇ ਤੁਸੀਂ ਜਿਹੜਾ ਉਪਦੇਸ਼ ਮੈਨੂੰ ਦਿੱਤਾ ਸੀ ਉਹ ਗੱਲ ਮੈਨੂੰ ਥੋੜੀ ਜਿਹੀ ਸਮਝਾਉਣਾ ਕਰੋ। ਕਿਸ ਤਰ੍ਹਾਂ ਇਹ ਕੁਦਰਤ ਦੇ ਵਿੱਚ ਉਹ ਕਾਦਰ ਨੂੰ ਦੇਖਿਆ ਜਾਵੇ, ਕਿਸ ਤਰ੍ਹਾਂ ਉਹ ਪਰਮਾਤਮਾ ਨੂੰ ਦੇਖਿਆ ਜਾਵੇ ਇਹ ਕੁਦਰਤ ਦੇ ਵਿੱਚੋਂ। ਸ਼ੰਕਰ ਛੰਦ ਸੁਣ ਕਰ ਤਿਹ ਕੇ ਬਚ ਗੁਰ। ਜਦੋਂ ਉਹਦੇ ਐਸੇ ਬੇਨਤੀ ਵਾਲੇ ਬਚਨ ਸੁਣੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਗੁਰੂ ਨਾਨਕ ਗਿਰਾ ਉਚਾਰ। ਮਹਾਰਾਜ ਨੇ ਇਸ ਵੇਲੇ ਉਸ ਕਿਰਸਾਨ ਨੂੰ ਉਪਦੇਸ਼ ਦੇਣ ਵਾਸਤੇ ਤੇ ਉਹਨੂੰ ਸੱਚਮੁੱਚ ਕੁਦਰਤ ਵਿੱਚ ਉਹ ਸ਼ਕਤੀ ਦਿਖਾਉਣ ਵਾਸਤੇ ਜਾਹੋ ਖੇਤ ਮਹਿ ਬੂਟ ਉਪਾਰ ਹੋ। ਮਹਾਰਾਜ ਨੇ ਉਸ ਵੇਲੇ ਉਹਨੂੰ ਇਹ ਹੁਕਮ ਕੀਤਾ, ਕਹਿੰਦੇ ਜਾਹੋ ਖੇਤ ਮੈਂ ਬੂਟ ਉਪਾਰੋ, ਕਹਿੰਦੇ ਤੂੰ ਜਾ ਕੇ ਇੱਕ ਬੂਟਾ ਜਾ ਕੇ ਖਿੱਚਣਾ ਕਰ ਆਪਣੇ ਖੇਤਾਂ ਵਿੱਚੋਂ। ਦੇਖੋ ਕੁਦਰਤ ਭਾਰ। ਕਹਿਣਗੇ ਫੇਰ ਤੈਨੂੰ ਕੁਦਰਤ ਦੀ ਜਿਹੜੀ ਹਨ ਦਿਸੇਗੀ, ਕੁਦਰਤ ਕੀ ਹੈ, ਕੁਦਰਤ ਦੇ ਕ੍ਰਿਸ਼ਮਾ ਤੈਨੂੰ ਦਿਖਾਉਂਦੇ ਹਾਂ, ਪਰ ਤੂੰ ਪਹਿਲਾਂ ਕੀ ਕਰ, ਜਾ ਕੇ ਬੂਟੀ ਪੱਟ ਖੇਤਾਂ ਵਿੱਚੋਂ। ਆਚਰਜ ਜਿਹੇ ਕੋ ਰੂਪ। ਹਾਂ ਦੇਖੋ ਅਚਰਜ ਕਹਿਣਗੇ ਉਸਦਾ ਰੂਪ ਅਚਰਜ ਹੈ, ਹੈਰਾਨ ਕਰਨ ਵਾਲਾ ਹੈ। ਲਖਿਤ ਸਕੈ ਕੌਣ ਨਾ ਚੀਨ। ਕਹਿਣਗੇ ਕੌਣ ਪਛਾਣ ਸਕਦਾ ਹੈ ਉਹ ਕੁਦਰਤ ਨੂੰ, ਕਿਉਂਕਿ ਕੁਦਰਤ ਬਹੁਤ ਵੱਡੀ ਹੈ, ਪਰ ਕੁਦਰਤ ਦਾ ਇੱਕ ਕ੍ਰਿਸ਼ਮਾ ਤੈਨੂੰ ਦਿਖਾ ਦਿੰਦੇ ਹਾਂ ਜਿਹਦੇ ਕਰਕੇ ਤੇਰਾ ਭਰੋਸਾ ਵੱਜ ਜਾਵੇ। ਸੁਰ ਨਰ ਅਸੁਰ ਇਹ ਤਰ ਹੈ। ਦੇਖੋ ਸੁਰ ਜਿਹੜੇ ਦੇਵਤੇ ਹਨ, ਨਰ ਜਿਹੜੇ ਹਿਊਮਨਸ ਹਨ, ਅਸੁਰ ਜਿਹੜੇ ਦੈਂਤ ਹਨ, ਆਹ ਜਿਹੜੇ ਨਾਗ ਹਨ, ਜਿਹੜੇ ਧਰਤੀ ਦੇ ਥੱਲੇ ਨੀਵੇਂ ਪਤਾਲ ਵਿੱਚ ਰਹਿਣ ਵਾਲੇ ਹਨ। ਤਾਂ ਕਿ ਉਰਦ ਜਿਨ ਇਹ ਕੀਨ। ਕਹਿਣਗੇ ਤਾਂ ਕਿ ਉਰਦ ਉਹਨਾਂ ਤੋਂ ਉੱਤੇ ਉੱਚਾ ਜਿਹੜਾ ਲੋਕ ਆਕਾਸ਼ ਲੋਕ ਹੈ, ਆਕਾਸ਼ ਲੋਕ ਤੇ ਪਤਾਲ ਲੋਕ ਦੇ ਵਿਚਾਲੇ ਮਤ ਲੋਕ ਹੈ। ਨਿਜ ਕਾਨ ਸੁਨ ਮਤਵਾਨ ਮਾਨਵ। ਨਿਜ ਕਾਨ ਸੁਣ, ਕਹਿਣਗੇ ਆਪਣੇ ਕੰਨਾਂ ਨਾਲ ਸੁਣ, ਮਤਵਾਨ ਮਾਨਵ, ਕਹਿਣਗੇ ਜਿਹੜਾ ਆਪਣੇ ਕੰਨਾਂ ਨਾਲ ਸੁਣ ਕੇ ਵਿਚਾਰ ਕਰਦਾ ਹੈ ਉਹੀ ਮਤ ਵਾਲਾ, ਚੰਗੀ ਮਤ ਵਾਲਾ ਹੁੰਦਾ ਹੈ। ਖੇਤ ਮਹਿ ਤਬ ਜਾਏ। ਕਹਿਣਗੇ ਉਸ ਵੇਲੇ ਇਹ ਜਿਹੜਾ ਕਿਰਸਾਨ ਹੈ ਜਿਹਦੀ ਮਤ ਹੁਣ ਚੰਗੀ ਹੋ ਗਈ, ਜਿਹਦੀ ਮਤ ਦੇ ਵਿੱਚ ਪਰਮਾਤਮਾ ਵਸ ਗਿਆ, ਜਿਹਦੇ ਹਿਰਦੇ ਵਿੱਚ ਗੁਰੂ ਦਾ ਪਿਆਰ ਵਸ ਗਿਆ, ਹੁਣ ਉਹ ਜਿਹੜਾ ਮਤਵਾਨ ਹੈ, ਹੁਣ ਇਸ ਕਰਕੇ ਉਹਨੂੰ ਮਤਵਾਨ ਕਹਿ ਦਿੱਤਾ ਉਹ ਕਿਰਸਾਨ ਨੂੰ, ਉਹ ਆਪਣੇ ਖੇਤ ਨੂੰ ਚਲਿਆ ਗਿਆ। ਜਿਵੇਂ ਸਤਿਗੁਰਾਂ ਨੇ ਕਿਹਾ ਸੀ ਨਾ, ਜਾ ਕੇ ਇੱਕ ਬੁੱਟੀ ਤੋਂ ਪੁੱਟਣੀ ਹੈ ਖੇਤਾਂ ਵਿੱਚੋਂ, ਤਾਂ ਉਹ ਖੇਤ ਨੂੰ ਚਲਿਆ ਗਿਆ ਉਹ ਕਿਰਸਾਨ। ਗੋਦੂਮ ਬੂਟ ਉਖਾਰ ਦੇਖਿਓ। ਉਹਨੇ ਕੀ ਕੀਤਾ, ਉਹਨੇ ਇੱਕ ਕਣਕ ਦਾ ਬੂਟਾ ਜਿਹੜਾ ਹੈ ਖਿੱਚ ਕੇ ਜੜਾਂ ਤੋਂ ਪੁੱਟਿਆ, ਬਾਹਰ ਕੱਢਿਆ। ਰਹਿਓ ਔਰ ਬਿਸਮਾਏ। ਤੇ ਜਿਹੜਾ ਜਨ ਪੁੱਟ ਕਰਕੇ ਉਹ ਧਰਤੀ ਵੱਲ ਜਦੋਂ ਦੇਖਦਾ ਹੈ ਉਹ ਹੈਰਾਨ ਹੋ ਗਿਆ ਜੀ। ਹੁਣ ਅੰਗਾਰ ਅਗਨੀ ਅਰੁਣ ਦੀਸਤ। ਉਹਨੂੰ ਕੀ ਦਿਸਿਆ, ਜਦੋਂ ਉਹਨੇ ਉਹ ਕਣਕ ਦਾ ਬੂਟਾ ਪੁੱਟਿਆ ਤਾਂ ਉਹ ਜਿਹੜਾ ਗਲੀ ਹੋ ਜਾਂਦੀ ਹੈ ਨਾ, ਤੇ ਹੋਲ ਹੋ ਗਈ ਸੀ, ਕਿਉਂਕਿ ਜੜ ਸਮੇਤ ਉਹ ਬੂਟਾ ਪੁੱਟਿਆ ਗਿਆ। ਉਹ ਗਲੀ ਦੇ ਵਿੱਚੋਂ ਕੀ ਹੋਇਆ, ਅੰਗਿਆਰੇ ਨਿਕਲੇ, ਅੱਗ ਦੇ ਅੰਗਿਆਰੇ ਉਹ ਧਰਤੀ ਦੇ ਥੱਲੇ ਤੋਂ, ਅੰਡਰਵਰਲਡ ਤੋਂ ਉਹ ਬਾਹਰ ਨੂੰ ਆ ਰਹੇ ਹਨ। ਤੇਜ ਨਹਿ ਸਹਿ ਜਾਏ। ਉਹ ਜਿਹੜੀ ਅੱਗ ਹੈ, ਉਹ ਅੰਗਿਆਰੇ ਜਿਹੜੇ ਅੱਗ ਦੇ ਹਨ ਇੰਨੇ ਪ੍ਰਬਲ ਹਨ, ਇੰਨੇ ਪ੍ਰਕਾਸ਼ਵਾਨ ਹਨ ਕਿ ਦੇਖੇ ਨਹੀਂ ਜਾਂਦੇ। ਉਹਦੀ ਫਲੇਮ, ਉਹਦੀ ਹੀਟ ਬਹੁਤ ਜ਼ਿਆਦਾ ਹੈ। ਸਭ ਲੋਕ ਹੇਰਨ ਹੇਤ ਦੌਰੇ। ਸੋ ਉੱਥੇ ਜਿਹੜੇ ਹਨ ਲੋਕ ਜਿਹੜੇ ਆਲੇ ਦੁਆਲੇ ਦੇ ਖੜੇ ਸਨ, ਉਹ ਵੀ ਜਿਹੜੇ ਹਨ ਆ ਕੇ ਜਿਹੜੇ ਹਨ ਉਹਦੇ ਕੋਲ ਆ ਗਏ, ਕਿਉਂਕਿ ਉਹਨਾਂ ਨੇ ਵੀ ਦੇਖ ਲਈ ਅੱਗ। ਉਹ ਅੱਗ ਜਿਹੜੀ ਹੈ ਉਹ ਗਲੀ ਦੇ ਵਿੱਚੋਂ ਬਾਹਰ ਨੂੰ ਆ ਰਹੀ ਹੈ। ਦੂਰੋਂ ਜਿਹੜੇ ਹੋਰ ਖੇਤੀਬਾੜੀ ਕਰਨ ਵਾਲੇ ਲੋਕ ਸਨ ਉਹ ਵੀ ਆ ਗਏ ਜੀ, ਸਾਰੇ ਇਕੱਠੇ ਹੋ ਕੇ ਦੇਖਣ ਲੱਗੇ ਵੀ ਇਹ ਧਰਤੀ ਦੇ ਵਿੱਚੋਂ ਅੱਗ ਕਿਵੇਂ ਨਿਕਲ ਆਈ। ਬਹੁਤ ਜਿਨ ਮਨ ਚਾਏ। ਜਿਨ੍ਹਾਂ ਦੇ ਮਨ ਵਿੱਚ ਬਹੁਤ ਚਾਅ ਹੈ ਦੇਖਣ ਦਾ, ਉਹ ਸਾਰੇ ਆ ਗਏ। ਹੇਰ ਹੇਰ ਆਚਰਜ ਮਨ ਹੈ। ਉਹਨਾਂ ਨੇ ਦੇਖ ਦੇਖ ਕੇ ਹੈਰਾਨ ਹੁੰਦੇ ਹਨ ਵੀ ਧਰਤੀ ਵਿੱਚੋਂ ਅੱਗ ਨਿਕਲਦੀ ਨਹੀਂ ਕਿਤੇ ਦੇਖੀ। ਅਗਨ ਪਰ ਪਿਕ ਖੇਤ। ਤੇ ਫਿਰ ਹੈਰਾਨਗੀ ਤਾਂ ਇਹ ਗੱਲ ਹੈ ਵੀ ਇਹ ਜਿਹੜੇ ਹਨ, ਜੇ ਧਰਤੀ ਦੇ ਥੱਲੇ ਅੱਗ ਹੈ ਤੇ ਇਹਦੇ ਉੱਤੇ ਬੂਟੇ ਕਿਵੇਂ ਜਿਹੜੇ ਹਨ ਉਹ ਪਲਦੇ ਹਨ। ਦੇਖੋ ਹੁਣ ਉਹ ਜੜਾਂ ਕਿਉਂ ਨਹੀਂ ਸੜਦੀਆਂ,
ਉਹ ਦਰਖਤ ਉਹ ਬੂਟੀਆਂ ਕਿਉਂ ਨਹੀਂ ਸੜਦੀਆਂ? ਜੇ ਥੱਲੇ ਏਡੀ ਵੱਡੀ ਅੱਗ ਹੈ ਤਾਂ ਉੱਤੇ ਇਹ ਦਰਖਤ ਕਿਵੇਂ ਬਣਦੇ ਹਨ, ਕਿਵੇਂ ਉਗਦੇ ਹਨ? ਜਿਹ ਛੋਤ ਜਰਹੀ ਦਾਰ ਦਰੁੱਤ। ਦੇਖੋ ਜੇ ਕਿਤੇ ਉਹ ਅੱਗ ਦੇ ਜਿਹੜੇ ਹਨ ਅੰਗਿਆਰਿਆਂ ਦੇ ਉੱਤੇ ਇਹ ਜੜ ਪਾਈ ਜਾਵੇ ਤਾਂ ਹੁਣੇ ਸੜ ਕੇ ਸੁਆਹ ਕਰ ਦੇਗੀ। ਇੰਨੀ ਪ੍ਰਬਲ ਅੱਗ ਹੈ, ਪਰ ਇਹਦੇ ਵਿੱਚ ਅੱਗ, ਇਹ ਧਰਤੀ ਦੇ ਵਿੱਚ ਅੱਗ ਜਿਹੜੀ ਹੈ ਕਿਨੇ ਸੰਕੋਚ ਕਰਕੇ ਰੱਖੀ ਹੋਈ ਹੈ, ਜਿਹੜੀ ਕਿ ਦਰਖਤਾਂ ਦੇ ਜੜਾਂ ਨੂੰ ਨਹੀਂ ਸਾੜਦੀ, ਨਾ ਉਹਨਾਂ ਦੇ ਟਾਹਣਿਆਂ ਨੂੰ ਸਾੜਦੀ ਹੈ, ਨਾ ਕਿ ਉਹਨਾਂ ਨੂੰ ਸਾੜਨ ਦੇ ਬਜਾਏ ਉਹਨਾਂ ਨੂੰ ਪਾਲਦੀ ਹੈ। ਸਭ ਹਰੀ ਭੀ ਕਹਿ ਹੇਤ। ਫਿਰ ਉਹਨਾਂ ਦੇ ਮਨ ਵਿੱਚ ਇਹ ਵੀ ਇੱਕ ਡਾਊਟ ਆਇਆ ਕਿ ਹਰੇ ਭਰੇ ਕਿਵੇਂ ਰਹਿ ਸਕਦੇ ਹਨ ਜਿਹੜੇ ਇੰਨੀ ਅੱਗ ਦੇ ਉੱਤੇ ਪਲਦੇ ਹਨ। ਕਰਤਾਰ ਕੁਦਰਤ ਅਤ ਬਲ ਸਟੋਹੇ। ਦੇਖੋ ਉਹਨਾਂ ਨੂੰ ਇਹ ਗੱਲ ਜਿਹੜੀ ਹੈ, ਇੱਕ ਗੱਲ ਉਹਨਾਂ ਦੇ ਮਨ ਵਿੱਚ ਸਮਝ ਪਈ ਕਿ ਇਹ ਸਾਰੀ ਖੇਤੀ ਨੂੰ ਪਾਲਣ ਵਾਲਾ ਉਹ ਹਰੀ ਪਰਮਾਤਮਾ ਆਪ ਹੀ ਹੈ, ਉਹ ਬਲੀ ਪਰਮਾਤਮਾ ਹੈ, ਉਹ ਕੋਈ ਸ਼ਕਤੀ ਹੈ ਜਿਹੜੀ ਅੱਗ ਦੇ ਵਿੱਚੋਂ ਵੀ ਜਿਹੜੀ ਹੈ ਖੇਤੀ ਨੂੰ ਪਾਲਦੀ ਹੈ। ਕੀਨ ਅਚਰਜ ਬਾਤ। ਤੇ ਇਹ ਅਚਰਜ ਬਾਤ ਜਿਹੜੀ ਸਮਝ ਤੋਂ ਪਰੇ ਗੱਲ ਹੈ, ਇਹ ਤਾਂ ਜਿਹੜੀ ਹੈ ਪਰਮਾਤਮਾ ਦੀ ਹੋ ਸਕਦੀ ਹੈ ਨਾ, ਕਿਉਂਕਿ ਆਪਣੀ ਬੁੱਧੀ ਨਾਲ ਤਾਂ ਸਮਝ ਨਹੀਂ ਪੈ ਸਕਦੀ। ਆਪਣੀ ਬੁੱਧੀ ਤਾਂ ਇੰਨੀਓ ਗੱਲ ਸਮਝੇਗੀ ਜੇ ਅੱਗ ਹੋਏਗੀ ਤਾਂ ਸਾੜੇਗੀ। ਆਪਣੀ ਬੁੱਧੀ ਇਹ ਤਾਂ ਨਹੀਂ ਨਾ ਗੱਲ ਸਮਝੇਗੀ ਵੀ ਅੱਗ ਹੋਵੇਗੀ ਤਾਂ ਪਾਲੇਗੀ ਵੀ, ਉਹਦੀ ਪਾਲਣਾ ਕਰੇਗੀ। ਹੈ ਅਗਨ ਉਪਰ ਕ੍ਰਿਸ ਬਿਦਰਤ। ਹਾਂ ਦੇਖੋ ਵੀ ਇਹ ਜਿਹੜੇ ਖੇਤੀ ਹੈ ਸਾਰੀ ਹੋਈ ਅੱਗ ਦੇ ਉੱਤੇ ਹੀ ਪਲਦੀ ਹੈ। ਹਰੀ ਬਹੁ ਜਿਹੇ ਪਾਤ। ਤੇ ਹਰੀ ਭਰੀ ਵੀ ਹੈ, ਬੜੀ ਤੰਦਰੁਸਤ ਵੀ ਹੈ, ਚੰਗੀ ਹੈ, ਸੋਹਣੀ ਹੈ, ਹਰੀ ਭਰੀ ਹੈ। ਕਰਤਾਰ ਬਹੁਰ ਲਖਾਏ ਕੁਦਰਤ। ਦੇਖੋ ਇਸ ਕਰਤਾ ਜਿਹੜਾ ਹਨ ਉਸ ਕਰਤਾਰ ਨੂੰ ਕੁਦਰਤ ਦੇ ਵਿੱਚ ਸਤਿਗੁਰਾਂ ਨੇ ਦਿਖਾਉਣਾ ਕੀਤਾ ਇਸ ਕਿਰਸਾਨਾਂ ਨੂੰ ਵੀ ਦੇਖੋ ਉਹ ਪਰਮਾਤਮਾ ਆਪਣੀ ਕੁਦਰਤ ਨੂੰ ਕਿਵੇਂ ਚਲਾਉਂਦਾ। ਜਿਵੇਂ ਦੇਖੋ ਆਪਣੇ ਅੰਦਰ ਵੀ 5 ਤੱਤ ਨੇ, ਆਪਣੇ 5 ਤੱਤ ਜਿਹੜੇ ਆਪਣੇ ਸਰੀਰ ਦੇ ਅੰਦਰ ਨੇ, ਇਹ ਸਾਰੀ ਕੁਦਰਤ ਦੇ ਵਿੱਚ ਨੇ, ਤੇ ਉਹ 5 ਤੱਤ ਵੀ ਇੱਕ ਦੂਜੇ ਨਾਲ ਜਿਹੜਾ ਮਿਲ ਕੇ ਚੱਲਦੇ ਹਨ। ਤੇ ਦੇਖੋ ਉਹ ਆਪਣੇ ਆਪਣੇ ਥਾਂ ਤੇ ਆਪੋ ਆਪਣਾ ਕੰਮ ਕਰਦੇ ਹਨ। ਦੇਖੋ ਅੱਗ ਜਿਹੜੀ ਹੈ ਹਰ ਇੱਕ ਦਰਖਤ ਦੇ ਵਿੱਚ ਹੁੰਦੀ ਹੈ, ਪਰ ਉਹ ਪ੍ਰਗਟ ਹੁੰਦੀ ਹੈ ਜਦੋਂ ਇਹਨਾਂ ਨੂੰ ਘਸਾਉਂਦੇ ਹਾਂ, ਪਰ ਹਰ ਵੇਲੇ ਤਾਂ ਅੱਗ ਅੰਦਰ ਹੁੰਦੀ, ਉਹਨੂੰ ਪਾਲਦੀ ਹੈ, ਉਹਨੂੰ ਡਬੋਂਦੀ ਨਹੀਂ। ਤੇ ਫਿਰ ਦੇਖੋ ਪਾਣੀ ਕੈਸਾ ਹੈ, ਪਾਣੀ ਜਿਹੜਾ ਹੈ ਉਹਦਾ ਜਿਹੜਾ ਹੈ ਪਾਣੀ ਜਾਣਦਾ ਹੈ ਕਿ ਇਹ ਦਰਖਤ ਜਿਹੜੇ ਨੇ ਵੀ ਮੇਰੇ ਪਾਣੀ ਕਰਕੇ ਇਹ ਪਲੇ ਹਨ। ਜਦੋਂ ਇਹ ਦਰਖਤ ਪਾਣੀ ਤੇ ਜਾਂਦੇ ਹਨ ਤਾਂ ਉਹ ਡੋਬਦਾ ਵੀ ਨਹੀਂ ਹੈ। ਸਤਨਾਮ ਜਪਾਏ। ਦੇਖੋ ਸਤਨਾਮ ਜਿਹੜਾ ਹੈ ਜਪਾਉਣਾ ਕੀਤਾ ਸਤਿਗੁਰਾਂ ਨੇ, ਇਸੇ ਕਰਕੇ ਜਪਾਉਣਾ ਕੀਤਾ ਕਿਉਂਕਿ ਉਹ ਸ਼ਕਤੀ ਦੀ ਪਹਿਚਾਣ ਆ ਜਾਵੇ, ਸ਼ਕਤੀ ਦਾ ਪਤਾ ਲੱਗ ਜਾਵੇ। ਕਰ ਧਰਮਸ਼ਾਲਾ ਗ੍ਰਾਮ ਗ੍ਰਾਮ ਹੈ। ਦੇਖੋ ਹੁਣ ਭਰੋਸਾ ਆ ਗਿਆ ਸਾਰਿਆਂ ਨੂੰ ਇਸ ਕੌਤਕ ਨੂੰ ਦੇਖ ਕਰਕੇ, ਤੇ ਸਾਰੇ ਗ੍ਰਾਮ ਸਿੱਖ ਬਣ ਕੇ ਸਤਿਗੁਰਾਂ ਤੇ ਭਰੋਸਾ ਰੱਖ ਕੇ ਧਰਮਸ਼ਾਲਾ ਵਿੱਚ ਜੁੜਨ ਲੱਗੇ। ਹੁਣ ਨਾਮਦਾਨ ਦ੍ਰਿੜਾਏ। ਤੇ ਦੇਖੋ ਇੱਕ ਗ੍ਰਾਮ ਨਹੀਂ, ਹਰ ਇੱਕ ਪਿੰਡ ਪਿੰਡ ਦੇ ਵਿੱਚ ਜਿਹੜੀ ਧਰਮਸ਼ਾਲਾ ਬਣਾ ਕੇ ਸਾਰਿਆਂ ਨੇ ਨਾਮ ਨੂੰ ਦ੍ਰਿੜ ਕੀਤਾ ਪਰਮਾਤਮਾ ਦੇ ਨੂੰ। ਤਬ ਕੀਨ ਦੇਸ ਪਵਿੱਤਰ ਸਗਰੋ। ਦੇਖੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਰੀ ਕੰਟਰੀ, ਸਾਰੇ ਨਗਰ ਨੂੰ ਨਿਹਾਲ ਕਰਤਾ। ਲੱਗੇ ਕੀਰਤ ਗਾਨ। ਸਾਰੇ ਪਰਮਾਤਮਾ ਦੀ ਕੀਰਤੀ ਗੁਣ ਗਾਉਣ ਲੱਗੇ, ਪ੍ਰੇਸ ਕਰਨ ਲੱਗੇ। ਸੁਭ ਚਲੀ ਰੀਤ ਪੁਨੀਤ ਸਿੱਖੀ। ਦੇਖੋ ਇਹ ਪੁਨੀਤ ਜਿਹੜੀ ਪਵਿੱਤਰ 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 ਪੁਨੀਤ, 3 ਪਵਿੱਤਰ ਤੋਂ ਬਾਅਦ ਇੱਕ ਪੁਨੀਤ ਆਉਂਦਾ ਹੈ ਤਾਂ ਪੁਨੀਤ ਬਣਦਾ ਹੈ 3 ਪਵਿੱਤਰ ਤੋਂ ਬਾਅਦ। ਕਹਿੰਦੇ ਸਾਰੀ ਸਿੱਖੀ ਜਿਹੜੀ ਪੁਨੀਤ ਹੈ, ਇਸ ਦੀ ਰੀਤੀ ਸਤਿਗੁਰਾਂ ਨੇ ਇਹ ਨਗਰ ਵਿੱਚ ਚਲਾ ਦਿੱਤੀ। ਸਤਿਗੁਰੂ ਕੁਰਬਾਨ। ਐਸੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਕੁਰਬਾਨ ਜਾਂਦੇ ਹਾਂ ਆਪਾਂ। ਨਰ ਕਰਹਿ ਕੀਰਤ ਪ੍ਰੀਤ ਯੁਤ। ਦੇਖੋ ਸਾਰੇ ਨਰ ਜਿਹੜੇ ਹਨ ਪਰਮਾਤਮਾ ਦੀ ਕੀਰਤੀ, ਪਰਮਾਤਮਾ ਦਾ ਜਸ ਗਾਉਣ ਲੱਗ ਪਏ ਹੁਣ ਪ੍ਰੇਮ ਨਾਲ। ਔਰ ਧਰੀ ਸਰਦਾ ਨਾਮ। ਤੇ ਮਨ ਵਿੱਚ ਉਹਨਾਂ ਦੇ ਸ਼ਰਧਾ ਹੈ ਪਰਮੇਸ਼ਰ ਦੇ ਨਾਮ ਦੀ, ਭਰੋਸਾ ਆ ਗਿਆ ਪਰਮਾਤਮਾ ਤੇ। ਬਰ ਪਰਮ ਦਾ ਅਪਵਰਗ ਸਿਮਰਨ। ਦੇਖੋ ਬਰ ਪਰਮ ਦਾ ਕਹਿੰਦੇ ਅਪਵਰਗ ਸਿਮਰਨ, ਕਹਿੰਦੇ ਉਹ ਪਰਮਾਤਮਾ ਜਿਹਦਾ ਨਾਮ ਦਾ ਸਿਮਰਨ ਕਰਨ ਕਰਕੇ ਜਿਹਦੇ ਧਰਮ ਅਰਥ ਕਾਮ ਤੇ ਮੋਕਸ਼ ਵਰਗੀਆਂ ਦਾਤਾਂ ਪ੍ਰਾਪਤ ਹੁੰਦੀਆਂ ਹਨ, ਜੋ ਸਾਰੀਆਂ ਦਾਤਾਂ ਦਾ ਦੇਣ ਵਾਲਾ ਇੱਕੋ ਹੀ ਦਾਤਾ ਹੈ। ਧਰਮ ਅਰਥ ਹੈ ਕਾਮ। ਸੋ ਧਰਮ ਅਰਥ ਤੇ ਕਾਮ ਵਰਗੀਆਂ ਜਿਹੜੀਆਂ ਬਖਸ਼ਿਸ਼ਾਂ ਹਨ, ਜਿਸ ਨਾਮ ਤੇ ਸੁਖ ਧਾਮ ਪ੍ਰਾਪਤ। ਜਿਸ ਦੇ ਨਾਮ ਕਰਕੇ ਸੁਖ ਧਾਮ ਸੱਚਖੰਡ ਦੀ ਪ੍ਰਾਪਤੀ ਹੁੰਦੀ ਹੈ, ਉਸ ਦੇ ਜਿਹੜੇ ਹਨ ਸਰੂਪ ਦੇ ਵਿੱਚ ਮਿਲਾਪ ਰੂਪੀ ਧਾਮ ਦਾ ਸੁਖ ਪ੍ਰਾਪਤ ਹੁੰਦਾ ਹੈ, ਪਰਮਾਤਮਾ ਦਾ ਰੂਪ ਬਣ ਜਾਂਦੇ ਹਾਂ। ਤਰੇ ਪਤਿਤ ਅਨੇਕ। ਤੇ ਇਸ ਕਰਕੇ ਪਤਤ ਜਿਹੜੇ ਬਹੁਤ ਵੱਡੇ ਪਾਪੀ ਹਨ, ਜਿਹੜੇ ਨਹੀਂ ਬਖਸ਼ੇ ਜਾਂਦੇ, ਉਹ ਵੀ ਤਰ ਜਾਂਦੇ ਹਨ। ਜੋ ਗੈਨ ਛੋਨੀ ਨਾਗ ਸਦਨਾ। ਦੇਖੋ ਇਹ ਜਿਹੜਾ ਆਕਾਸ਼ ਹੈ, ਇਹ ਸ਼ੋਨੀ ਧਰਤੀ ਹੈ, ਜਿਹੜਾ ਪਤਾਲ
ਲੋਕ ਜਿੱਥੇ ਨਾਗ ਜ਼ਹਿਰੀਲੇ ਰਹਿੰਦੇ ਹਨ। ਬ੍ਰਹਮ ਅੰਡਹ ਟੇਕ। ਦੇਖੋ ਇਹ ਸਾਰਾ ਹੀ ਬ੍ਰਹਮਾਨੰਦ ਦਾ ਆਸਰੇ, ਪਰਮਾਤਮਾ ਦੇ ਆਸਰੇ ਹੀ ਚੱਲਦਾ। ਇਹ ਸਾਰਾ ਅੰਡਾਕਾਰ ਜਿਹੜੀ ਸ੍ਰਿਸ਼ਟੀ ਹੈ, ਜਿਹੜੀ ਹੈ ਜਿਹਦੇ ਵਿੱਚ 7 ਲੋਕ 7 ਪਤਾਲ ਹਨ, ਇਹ ਸਾਰੀ ਅੰਡਾਕਾਰ ਜਿਹੜੀ ਬ੍ਰਹਮੰਡ ਹੈ, ਇਹਨੂੰ ਪਾਲਣ ਵਾਲਾ ਵੀ ਪਰਮਾਤਮਾ ਆਪ ਹੀ ਹੈ। ਤੇ ਕੋ ਮੁਨਾਫਕ ਨਾਮ ਪੂਰਬ। ਦੇਖੋ ਉਹਨਾਂ ਦਾ ਨਾਮ ਮੁਨਾਫਕ ਸੀ ਪਹਿਲਾਂ, ਜਦੋਂ ਉਹ ਪਰਮਾਤਮਾ ਨੂੰ ਨਹੀਂ ਜਾਣਦੇ ਸਨ, ਪਰਮਾਤਮਾ ਨੂੰ ਨਹੀਂ ਮੰਨਦੇ ਸਨ। ਫੇਰ ਸਤਿਗੁਰ ਦੀਨ। ਦੇਖੋ ਫੇਰ ਸਤਿਗੁਰਾਂ ਨੇ ਬਦਲ ਦਿੱਤਾ, ਉਹਨਾਂ ਨੂੰ ਮੁਨਾਫਕ ਤੋਂ ਆਸਤਕ ਬਣਾ ਦਿੱਤਾ ਸਤਿਗੁਰਾਂ ਨੇ। ਹੁਣ ਦੇਸ਼ ਸਵਾਲਿਓ ਰਾਖਿਓ। ਦੇਖੋ ਮਹਾਰਾਜ ਨੇ ਇਹ ਦੇਸ਼ ਨੂੰ ਸਵਾਰ ਦਿੱਤਾ, ਸ਼ਿੰਗਾਰ ਦਿੱਤਾ ਪਰਮਾਤਮਾ ਦੀ ਕੀਰਤੀ ਦੇ ਨਾਲ। ਕਰ ਰੀਤ ਰੁਚਿਰ ਨਵੀਨ। ਕਰ ਰੀਤ ਮਹਾਰਾਜ ਨੇ ਨਵੀਂ ਰੀਤੀ ਚਲਾ ਦਿੱਤੀ ਉੱਥੇ ਪਰਮੇਸ਼ਰ ਦੇ ਪਿਆਰ ਦੀ। ਇਸ ਭਾਂਤ ਕਰ ਉਪਕਾਰ ਤਿਨ ਪਰ। ਦੇਖੋ ਐਸਾ ਉਪਕਾਰ ਸਤਿਗੁਰਾਂ ਨੇ ਕੀਤਾ ਜਿਹੜਾ ਕੋਈ ਵੀ ਨਹੀਂ ਕਰ ਸਕਦਾ ਸੀ, ਕਿਸੇ ਸਮੇਂ ਵਿੱਚ ਵੀ ਨਹੀਂ ਹੋ ਸਕਦਾ ਸੀ, ਜਿਹੜਾ ਸਤਿਗੁਰਾਂ ਨੇ ਆਪ ਉੱਥੇ ਜਾ ਕੇ ਕਿਰਪਾ ਕਰਕੇ ਕੀਤਾ। ਚੱਲਣ ਮਨ ਸਾਕੀਨ। ਕਹਿੰਦੇ ਚੱਲਣ ਮਨਸਾ ਕੀਨ। ਉਸ ਵੇਲੇ ਮਹਾਰਾਜ ਨੇ ਜਾਣ ਦੀ ਤਿਆਰੀ ਕੀਤੀ ਵੀ ਹੁਣ ਅੱਗੇ ਚੱਲੀਏ। ਹੁਣ ਭਵ ਸੇਤ ਕੀਰਤ ਕਰਨ ਧਰਨੀ। ਦੇਖੋ ਸੰਸਾਰ ਤੇ ਜਿਹੜਾ ਹੈ ਮਹਾਰਾਜ ਸੰਸਾਰ ਤੇ ਇੱਕ ਪੁਲ ਬਣਾ ਕੇ ਪਰਮਾਤਮਾ ਨੂੰ ਜੋੜਨ ਵਾਲਾ ਨਾਮ ਰੂਪੀ ਜਿਹੜਾ ਪੁਲ ਬਣਾ ਕੇ ਸੰਸਾਰੀ ਜੀਵਾਂ ਨੂੰ ਤਾਰਨ ਵਾਲੇ ਹਨ ਸਤਿਗੁਰੂ ਜੀ, ਜਿਹੜੀ ਥੋੜੀ ਕਮਾਈ ਕਰਨ ਕਰਕੇ ਵੀ ਜੀਵ ਤਰ ਜਾਂਦੇ ਹਨ। ਚਾਹੇ ਸਿੱਖ ਸੁਖ ਦੀਨ। ਦੇਖੋ ਜਿਸ ਕਰਕੇ ਸਿੱਖ ਸੌਖੇ ਹੀ ਤਰ ਜਾਂਦੇ ਹਨ। ਮਹਾਰਾਜ ਨੇ ਐਸੀ ਰੀਤ ਸੰਸਾਰ ਤੇ ਚਲਾਈ ਜਿਹਦੀ ਬਹੁਤੀ ਭਗਤੀ ਕਰਨ ਦੀ ਵੀ ਲੋੜ ਨਹੀਂ। ਮਹਾਰਾਜ ਨੇ ਐਸੇ ਰਸਤੇ ਪੁਲ ਬਣਾ ਦਿੱਤੇ ਜਿਹਦੇ ਉੱਤੇ ਜਾਣ ਕਰਕੇ ਕੋਈ ਵੀ ਤਰ ਸਕਦਾ ਹੈ। ਮਹਾਰਾਜ ਨੇ ਥੋੜੀ ਕਮਾਈ ਦਾ ਵੱਡਾ ਫਲ ਦੇ ਦਿੱਤਾ। ਕਰ ਭੂਪ ਪ੍ਰਜਾ ਪਰ ਖੁਸ਼ੀ। ਸੋ ਆਪਣੀ ਖੁਸ਼ੀ ਜਿਹੜੀ ਹੈ ਰਾਜੇ ਤੇ ਪ੍ਰਜਾ ਤੇ ਕਰਕੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਗੁਰ ਗਏ ਆਨ ਅਸਥਾਨ। ਮਾਨ ਹੁਣ ਮਹਾਰਾਜ ਜੀ ਹੁਣ ਹੋਰ ਅਸਥਾਨ ਤੇ ਚਲੇ ਗਏ। ਪਛਾਤ ਨਰ ਝੂਰਤ ਹਿਰਦੈ। ਦੇਖੋ ਪਿੱਛੋਂ ਉਹਨਾਂ ਨੂੰ ਪਛਤਾਵਾ ਹੋਇਆ, ਰਾਜੇ ਨੂੰ ਵੀ ਹੋਇਆ, ਪ੍ਰਜਾ ਨੂੰ ਵੀ ਹੋਇਆ ਕਿ ਸਤਿਗੁਰਾਂ ਨੂੰ ਕਿਉਂ ਜਾਣ ਦਿੱਤਾ। ਨਹੀਂ ਜਾਣ ਦੇਣਾ ਸੀ, ਅਸੀਂ ਇੱਥੇ ਰੱਖਣੇ ਸਨ, ਹੋਰ ਵੀ ਸੇਵਾ ਕਰ ਲੈਂਦੇ ਤੇ ਮਹਾਰਾਜ ਦੇ ਹੋਰ ਵੀ ਜਿਹੜੇ ਹਨ ਬਚਨ ਸੁਣ ਲੈਂਦੇ। ਤਬ ਰਹੇ ਹਮ ਅਨਜਾਨ। ਦੇਖੋ ਕਹਿੰਦੇ ਕਿ ਤਬ ਰਹੇ, ਉਦੋਂ ਅਸੀਂ ਅਣਜਾਣ ਸਾਂ। ਸਤਿਗੁਰਾਂ ਨੇ ਕਿੱਡੀ ਕਿਰਪਾ ਕੀਤੀ, ਸਾਨੂੰ ਅਣਜਾਣਿਆਂ ਨੂੰ ਜਿਹੜਾ ਹੈ ਪਰਮਾਤਮਾ ਦੇ ਲੜ ਲਾਗੇ ਹਨ। ਕਰ ਸੇਵ ਤਿਨ ਕੀ ਤ੍ਰਿਪਤ ਭੇਨ ਹੈ। ਜੇ ਕਹਿੰਦੇ ਉਹ ਰੱਜੇ ਨਹੀਂ ਸਨ ਮਹਾਰਾਜ ਦੀ ਸੇਵਾ ਕਰਕੇ, ਚਾਹੁੰਦੇ ਸਨ ਵੀ ਅਸੀਂ ਹੋਰ ਮਹਾਰਾਜ ਦੀ ਸੇਵਾ ਕਰ ਲੈਂਦੇ, ਹੋਰ ਥੋੜਾ ਜਿਹਾ ਸਮਾਂ ਕਰ ਲੈਂਦੇ, ਪਾਏ ਦਰਸ ਅਮੋਲ। ਵੀ ਅਸੀਂ ਉਹਨਾਂ ਦੇ ਹੋਰ ਦਰਸ਼ਨ ਕਰ ਲੈਂਦੇ। ਜਦੋਂ ਦਰਸ਼ਨ ਨਾ ਪਏ ਤਾਂ ਉਹਨਾਂ ਨੂੰ ਮਹਿਸੂਸ ਹੋਇਆ ਕਿ ਮਹਾਰਾਜ ਜੀ ਚਲੇ ਗਏ, ਕਿਉਂ ਜਾਣ ਦੇਣਾ ਸੀ, ਨਹੀਂ ਜਾਣ ਦੇਣਾ ਸੀ। ਅਸੀਂ ਮਹਾਰਾਜ ਨੂੰ ਇੱਥੇ ਰੱਖ ਕੇ ਮਹਾਰਾਜ ਦੇ ਦਰਸ਼ਨ ਕਰਦੇ ਰਹਿਣਾ ਸੀ। ਭਜ ਸਰਨ ਗੁਰ ਸੰਤੋਖ ਸਿੰਘ। ਐਸੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਕਵੀ ਸੰਤੋਖ ਸਿੰਘ ਜੀ ਕਹਿੰਦਾ ਮੈਂ ਵੀ ਭੱਜ ਕੇ ਜਾਂਦਾ ਹਾਂ। ਨਿਤ ਪਾਏ ਆਨੰਦ ਅਡੋਲ। ਜਿਹਦੇ ਚਰਨਾਂ ਦੀ ਸ਼ਰਨ ਵਿੱਚ ਜਾਣ ਕਰਕੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਤੇ ਮਨ ਦੀ ਅਡੋਲਤਾ ਹੁੰਦੀ ਹੈ। ਐਸੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ ਮੈਂ ਵੀ ਲੋਚਦਾ ਹਾਂ। ਇਹ ਬਚਨ ਕਰਕੇ ਇਹ ਜਿਹੜੇ ਹਨ ਇਤਿਹਾਸ ਦੀ ਇੱਥੇ ਸਮਾਪਤੀ ਹੁੰਦੀ ਹੈ। ਕਵੀ ਸੰਤੋਖ ਸਿੰਘ ਜੀ ਦੀ ਅਖੀਰਲੀ ਅਰਦਾਸ ਹੈ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਐਸੇ ਚਰਨ ਸ਼ਰਨ ਵਿੱਚ ਮੈਂ ਵੀ ਜਾਵਾਂ, ਮੈਂ ਵੀ ਉਹਨਾਂ ਦੇ ਜਾ ਕੇ ਚਰਨ ਪਕੜ ਲਵਾਂ, ਜਿਹਦੇ ਕਰਕੇ ਆਨੰਦ ਤੇ ਅਡੋਲਤਾ ਪ੍ਰਾਪਤ ਹੁੰਦੀ ਹੈ। ਕਰ ਸੇਵ ਤਿਨ ਕੀ ਤ੍ਰਿਪਤ ਭੇਨ ਹੈ, ਪਾਏ ਦਰਸ ਅਮੋਲ। ਭਜ ਸਰਨ ਗੁਰ ਸੰਤੋਖ ਸਿੰਘ, ਨਿਤ ਪਾਏ ਆਨੰਦ ਅਡੋਲ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰਧੇ ਮੁਨਾਫਿਕ ਦੇਸ ਪ੍ਰਸੰਗ ਵਰਣਨੰ ਨਾਮ 11ਵਾਂ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।